ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਦੇ ਪਏ ਹੋ ਜੀ ਬ੍ਰਿਟਿਸ਼ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਦਾਸ ਬਲਜਿੰਦਰ ਸਿੰਘ। ਬਿਲਕੁਲ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਕੁਝ ਖਾਸ ਵਿਸ਼ਿਆਂ ਦੇ ਉੱਤੇ, ਕਿਉਂਕਿ ਬੀਤੇ ਦਿਨੀ ਤੁਸੀਂ ਬ੍ਰਿਟਿਸ਼ ਪੰਜਾਬੀ ਦੇ ਉੱਤੇ ਇੱਕ ਖਾਸ ਵਿਚਾਰ ਚਰਚਾ ਸੁਣੀ ਭਾਈ ਰਣਜੀਤ ਸਿੰਘ ਢੱਡੀਆਂਵਾਲ ਦੇ ਨਾਲ। ਉਸ ਦੇ ਬਾਬਤ ਕੁਝ ਪੱਖਾਂ ਦੇ ਉੱਤੇ ਗੱਲ ਕਰਨ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਸਟੂਡੀਓ ਦੇ ਵਿੱਚ ਤਕਨੀਕ ਦੇ ਜ਼ਰੀਏ ਸਾਡੇ ਯੂਕੇ ਤੇ ਯੂਰਪ ਦੇ ਧਰਮ ਪ੍ਰਚਾਰ ਜਥੇਦਾਰ ਥਾਪੇ ਹੋਏ ਟਕਸਾਲ ਦੇ ਸਿੰਘ ਸਾਡੇ ਵੀਰ ਭਾਈ ਸਾਹਿਬ ਬਘੇਲ ਸਿੰਘ ਜੀ ਬਰਮਿੰਗਮ ਤੋਂ। ਬਘੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਜਿੰਦਰ ਸਿੰਘ ਜੀ, ਤੋਂ ਮੈਂ ਸਮੂਹ ਸੰਗਤ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਇੱਕ ਮੀਡੀਆ ਦਾ ਪੱਖ ਹੁੰਦਾ ਹੈ ਕਿ ਜਦੋਂ ਵੀ ਕੋਈ ਵਿਵਾਦ ਛਿੜਿਆ ਹੁੰਦਾ ਵਿਸ਼ਿਆਂ ਦੇ ਉੱਤੇ ਤਾਂ ਉਹਦੇ ਉੱਤੇ ਸੁਭਾਵਿਕ ਹੁੰਦੀ ਹੈ ਕਿ ਕੁਝ ਮੀਡੀਆ ਦੇ ਵੀ ਸਵਾਲ ਹੁੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਅਜਿਹੇ ਸਵਾਲ ਕੁਝ ਕੀਤੇ ਗਏ ਭਾਈ ਰਣਜੀਤ ਸਿੰਘ ਢੱਡੀਆਂਵਾਲੇ ਨੂੰ। ਉਸ ਦੇ ਬਾਬਤ ਤੋਂ ਬਾਅਦ ਉਸ ਇੰਟਰਵਿਊ ਤੋਂ ਬਾਅਦ ਸਾਡੇ ਨਾਲ ਸੰਪਰਕ ਕੀਤਾ ਸਾਡੇ ਵੀਰ ਜਿਹੜੇ ਕਿ ਯੂਕੇ ਯੂਰਪ ਦੇ ਜਥੇਦਾਰ ਨੇ ਧਰਮ ਪ੍ਰਚਾਰ ਦੇ ਟਕਸਾਲ ਦੇ ਵੱਲੋਂ, ਵੀਰ ਸਾਡੇ ਭਾਈ ਬਘੇਲ ਸਿੰਘ ਜੀ। ਸੋ ਉਹਨਾਂ ਨੇ ਕੁਝ ਜਿਹੜੀ ਕਿ ਆਫ ਦੀ ਰਿਕਾਰਡ ਗੱਲਾਂ ਕੀਤੀਆਂ ਕਿ ਇਹ ਪੱਖ ਸਾਨੂੰ ਕਲੀਅਰ ਕਰਨੇ ਚਾਹੀਦੇ ਨੇ ਸੰਗਤ ਨੂੰ। ਕਈ ਵਾਰ ਉਹ ਗੱਲਾਂ ਕਲੀਅਰ ਨਹੀਂ ਹੁੰਦੀਆਂ ਤੇ ਸਾਡਾ ਵੀ ਇਹ ਫੈਸਲਾ ਆ ਕਿ ਸਾਨੂੰ ਨਿਰਪੱਖ ਗੱਲ ਹਮੇਸ਼ਾ ਅੱਗੇ ਰੱਖਣੀ ਚਾਹੀਦੀ ਹੈ। ਸੋ ਅੱਜ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਬਘੇਲ ਸਿੰਘ ਜੀ ਅੱਜ ਸਾਂਝ ਪਾਉਣਗੇ ਮਰਿਆਦਾ ਦੇ ਉੱਤੇ, ਧਾਰਮਿਕ ਗ੍ਰੰਥਾਂ ਦੇ ਉੱਤੇ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦੇ ਉੱਤੇ। ਸੋ ਵੀਰ ਬਘੇਲ ਸਿੰਘ ਜੀ, ਤੁਹਾਡਾ ਜੋ ਪੱਖ ਹੈ ਤੁਸੀਂ ਕਿੱਥੋਂ ਸ਼ੁਰੂ ਕਰਨਾ ਚਾਹੋਗੇ? ਭਾਈ ਬਲਜਿੰਦਰ ਸਿੰਘ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ, ਜਿਹੜਾ ਤੁਸੀਂ ਸਮਾਂ ਦਿੱਤਾ ਸੰਗਤ ਦੇ ਰੂਬਰੂ ਕਰਾ ਰਹੇ ਹੋ ਆਪਣੇ ਇਸ ਬ੍ਰਿਟਿਸ਼ ਪੰਜਾਬੀ ਚੈਨਲ ਦੇ ਮਾਧਿਅਮ ਦੇ ਰਾਹੀਂ। ਤੇ ਦੂਸਰੀ ਗੱਲ, ਜਿਸ ਤਰ੍ਹਾਂ ਤੁਸੀਂ ਸਪਸ਼ਟ ਕਰ ਦਿੱਤੀ ਹੈ, ਭਾਈ ਰਣਜੀਤ ਸਿੰਘ ਜੀ ਹੁਣਾਂ ਦੀ ਇੰਟਰਵਿਊ ਤੁਹਾਡੇ ਚੈਨਲ ਦੇ ਉੱਪਰ ਚੱਲੀ ਸੀ ਤੇ ਦਾਸ ਨੇ ਵੀ ਉਹ ਸਾਰੀ ਇੰਟਰਵਿਊ ਸੁਣੀ ਹੈ, ਜਿਹਦੇ ਵਿੱਚ ਭਾਈ ਰਣਜੀਤ ਸਿੰਘ ਹੁਣਾਂ ਨੇ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਕੋਈ ਗਿਲੇ ਨੇ ਜਾਂ ਜਿਹੜੇ ਉਹਨਾਂ ਦੇ ਕੋਈ ਇਤਰਾਜ਼ ਨੇ ਉਹ ਉਹਨਾਂ ਨੇ ਪੰਥ ਦੇ ਸਾਹਮਣੇ ਰੱਖੇ ਨੇ ਤੇ ਕੁਝ ਇੱਕ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਵੀ ਇਹਨਾਂ ਗੱਲਾਂ ਦੇ ਕਾਰਨ ਕਰਕੇ ਮੇਰਾ ਵਿਰੋਧ ਹੋ ਰਿਹਾ ਪੰਥ ਦੇ ਵਿੱਚ। ਤੇ ਉਹਦੇ ਵਿੱਚੋਂ ਸੰਗਤ ਵੀ ਕਈ ਵਾਰ ਫਿਰ ਸੋਚਦੀ ਹੈ ਕਿ ਜਦੋਂ ਆਪਾਂ ਇੱਕ ਪੱਖ ਸੁਣਦੇ ਆ ਵੀ ਵਾਕਈ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੋਈ ਐਸੀ ਜਾਤੀ ਹੋ ਰਹੀ ਹੈ, ਜਾਂ ਇਹ ਗੱਲਾਂ ਜਿਹੜੀਆਂ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਸੰਗਤ ਦੀ ਸਾਹਮਣੇ ਬਹਿ ਕਰਕੇ ਆਪਣੀ ਸਟੇਜ ਤੋਂ ਰੱਖੀਆਂ ਨੇ ਵੀ ਇਹ ਕਿਸੇ ਹੋਰ ਨੇ ਕਿਉਂ ਨਹੀਂ ਕੀਤੀਆਂ, ਜਾਂ ਪਹਿਲਾਂ ਪੰਥ ਦੇ ਵਿੱਚ ਇਹਨਾਂ ਗੱਲਾਂ ਦੀ ਕਦੇ ਗੱਲ ਹੀ ਨਹੀਂ ਹੋਈ ਤੇ ਇਹ ਕੋਈ ਨਵੇਂ ਮੁੱਦੇ ਜਿਹੜੇ ਨੇ ਉਹ ਪੰਥ ਦੇ ਸਾਹਮਣੇ ਆ ਗਏ ਨੇ। ਸੋ ਇਸੇ ਕਰਕੇ ਦਾਸ ਦਾ ਇਹ ਆਪਣਾ ਮਨ ਦਾ ਨਿੱਜੀ ਵਿਚਾਰ ਸੀ ਕਿ ਜੇਕਰ ਉਹਨਾਂ ਨੇ ਕੁਝ ਇੱਕ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਅਸੀਂ ਵੀ ਫਿਰ ਆਪਣੇ ਪੱਖ ਤੋਂ ਜਿਹੜਾ ਆ ਉਹਨਾਂ ਦੇ ਨਾਲ ਇਸ ਗੱਲ ਦੀ ਰੋਸ਼ਨੀ ਸੰਗਤ ਦੇ ਸਾਹਮਣੇ ਰੱਖੀਏ ਕਿ ਕੀ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਵਿਚਾਰਿਆ ਜਾਂ ਨਹੀਂ ਵਿਚਾਰਿਆ। ਤੇ ਉਸੇ ਦੇ ਪਰਥਾਏ, ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਿ ਜਦੋਂ ਤੁਸੀਂ ਇੰਟਰਵਿਊ ਸ਼ੁਰੂ ਕੀਤੀ ਭਾਈ ਰਣਜੀਤ ਸਿੰਘ ਹੁਣਾਂ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਸੰਬੋਧਨ ਕੀਤਾ ਸੀਗਾ ਵੀ ਸਿੱਖ ਪੰਥ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡੀਆਂਵਾਲੇ, ਜਦੋਂ ਉਹਨਾਂ ਦੀ ਇੰਟਰਵਿਊ ਤੁਸੀਂ ਕਰ ਰਹੇ ਸੀਗੇ। ਬਿਲਕੁਲ ਜੀ ਜੀ। ਸੋ ਮੈਂ ਥੋੜਾ ਜਿਹਾ ਇੱਥੇ ਇਸੇ ਲਫ਼ਜ਼ ਨੂੰ ਹੀ ਖੋਲਣਾ ਚਾਹਾਂਗਾ ਜੇ ਤੁਹਾਡੀ ਆਗਿਆ ਹੋਵੇ ਤਾਂ। ਬਿਲਕੁਲ ਜੀ, ਦੇਖੋ ਆਪਾਂ ਨਿਰਪੱਖ ਗੱਲ ਕਰਦੇ ਆ ਜੀ। ਤੇ ਉਹਦੇ ਚ ਭਾਈ ਬਲਜਿੰਦਰ ਸਿੰਘ ਜੀ ਦੇਖੋ, ਜਦੋਂ ਤੁਸੀਂ ਇਹ ਲਫ਼ਜ਼ ਵਰਤਦੇ ਆ ਆਪਾਂ ਕਿਸੇ ਨੂੰ ਵੀ ਇਹ ਸਿੱਖ ਪੰਥ ਦੇ ਪ੍ਰਚਾਰਕ ਨੇ ਜਾਂ ਕਿਸੇ ਦੂਜੇ ਧਰਮ ਦੇ ਪ੍ਰਚਾਰਕ ਨੇ, ਤੇ ਉੱਥੇ ਫਿਰ ਇਹ ਸ਼ਬਦ ਤੋਂ ਹੀ ਸਪਸ਼ਟ ਹੋ ਜਾਂਦਾ ਵੀ ਭਾਈ ਇਹ ਇੱਕ ਪੰਥ ਦੀ ਨੁਮਾਇੰਦਗੀ ਕਰ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਆਪਣੇ ਧਰਮ ਦੇ ਵਾਧੇ ਵਾਸਤੇ। ਵੀ ਜਿਹੜੇ ਵੀ ਧਰਮ ਦਾ ਕੋਈ ਨੁਮਾਇੰਦਾ ਹੈ, ਜੇ ਉਸ ਧਰਮ ਦਾ ਪ੍ਰਚਾਰਕ ਹੈ ਤੇ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਆਪਣੇ ਧਰਮ ਨੂੰ ਵਧਾਉਣ ਵਾਸਤੇ ਆਪਣੇ ਧਰਮ ਦੀਆਂ ਖੂਬੀਆਂ ਲੋਕਾਂ ਦੇ ਸਾਹਮਣੇ, ਪੰਥ ਦਾ ਮੈਨੂੰ ਜ਼ਿੰਮੇਵਾਰੀ ਮਿਲੀ ਹੋਈ ਹੈ ਜਾਂ ਜਿਹੜੇ ਪੰਥ ਦੇ ਮੈਂ ਕਹਾਂ ਵੀ ਮੇਰੀ ਰੋਜ਼ੀ ਰੋਟੀ ਚੱਲ ਰਹੀ ਹੈ ਤੇ ਉਸ ਪੰਥ ਦੇ ਪ੍ਰਤੀ ਮੈਂ ਸੰਗਤ ਨੂੰ ਜਾਗਰੂਕ ਕਰਾਂ। ਤੇ ਜੇਕਰ ਮੈਂ ਉਸੇ ਹੀ ਪੰਥ ਦੀਆਂ ਕਮੀਆਂ ਸੰਗਤ ਦੇ ਨਾਲ ਸਾਂਝੀਆਂ ਕਰਦਾ ਰਵਾਂ, ਜੀ ਮੇਰੇ ਪੰਥ ਦੇ ਵਿੱਚ ਆ ਵੀ ਮਾੜਾ ਹੈ, ਮੇਰੇ ਪੰਥ ਦੇ ਵਿੱਚ ਆ ਵੀ ਮਾੜਾ ਹੈ, ਇਹ ਵੀ ਮੇਰਾ ਪੰਥ ਠੀਕ ਨਹੀਂ ਤੇ ਇੱਥੇ ਵੀ ਮੇਰਾ ਪੰਥ ਗਲਤ ਹੈ, ਤੇ ਫਿਰ ਮੈਂ ਜਾਂ ਤੇ ਮੈਂ ਭਾਈ ਬਲਜਿੰਦਰ ਸਿੰਘ ਜੀ ਪ੍ਰਚਾਰਕ ਨਹੀਂ ਤੇ ਜਾਂ ਫਿਰ ਮੈਂ ਉਸ ਪੰਥ ਦੇ ਵਿੱਚ ਸਿੱਖ ਨਹੀਂ। ਕਿਉਂਕਿ ਜੇ ਮੈਂ ਸਿੱਖ ਹਾਂ ਤੇ ਸਿੱਖ ਪੰਥ ਦਾ ਪ੍ਰਚਾਰਕ ਹਾਂ ਤੇ ਮੈਨੂੰ ਇਹ ਆਗਿਆ ਨਹੀਂ ਕਿ ਮੈਂ ਆਪਣੇ ਧਰਮ ਦੀਆਂ ਨਿੰਦਿਆ ਸੰਗਤ ਦੇ ਸਾਹਮਣੇ ਰੱਖਣੀ ਹੈ ਜਾਂ ਆਪਣੇ ਧਰਮ ਦੀਆਂ ਮਾੜੀਆਂ ਗੱਲਾਂ ਨੂੰ ਉਛਾਲ ਕੇ ਪੇਸ਼ ਕਰਨਾ। ਮੇਰੀ ਜ਼ਿੰਮੇਵਾਰੀ ਇਹ ਬਣਦੀ ਹੈ ਵੀ ਜਿਹੜੀ ਪੰਥ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ ਵੀ ਤੂੰ ਧਰਮ ਦਾ ਪ੍ਰਚਾਰ ਕਰ, ਮੈਂ ਆਪਣੇ ਧਰਮ ਦੇ ਵਾਧੇ ਦੀ ਗੱਲ ਕਰਾਂ। ਤੇ ਜਿੱਥੇ ਕਿਤੇ ਮੈਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਜਾਂ ਮੈਨੂੰ ਕੋਈ ਊਣਤਾਈ ਲੱਗਦੀ ਹੈ, ਉਹ ਮੈਂ ਜਿਨ੍ਹਾਂ ਵੱਲੋਂ ਮੈਨੂੰ ਜ਼ਿੰਮੇਵਾਰੀ ਮਿਲੀ ਹੋਈ ਹੈ
ਜਾਂ ਪੰਥ ਦੀਆਂ ਮਹਾਨ ਹਸਤੀਆਂ ਨੇ ਜਿਨ੍ਹਾਂ ਨੇ ਪੰਥ ਦੇ ਵਿੱਚ ਲੰਬਾ ਸਮਾਂ ਸੇਵਾ ਸੰਭਾਲ ਕੀਤੀ ਹੈ, ਉਹਨਾਂ ਨਾਲ ਬਹਿ ਕੇ ਪਹਿਲਾਂ ਮੈਂ ਵਿਚਾਰਾਂ ਵੀ ਮੈਨੂੰ ਆਹ ਗੱਲ ਦੇ ਉੱਤੇ ਕੋਈ ਸ਼ੰਕਾ ਜਾਏ, ਮੈਨੂੰ ਗੱਲ ਠੀਕ ਨਹੀਂ ਲੱਗਦੀ, ਉਸ ਤੋਂ ਬਾਅਦ ਫਿਰ ਮੈਂ ਸੰਗਤ ਦੇ ਵਿੱਚ ਆਵਾਂ, ਨਾ ਕਿ ਮੈਂ ਛੱਜ ਦੇ ਵਿੱਚ ਪਾ ਕੇ ਛੱਟਣਾ ਸ਼ੁਰੂ ਕਰ ਦਿਆਂ। ਇਹ ਜ਼ਿੰਮੇਵਾਰੀ ਬਣਦੀ ਹੈ ਮੇਰੇ ਹਿਸਾਬ ਦੇ ਨਾਲ, ਜੇਕਰ ਸਿੱਖ ਪੰਥ ਦਾ ਪ੍ਰਚਾਰਕ ਹੋਵੇ ਤਾਂ। ਬਿਲਕੁਲ ਜੀ, ਬਿਲਕੁਲ। ਤੇ ਇਸੇ ਤਰ੍ਹਾਂ ਜਦੋਂ ਭਾਈ ਰਣਜੀਤ ਸਿੰਘ ਹੋਣਾ ਦੇ ਨਾਲ ਆਪਾਂ ਗੱਲਬਾਤ ਤੁਸੀਂ ਕਰ ਰਹੇ ਸੀਗੇ, ਤੇ ਉਹਨਾਂ ਨੇ ਕੁਝ ਇੱਕ ਪੱਖ ਰੱਖੇ ਨੇ ਕਿ ਜੀ ਦੇਖੋ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ, ਫਰੀडम ਆਫ ਸਪੀਚ ਉਹਨਾਂ ਨੇ ਗੱਲ ਕੀਤੀ, ਤੇ ਫਰੀडम ਆਫ ਬਿਲੀਵ ਦੀ ਉਹ ਗੱਲ ਕਰਦੇ ਨੇ। ਤੇ ਭਾਈ ਬਲਜਿੰਦਰ ਸਿੰਘ ਜੀ ਦੇਖੋ, ਦੁਨੀਆ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਜੀਵਨ ਬਤੀਤ ਕਰਦਾ। ਜੇ ਆਪਾਂ ਸਿੱਖ ਪੰਥ ਦੀ ਗੱਲ ਕਰੀਏ, ਖਾਲਸਾ ਫਿਲਾਸਫੀ ਦੀ ਗੱਲ ਕਰੀਏ, ਤੇ ਇੱਕ ਹੁੰਦੀ ਹੈ ਤੁਹਾਡੀ ਨਿੱਜੀ ਰਹਿਣੀ ਤੇ ਇੱਕ ਹੁੰਦੀ ਹੈ ਤੁਹਾਡੀ ਪੰਥਕ ਰਹਿਣੀ। ਕਿ ਨਿੱਜੀ ਜੀਵਨ ਦੇ ਵਿੱਚ ਤੁਸੀਂ ਕੀ ਕਰਦੇ ਹੋ, ਕੀ ਖਾਂਦੇ ਪੀਂਦੇ ਹੋ, ਕੀ ਪਾਉਂਦੇ ਹੋ, ਉਹ ਤੁਹਾਡੇ ਆਪਣੇ ਤੱਕ, ਤੁਹਾਡੇ ਪਰਿਵਾਰ ਤੱਕ ਸੀਮਤ ਹੈ। ਤੇ ਜਿਹੜੀ ਤੁਹਾਡੀ ਪੰਥਕ ਰਹਿਣੀ ਹੈ, ਪੰਥਕ ਸ਼ਖਸੀਅਤ ਹੋ ਜਾਂਦੀ ਹੈ, ਫਿਰ ਤੁਸੀਂ ਨਿੱਜੀ ਨਹੀਂ ਰਹਿ ਜਾਂਦੇ, ਤੁਸੀਂ ਕੌਮ ਦੇ ਬਣ ਜਾਂਦੇ, ਤੁਸੀਂ ਪੰਥ ਦੇ ਬਣ ਜਾਂਦੇ ਆ। ਫਿਰ ਉੱਥੇ ਤੁਸੀਂ ਕੋਈ ਵੀ ਕਾਰਜ ਕਰਦੇ ਹੋ, ਤੁਹਾਡਾ ਪਹਿਰਾਵਾ ਕਿੱਦਾਂ ਦਾ ਹੈ, ਤੁਹਾਡਾ ਖਾਣ ਪੀਣ ਕਿੱਦਾਂ ਦਾ ਹੈ, ਜਾਂ ਤੁਹਾਡੀ ਬੋਲਚਾਲ ਕਿੱਦਾਂ ਦੀ ਹੈ, ਉਹ ਫਿਰ ਨਿੱਜੀ ਨਹੀਂ ਰਹਿ ਜਾਂਦੀ, ਉਹ ਪੰਥਕ ਬਣ ਜਾਂਦੀ ਹੈ। ਤੇ ਤੁਹਾਡੇ ਉੱਪਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਮੈਂ ਕਿੱਥੇ ਬੋਲਣਾ ਹੈ, ਕਿੱਦਾਂ ਬੋਲਣਾ ਹੈ, ਜਾਂ ਮੇਰਾ ਉੱਠਣਾ ਬਹਿਣਾ ਕਿਹੋ ਜਿਹਾ ਹੋਣਾ ਚਾਹੀਦਾ, ਉਹ ਫਿਰ ਪੰਥ ਦੇ ਮੁਤਾਬਿਕ ਤੁਹਾਨੂੰ ਚੱਲਣਾ ਪੈਂਦਾ। ਤੇ ਜੇਕਰ ਆਪਾਂ ਕਹੀਏ ਵੀ ਨਹੀਂ ਮੇਰੀ ਨਿੱਜੀ ਜ਼ਿੰਦਗੀ ਹੈ, ਮੈਂ ਜੋ ਮਰਜ਼ੀ ਬੋਲਾਂ, ਮੈਂ ਜੋ ਮਰਜ਼ੀ ਖਾਵਾਂ, ਫਿਰ ਮੈਨੂੰ ਪੰਥ ਦੀ ਸੇਵਾ ਨਹੀਂ ਕਰਨੀ ਚਾਹੀਦੀ, ਫਿਰ ਮੈਂ ਆਪਣਾ ਨਿੱਜੀ ਜੀਵਨ ਜੀਵਾਂ। ਪਰ ਅੱਜ ਕਲੈਸ਼ ਇੱਥੇ ਪੈਦਾ ਹੋ ਰਿਹਾ ਹੈ ਕਿ ਅਸੀਂ ਸੇਵਾਦਾਰ ਪੰਥ ਦੇ ਕਹਾਉਂਦੇ ਆ, ਜ਼ਿੰਮੇਵਾਰੀ ਪੰਥ ਦੀ ਵੀ ਲੈਂਦੇ ਆ, ਤੇ ਨਾਲੇ ਵੀ ਕਹਿੰਦੇ ਜੀ ਮੈਂ ਖਾਲਸਾ ਪੰਥ ਦਾ ਹਿੱਸਾ। ਤੇ ਜਦੋਂ ਫਿਰ ਕੋਈ ਗੱਲਾਂ ਐਸੀਆਂ ਆ ਜਾਂਦੀਆਂ, ਫਿਰ ਮੈਂ ਕਹਿੰਦਾ ਜੀ ਮੇਰੀ ਆਪਣੀ ਫਰੀडम ਹੈ, ਮੇਰੀ ਫਰੀडम ਆਫ ਸਪੀਚ ਹੈ, ਜਾਂ ਮੇਰਾ ਫਰੀडम ਆਫ ਬਿਲੀਵ ਹੈ। ਉਹ ਉਦੋਂ ਤੱਕ ਭਾਈ ਬਲਜਿੰਦਰ ਸਿੰਘ ਜੀ ਮੰਨਿਆ ਜਾ ਸਕਦਾ ਜਦੋਂ ਤੱਕ ਤੁਸੀਂ ਨਿੱਜੀ ਹੋ। ਹੁਣ ਆਪਣੇ ਪੰਥ ਦੇ ਵਿੱਚ ਆਪਾਂ ਗੱਲ ਕਰੀਏ, ਬਹੁਤ ਸਾਰੇ ਐਸੇ ਪਰਿਵਾਰ ਨੇ, ਰੋਜ਼ਾਨਾ ਆਪਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਮਿਲਦੀ ਹੈ। ਕੋਈ ਕੁਝ ਖਾ ਰਿਹਾ ਹੋਵੇ, ਕੁਝ ਪੀ ਰਿਹਾ ਹੋਵੇ, ਕਿਤੇ ਆ ਰਿਹਾ ਹੋਵੇ, ਜਾ ਰਿਹਾ ਹੋਵੇ, ਆਪਾਂ ਕਦੇ ਨੋਟਿਸ ਨਹੀਂ ਕਰਦੇ ਉਹਨੂੰ, ਕਿਉਂਕਿ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਜੇਕਰ ਕੋਈ ਧਾਰਮਿਕ ਸ਼ਖਸੀਅਤ ਹੋਵੇ, ਕੋਈ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੈ, ਕੋਈ ਪਾਠੀ ਸਿੰਘ ਹੈ, ਜਾਂ ਕੋਈ ਪ੍ਰਚਾਰਕ ਕਹਿ ਲਓ, ਰਾਗੀ ਢਾਡੀ ਕਥਾਵਾਚਕ ਹੈ, ਤੇ ਜੇਕਰ ਉਹ ਸਾਨੂੰ ਕਿਸੇ ਐਸੀ ਜਗ੍ਹਾ ਤੇ ਖੜਾ ਮਿਲੇ ਜਿਹੜਾ ਪੰਥ ਦੀ ਮਰਿਆਦਾ ਦੇ ਅਨੁਕੂਲ ਨਹੀਂ, ਤੇ ਫਿਰ ਅਸੀਂ ਉਹਦੇ ਤੇ ਸਵਾਲ ਕਰਾਂਗੇ ਵੀ ਭਾਈ ਸਿੱਖਾ ਤੂੰ ਉੱਥੇ ਕੀ ਕਰਦਾ ਸੀ, ਕਿਉਂਕਿ ਤੇਰਾ ਉੱਥੇ ਜਾਣਾ ਬਣਦਾ ਨਹੀਂ, ਕਿਉਂਕਿ ਹੁਣ ਤੇਰਾ ਜੀਵਨ ਨਿੱਜੀ ਨਹੀਂ ਰਹਿ ਗਿਆ, ਤੂੰ ਇੱਕ ਰੋਲ ਮਾਡਲ ਬਣ ਕੇ ਸਾਹਮਣੇ ਆ ਰਿਹਾ, ਲੋਕ ਤੈਨੂੰ ਦੇਖਦੇ ਨੇ, ਤੈਨੂੰ ਸੁਣਦੇ ਨੇ, ਤੇ ਤੇਰੇ ਤੋਂ ਪੰਥ ਦਾ ਪ੍ਰਚਾਰ ਹੁੰਦਾ। ਬਿਲਕੁਲ ਬਿਲਕੁਲ ਬਗਿਆ ਸਿੰਘ ਜੀ, ਇਹ ਇਸ ਗੱਲ ਨਾਲ ਬਿਲਕੁਲ ਮੈਨੂੰ ਲੱਗਦਾ ਕਿ ਸਾਰੇ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਤੁਹਾਡੇ ਨਾਲ ਸਹਿਮਤ ਹੋਣਗੇ। ਡੈਫੀਨਿਟਲੀ ਜਦੋਂ ਕੋਈ ਵੀ ਇਨਸਾਨ, ਜਦੋਂ ਕੋਈ ਸ਼ਖਸੀਅਤ ਕਿਤੇ ਵੀ ਵਿਚਰਦੀ ਹੈ, ਜਿਸ ਨੂੰ ਦੇਖ ਕੇ ਲੋਕ ਅੱਗੇ ਉਹਨੂੰ ਫੋਲੋ ਕਰਦੇ ਨੇ, ਡੈਫੀਨਿਟਲੀ ਜੇ ਉਹ ਕਿਤੇ ਵੀ ਇਦਾਂ ਦੇ ਸਥਾਨ ਤੇ ਮਿਲਦਾ ਹੈ ਤੇ ਵਾਜਬ ਹੈ ਤੁਹਾਡਾ ਇਹ ਗੱਲ ਕਿ ਉਂਗਲ ਜਿਹੜੀ ਹੈ ਕਿ ਚੱਕੀ ਜਾਣੀ ਲਾਜ਼ਮੀ ਹੁੰਦੀ ਹੈ। ਤੇ ਉਹਦੇ 'ਚ ਭਾਈ ਬਲਜਿੰਦਰ ਸਿੰਘ ਜੀ, ਮੇਰਾ ਸਿਰਫ ਇੰਨੀ ਬੇਨਤੀ ਸੀਗੀ ਭਾਈ ਰਣਜੀਤ ਸਿੰਘ ਹੋਣਾ ਨੂੰ, ਕਿ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਕਿ ਜੀ ਮੈਂ ਜੋ ਮੈਨੂੰ ਚੰਗਾ ਲੱਗਾ ਪਹਿਲੇ ਸਮੇਂ ਦੇ ਵਿੱਚ ਮੈਂ ਉਹ ਪ੍ਰਚਾਰਿਆ, ਤੇ ਅੱਜ ਜੋ ਮੈਨੂੰ ਹੁਣ ਠੀਕ ਲੱਗਦਾ, ਤੇ ਇਸ ਕਰਕੇ ਮੈਂ ਉਹ ਚੀਜ਼ ਪ੍ਰਚਾਰ ਰਿਹਾ। ਤੇ ਉੱਥੇ ਮੈਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ ਵੀ ਤੁਸੀਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਵੀ ਤੁਸੀਂ ਪਹਿਲਾਂ ਕਿਹੜੇ ਸਰੋਤ ਵਰਤਦੇ ਸੀ ਤੇ ਹੁਣ ਕਿਹੜੇ ਸਰੋਤ ਵਰਤਦੇ ਹੋ। ਬਿਲਕੁਲ ਜੀ, ਬਿਲਕੁਲ ਜੀ। ਤੇ ਉਹਨਾਂ ਦੀ ਤੁਹਾਡੀ ਇੰਟਰਵਿਊ ਦੇ ਵਿੱਚ ਹੀ ਦੇਖੋ, ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਇਸ ਗੱਲ ਨੂੰ ਗੋਲ ਕਰ ਗਏ ਨੇ। ਨਾ ਤੇ ਉਹਨਾਂ ਨੇ ਪਹਿਲਾਂ ਦੱਸਿਆ ਵੀ ਮੈਂ ਪਹਿਲਾਂ ਕਿਹੜੇ ਸਰੋਤ ਵਰਤਦਾ ਸੀ, ਤੇ ਨਾ ਹੀ ਉਹਨਾਂ ਨੇ ਇਹ ਦੱਸਿਆ ਵੀ ਮੈਂ ਹੁਣ ਕਿਹੜੇ ਸਰੋਤ ਵਰਤਦਾ। ਉਹਨਾਂ ਨੇ ਕਿਹਾ ਜੀ ਦੇਖੋ ਇਹ ਤੇ ਬੋਲਣ ਹੀ ਨਹੀਂ ਦਿੰਦੇ, ਅਸੀਂ ਕਹੀਏ ਕਿ ਇਹਨੂੰ ਇਹ ਤਾਂ ਤੁਸੀਂ ਛੱਡ ਦਿਓ ਜੀ, ਇਹ ਤੇ ਗੱਲ ਨੂੰ ਪੈਂਦੇ ਨੇ। ਮਤਲਬ ਉਹਨਾਂ ਨੇ ਇਸ ਗੱਲ ਦੇ ਉੱਪਰ ਬਿਲਕੁਲ ਵੀ ਕੋਈ ਪੱਖ ਰੱਖਿਆ ਹੀ ਨਹੀਂ ਵੀ ਮੈਂ ਕਿੱਥੋਂ ਪੜ੍ਹਿਆ ਤੇ ਮੈਂ ਕਿੱਥੋਂ ਪੜ੍ਹ ਰਿਹਾ। ਤੇ ਜੇਕਰ ਤੁਸੀਂ ਕਿਤੇ ਅੱਗੇ ਵੀ ਇੰਟਰਵਿਊ ਕਰੋਗੇ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਉਹਨਾਂ ਨੂੰ ਜ਼ਰੂਰ ਪੁੱਛਿਓ ਵੀ ਸੂਰਜ ਪ੍ਰਕਾਸ਼ ਗ੍ਰੰਥ ਦੇ ਪਰਥਾਏ ਵੀ ਉਹਨਾਂ ਨੇ ਕੁਝ ਇੱਕ ਗੱਲਾਂ ਕੀਤੀਆਂ ਨੇ, ਆਪਾਂ ਅੱਗੇ ਚੱਲ ਕੇ ਵਿਚਾਰਨੀਆਂ ਨੇ। ਵੀ ਜਿੰਨੀ ਦੇਰ ਤੱਕ ਆਪਾਂ ਕਿਸੇ ਚੀਜ਼ ਨੂੰ ਪੜ੍ਹਦੇ ਨਹੀਂ, ਸੁਣਦੇ ਨਹੀਂ, ਜਾਂ ਆਪਾਂ ਨੂੰ ਕੋਈ ਆਣ ਕੇ ਉਹਦਾ ਗਿਆਨ ਨਹੀਂ ਕਰਾਉਂਦਾ, ਫਿਰ ਉਹਦੇ ਤੇ ਆਪਾਂ ਟਿੱਪਣੀ ਨਹੀਂ ਕਰ ਸਕਦੇ। ਤੇ ਜੇ ਮੈਂ ਕਹਾਂ ਜੀ ਮੈਂ ਆਪਣੇ ਮੁਤਾਬਕ ਮੈਂ ਜੋ ਮੈਨੂੰ ਠੀਕ ਲੱਗਾ ਮੈਂ ਉਹ ਕਰ ਦਿੱਤਾ, ਫਿਰ ਉੱਥੇ ਸਵਾਲ ਬਲਜਿੰਦਰ ਸਿੰਘ ਜੀ ਖੜਾ ਹੋ ਜਾਂਦਾ ਵੀ ਫਿਰ ਉਹ ਤੁਹਾਡੀ ਨਿੱਜੀ ਰਾਏ ਹੋ ਸਕਦੀ ਹੈ, ਉਹਨੂੰ ਪੰਥ ਦਾ ਮੁੱਦਾ ਨਾ ਬਣਾਓ। ਇਸੇ ਕਰਕੇ ਮੈਂ ਸਵਾਲ ਕੀਤਾ ਸੀ ਕਿ ਜੇ ਤੁਹਾਨੂੰ ਐਜ਼ ਏ ਪ੍ਰਚਾਰਕ ਲੱਗਦਾ ਕਿ ਜੀ ਕਿਤੇ ਗ੍ਰੰਥਾਂ ਦੇ ਵਿੱਚ ਅਸੀਂ ਹਮੇਸ਼ਾ ਹੀ ਇਕੱਲੇ ਭਾਈ ਰਣਜੀਤ ਸਿੰਘ ਕੋਲੋਂ ਨਹੀਂ, ਅਸੀਂ ਬਹੁਤ ਸਾਰੇ ਪ੍ਰਚਾਰਕਾਂ ਕੋਲ ਸੁਣਦੇ ਆਏ ਆ ਕਿ ਇਤਿਹਾਸ ਵਿੱਚ ਕਿਤੇ ਨਾ ਕਿਤੇ ਮਿਲਕੁਬਾ ਹੋਇਆ। ਪਰ ਗੱਲ ਅੱਜ ਹਰ ਇੱਕ ਇਨਸਾਨ ਇੱਕ ਦੂਜੇ ਨੂੰ ਪੁੱਛਦਾ ਵੀ ਹੈ, ਘਰਾਂ 'ਚ ਵੀ ਗੱਲ ਹੁੰਦੀ ਹੈ, ਜੇ ਮਿਲਕੁਬਾ ਹੋਇਆ ਸਾਨੂੰ ਸੋਧ ਕਰਨੀ ਚਾਹੀਦੀ ਹੈ। ਜੇ ਸੋਧ ਨਹੀਂ ਹੋਈ ਤਾਂ ਗੱਲ ਤੁਹਾਡੇ ਵਾਲੀ, ਫਿਰ ਮੈਂ ਉੱਥੇ ਆਉਣਾ
ਕਿ ਸਾਨੂੰ ਚੰਗੀ ਚੀਜ਼ ਹੀ ਪੇਸ਼ ਕਰਨੀ ਚਾਹੀਦੀ ਹੈ। ਜੇ ਸਾਨੂੰ ਪਤਾ ਹੈ ਕਿ ਇਹ ਮਿਲਗੋਭਾ, ਸਾਨੂੰ ਉਹਦੇ ਬਾਰੇ ਉੱਤੇ ਘੱਟ ਟਿੱਪਣੀ ਕਰਨੀ ਚਾਹੀਦੀ ਹੈ। ਆਪਾਂ ਪਹਿਲਾਂ ਚਲੋ ਇਸੇ ਵਿਸ਼ੇ ਦੇ ਉੱਪਰ ਗੱਲ ਥੋੜੀ ਜਿਹੀ ਖੋਲ ਲੈਂਦੇ ਆ ਭਾਈ ਬਲਜਿੰਦਰ ਸਿੰਘ ਜੀ। ਜਿਸ ਤਰ੍ਹਾਂ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਜੀ ਹੁਣਾਂ ਦਾ, ਜਿਹਦੇ ਚ ਸੂਰਜ ਪ੍ਰਕਾਸ਼ ਗ੍ਰੰਥ ਦਾ ਨਾਮ ਆਉਂਦਾ, ਤੇ ਪਿਛਲੇ ਸਮੇਂ ਦੇ ਅੰਦਰ ਇਹਨਾਂ ਨੇ ਮਾਤਾ ਭਾਗ ਕੌਰ ਜੀ ਦੇ ਨਾਮ ਦੇ ਉੱਪਰ ਵੀ ਬਹੁਤ ਐਸੀ ਸਟੇਟਮੈਂਟ ਦਿੱਤੀ ਸੀ ਕਿ ਜਿਹਦੇ ਨਾਲ ਸੰਗਤਾਂ ਦੇ ਵਿੱਚ ਵਿਵਾਦ ਰੌਲਾ ਵਧਿਆ। ਤੇ ਉਹਦੇ ਤੋਂ ਬਾਅਦ ਜਿਹੜਾ ਸੀ ਫਿਰ ਇਹਨਾਂ ਦੇ ਨਾਲ ਹੋਰ ਵੀ ਜਿਹੜਾ ਆ ਬਹੁਤ ਸਾਰੀ ਸੰਗਤ ਨਾਰਾਜ਼ ਵੀ ਹੋਈ ਹੈ। ਸੋ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਕਈ ਕੀ ਗੱਲ, ਕੋਈ ਗੱਲਾਂ ਐਸੀਆਂ ਹੈਗੀਆਂ ਨੇ ਗ੍ਰੰਥਾਂ ਦੇ ਵਿੱਚ ਜਾਂ ਨਹੀਂ ਹੈਗੀਆਂ। ਤੇ ਬਲਜਿੰਦਰ ਸਿੰਘ ਜੀ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਨਾਲ ਦੀ ਨਾਲ ਆਪਣੀ ਗੱਲਬਾਤ ਚੱਲਦੀ ਰਹਿਣੀ ਹੈ ਤੇ ਤੁਹਾਡੀ ਟੀਮ ਅੱਗੇ ਚੱਲ ਕੇ ਮੈਂ ਕੁਝ ਇੱਕ ਤਸਵੀਰਾਂ ਤੁਹਾਨੂੰ ਭੇਜੀਆਂ ਹੋਈਆਂ ਨੇ ਧਾਰਮਿਕ ਗ੍ਰੰਥਾਂ ਦੀਆਂ, ਖਾਸ ਕਰਕੇ ਸੂਰਜ ਪ੍ਰਕਾਸ਼ ਗ੍ਰੰਥ ਦੀਆਂ, ਜਿਹਦੇ ਵਿੱਚੋਂ ਭਾਈ ਸੰਤੋਖ ਸਿੰਘ ਜੀ ਦੇ ਜੀਵਨ ਦਾ ਪਹਿਲਾਂ ਪੂਰਾ ਬਿਉਰਾ ਮਿਲਦਾ ਵੀ ਉਹ ਕੌਣ ਨੇ, ਕਿੱਥੋਂ ਆਏ ਨੇ, ਕੀ ਉਹਨਾਂ ਦੀ ਕਾਰਜਸ਼ੈਲੀ ਹੈ, ਕੀ ਉਹਨਾਂ ਦੀ ਵਿਦਿਆ ਹੈ। ਤੇ ਉਸ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਨਾਲ ਦੀ ਨਾਲ ਜ਼ਿਕਰ ਮਿਲਦਾ, ਪੂਰਾ ਜੇਕਰ ਤਸਵੀਰਾਂ ਸੰਗਤ ਦੇ ਨਾਲ ਸਾਂਝੀਆਂ ਕਰੋਗੇ ਤੁਸੀਂ, ਕਿ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਉੱਪਰ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਸੀ, ਜਿਹੜਾ ਪੰਥ ਦੇ ਵਿੱਚ ਬਹੁਤ ਉਹਨਾਂ ਦੀ ਸੋਭਾ ਹੋਈ। ਤੇ ਉਹਨਾਂ ਦੀ ਕਾਰਜਸ਼ੈਲੀ ਨੂੰ ਪਸੰਦ ਕਰਦਿਆਂ ਹੋਇਆਂ ਪੰਥ ਨੇ ਫਿਰ ਹੁਕਮ ਲਾਇਆ ਵੀ ਹੁਣ ਤੁਸੀਂ ਅੱਗੇ ਵੀ ਇਸ ਕਾਰਜ ਨੂੰ ਵਧਾਓ। ਤੇ ਉਸ ਸਮੇਂ ਦੇ ਉਹ ਸਾਰਾ ਬਿਉਰਾ ਉਹਦੇ ਵਿੱਚ ਹੈ, ਮੈਂ ਪੂਰੀ ਡਿਟੇਲ ਨਹੀਂ ਤੁਹਾਨੂੰ ਦਿਆਂਗਾ ਕਿ ਜਿਹੜੇ ਰਾਜੇ ਮਹਾਰਾਜਿਆਂ ਦਾ ਜਦੋਂ ਸਮਾਂ ਚੱਲ ਰਿਹਾ ਸੀ, ਸੋ ਰਾਜਾ ਨੇ ਆਪ ਦੀ ਜ਼ਿੰਮੇਵਾਰੀ ਲੈ ਕਰਕੇ ਭਾਈ ਸੰਤੋਖ ਸਿੰਘ ਜੀ ਉਹਨਾਂ ਨੂੰ ਆਪਣੇ ਕੋਲ ਰੱਖਿਆ ਤੇ ਉਹਨਾਂ ਨੇ ਪੂਰੇ ਭਾਰਤ, ਕਹਿ ਲਓ ਕਿ ਉਸ ਵਕਤ ਵੰਡ ਤੇ ਅਜੇ ਹੋਈ ਨਹੀਂ ਸੀ, ਪੂਰੇ ਹੋਕਾ ਦਿੱਤਾ ਗਿਆ ਕਿ ਜਿਹਦੇ ਕੋਲ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਤੱਕ ਕੋਈ ਵੀ ਪੁਸਤਕ, ਕੋਈ ਵੀ ਪੋਥੀ ਜਾਂ ਕੋਈ ਵੀ ਇਤਿਹਾਸਕ ਵਸਤੂ ਹੈ, ਉਹ ਸਾਡੇ ਕੋਲ ਲੈ ਕੇ ਆਓ। ਤੇ ਉਹਦੇ ਤੋਂ ਫਿਰ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਇਸ ਸੂਰਜ ਪ੍ਰਕਾਸ਼ ਗ੍ਰੰਥ ਦਾ ਰੂਪ ਦੇਣਾ ਸ਼ੁਰੂ ਕੀਤਾ। ਉਹਦੇ ਵਿੱਚ ਉਹਨਾਂ ਨੇ ਜਿੱਥੋਂ ਪੋਥੀਆਂ ਮਿਲੀਆਂ ਉਹ ਪੋਥੀਆਂ ਸ਼ਾਮਿਲ ਕੀਤੀਆਂ, ਜਿੱਥੋਂ ਵਸਤਾਂ ਮਿਲੀਆਂ ਉਹ ਵਸਤਾਂ ਸ਼ਾਮਿਲ ਕੀਤੀਆਂ। ਤੇ ਕੁਝ ਕੁ ਵਿਅਕਤੀ ਐਸੇ ਵੀ ਸੀ ਜਿਨ੍ਹਾਂ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਮੁੱਲ ਤਾਰ ਕਰਕੇ ਉਹਨਾਂ ਦੇ ਉਤਾਰੇ ਕੀਤੇ, ਜਿਵੇਂ ਕਹਿ ਲਓ ਕਿ ਕਾਪੀ ਕੀਤੀ। ਤੇ ਪੂਰੇ ਦਾ ਪੂਰਾ ਸੂਰਜ ਪ੍ਰਕਾਸ਼ ਗ੍ਰੰਥ ਭਾਈ ਬਲਜਿੰਦਰ ਸਿੰਘ ਜੀ ਤਿਆਰ ਕੀਤਾ ਗਿਆ। ਤੇ ਉਸ ਵਕਤ ਜਿਹੜਾ ਮਹਾਰਾਜਾ ਇਹ ਸਾਰਾ ਕਾਰਜ ਕਰਵਾ ਰਿਹਾ ਸੀ, ਉਹਦਾ ਵੀ ਪ੍ਰਭਾਵ ਸੀਗਾ ਕਿ ਜੇਕਰ ਤੁਸੀਂ ਮਾਇਆ ਖਰਚ ਰਹੇ ਹੋ ਜਾਂ ਕੋਈ ਕਾਰਜ ਕਰਾ ਰਹੇ ਹੋ ਤੇ ਸੁਭਾਵਿਕ ਹੈ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਇਹਦੇ ਵਿੱਚ ਮੇਰੀ ਵੀ ਥੋੜੀ ਬਹੁਤੀ ਸ਼ੋਭਾ ਹੋਵੇ। ਤੇ ਜੇਕਰ ਖਾਸ ਤੌਰ ਦੇ ਉੱਪਰ ਆਪਾਂ ਅੱਜ ਦੇ ਜੀਵਨ ਦੇ ਵਿੱਚ ਵੀ ਦੇਖ ਲਈਏ ਬਲਜਿੰਦਰ ਸਿੰਘ ਜੀ, ਜੇਕਰ ਆਪਾਂ ਨਿਊਟਰਲ ਕੰਮ ਕਰਨਾ ਚਾਹੁੰਦੇ ਆ ਨਾ, ਫਿਰ ਅਸੀਂ ਕਿਸੇ ਦੇ ਮੁਲਾਜ਼ਮ ਨਹੀਂ ਹੋ ਸਕਦੇ। ਜੇ ਆਪਾਂ ਫ੍ਰੀਲੀ ਕੰਮ ਕਰਨਾ ਹੈ ਤੇ ਫਿਰ ਸਾਡਾ ਕੋਈ ਮਾਲਕ ਨਹੀਂ ਹੋਵੇਗਾ, ਤੇ ਜੇਕਰ ਸਾਡਾ ਕੋਈ ਮਾਲਕ ਹੈ, ਸਾਨੂੰ ਕੋਈ ਤਨਖਾਹ ਦਿੰਦਾ ਹੈ, ਤੇ ਫਿਰ ਅਸੀਂ ਨਿਊਟਰਲੀ ਕੰਮ ਨਹੀਂ ਕਰ ਸਕਾਂਗੇ, ਸਾਨੂੰ ਉਹਦੀਆਂ ਹਦਾਇਤਾਂ ਮੰਨਣੀਆਂ ਪੈਣਗੀਆਂ। ਬਿਲਕੁਲ ਠੀਕ ਹੈ ਜੀ। ਸੋ ਸਮਾਂ ਐਸਾ ਵੀ ਆਇਆ ਕਿ ਬਹੁਤ ਵੱਡਾ ਵਿਵਾਦ ਹੋਇਆ, ਉਸ ਗ੍ਰੰਥ ਦੇ ਵਿੱਚ ਰਲੇਵਾਂ ਪਾਉਣਾ ਚਾਹਿਆ, ਕੁਝ ਇੱਕ ਗੱਲਾਂ ਆਪਣੇ ਵੱਲੋਂ ਵੀ ਪਾਉਣੀਆਂ ਚਾਹੀਆਂ। ਤੇ ਚਲੋ ਮੈਂ ਗੱਲ ਨੇੜੇ ਕਰਾਂ ਕਿ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਉਹ ਸਾਰਾ ਗ੍ਰੰਥ ਤਿਆਰ ਕੀਤਾ, ਤੇ ਤਿਆਰ ਕਰਨ ਤੋਂ ਬਾਅਦ ਉਸ ਗ੍ਰੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਪੇਸ਼ ਕੀਤਾ ਗਿਆ। ਤੇ ਜਥੇਦਾਰ ਸਾਹਿਬ ਉਹਨਾਂ ਨੂੰ ਇਹ ਬੇਨਤੀ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਕੀਤੀ ਕਿ ਜੀ ਮੈਨੂੰ ਜਿੰਨੀ ਕੁ ਸਤ ਬੁੱਧੀ ਸੀ ਜਾਂ ਜਿਹਨੂੰ ਮੇਰੇ ਸਰੋਤ ਜਿੰਨੇ ਮੈਨੂੰ ਮਿਲੇ ਸੀਗੇ, ਉਹਨਾਂ ਦੇ ਮੁਤਾਬਿਕ ਇਹ ਮੈਂ ਸਾਰਾ ਕਾਰਜ ਕੀਤਾ ਹੈ। ਤੇ ਮੈਂ ਪੰਥ ਨੂੰ ਇਹ ਬੇਨਤੀ ਕਰਦਾ ਵੀ ਇਹਨੂੰ ਪੜ੍ਹਿਆ ਤੇ ਵਿਚਾਰਿਆ ਜਾਵੇ, ਜੇਕਰ ਇਹਦੇ ਵਿੱਚ ਕੋਈ ਸੁਧਾਈ ਕਰਨ ਦੀ ਲੋੜ ਹੈ ਤੇ ਇਹਨੂੰ ਸੋਧ ਲਿਆ ਜਾਵੇ, ਤੇ ਜਿੱਥੇ ਕਿਤੇ ਕੋਈ ਗੱਲ ਐਸੀ ਲੱਗੇ ਕਿ ਜਿਹੜੀ ਪੰਥ ਦੀ ਮਰਿਆਦਾ ਦੇ ਉਲਟ ਹੈ, ਉਹਨੂੰ ਤੁਸੀਂ ਇਹਦੇ ਵਿੱਚੋਂ ਕੱਢ ਸਕਦੇ ਹੋ। ਉਸ ਤੋਂ ਬਾਅਦ ਭਾਈ ਬਲਜਿੰਦਰ ਸਿੰਘ ਜੀ ਉਸ ਗ੍ਰੰਥ ਨੂੰ ਵਾਚਿਆ ਗਿਆ, ਪੰਥ ਦੇ ਵਿਦਵਾਨਾਂ ਨੇ ਉਸ ਦੀ ਸੋਧ ਕੀਤੀ। ਤੇ ਸੋਧ ਕਰਨ ਤੋਂ ਬਾਅਦ ਜਿਹੜੀਆਂ ਤਸਵੀਰਾਂ ਜੇਕਰ ਸੰਗਤ ਦੇਖ ਰਹੀ ਹੈ ਸਕਰੀਨ ਤੇ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਜਗ੍ਹਾ ਦੇ ਉੱਪਰ ਜਿੱਥੇ ਕਿਤੇ ਕੋਈ ਗੱਲ ਐਸੀ ਲੱਗੀ ਵੀ ਜਿਹੜੀ ਪੰਥਕ ਜਾਂ ਖਾਲਸਾ ਰਹਿਤ ਮਰਿਆਦਾ ਦੇ ਅਨੁਕੂਲ ਨਹੀਂ, ਉਹਨੂੰ ਬਕਾਇਦਾ ਅੰਡਰਲਾਈਨ ਕਰਕੇ ਥੱਲੇ ਨੋਟ ਦਿੱਤਾ ਗਿਆ ਕਿ ਜੀ ਇਹ ਪੰਕਤੀ ਲਿਖੀ ਗਈ ਹੈ ਜਾਂ ਇਹ ਪ੍ਰਸੰਗ ਲਿਖਿਆ ਗਿਆ ਹੈ ਭਾਈ ਸੰਤੋਖ ਸਿੰਘ ਜੀ ਦੁਆਰਾ, ਪਰ ਪੰਥਕ ਰਹਿਤ ਮਰਿਆਦਾ ਦੇ ਅਨੁਸਾਰ ਜਾਂ ਖਾਲਸਾ ਰਹਿਤ ਮਰਿਆਦਾ ਦੇ ਅਨੁਸਾਰ ਇਹ ਗੱਲ ਢੁਕਵੀਂ ਨਹੀਂ ਲੱਗਦੀ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਟਪਲਾ ਨਾ ਖਾਧਾ ਜਾਵੇ, ਇਹਦਾ ਭੁਲੇਖਾ ਨਾ ਪਾਇਆ ਜਾਵੇ। ਪਹਿਲਾ ਨੰਬਰ। ਇਹ ਤੁਸੀਂ ਇਹ ਵੀ ਸੰਗਤਾਂ ਜੋ ਜ਼ਿਕਰ ਕਰਦੇ ਹੋ ਕਿਹੜੇ ਸੰਨ ਦੇ ਵਿੱਚ ਇਹ ਸੁਧਾਈ ਹੋਈ ਹੈ ਜਦੋਂ ਵਿਦਵਾਨਾਂ ਨੇ ਇਹਨੂੰ ਸੋਧਿਆ? ਜੀ ਮੈਂ ਤੁਹਾਨੂੰ ਪੂਰੀਆਂ ਤਸਵੀਰਾਂ ਭੇਜੀਆਂ ਹੋਈਆਂ ਨੇ, ਉਹਦੇ ਉੱਪਰ ਤੁਹਾਨੂੰ ਸਾਰਾ ਜ਼ਿਕਰ ਮਿਲ ਜਾਏਗਾ। ਓਕੇ ਜੀ, ਧੰਨਵਾਦ ਜੀ। ਤੇ ਉਹਦੇ ਕਾਰਨ ਭਾਈ ਬਲਜਿੰਦਰ ਸਿੰਘ ਜੀ ਇਹੀ ਹੈ ਕਿ ਹੁਣ ਜਿਹੜਾ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਸਵਾਲ ਕੀਤਾ ਸੀ ਜੀ, ਇਹਦੇ ਵਿੱਚ ਬਹੁਤ ਰਲੇਵਾਂ ਹੈ ਤੇ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਸੀ, ਦੇਖੋ ਇੱਕ ਪ੍ਰਚਾਰਕ ਨੂੰ ਇਹ ਸ਼ਬਦ ਸੋਭਾ ਨਹੀਂ ਦਿੰਦੇ।
ਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਗੁਰੂ ਸਾਹਿਬਾਨ ਪ੍ਰਤੀ ਬੜਾ ਕੁਫਰ ਤੋਲਿਆ ਗਿਆ। ਠੀਕ ਹੈ ਜੀ। ਉਹਦੇ ਵਿੱਚੋਂ ਜੇਕਰ ਆਪਾਂ ਗੱਲ ਕਰ ਲਈਏ ਕਿ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਜਦੋਂ ਆਪਾਂ ਕਰਦੇ ਹਾਂ, ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੇ ਉਹ ਪੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਤੁਹਾਨੂੰ ਕਿਤੇ ਨਹੀਂ ਮਿਲਣਗੇ, ਉਹ ਇਤਿਹਾਸ ਵਿੱਚੋਂ ਹੀ ਮਿਲਣਗੇ। ਤੇ ਮੈਂ ਇਸ ਗੱਲ ਨੂੰ ਦੋਵੇਂ ਹੱਥ ਜੋੜ ਕੇ ਖਿਮਾ ਮੰਗ ਕੇ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਕੋਈ ਗੁਰਸਿੱਖ ਮੈਨੂੰ ਇਹ ਗੱਲ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਜ਼ਿਕਰ ਵਿਖਾ ਦੇਵੇ ਕਿ ਗੁਰੂ ਨਨਕਾਣਾ ਸਾਹਿਬ ਕਿੱਥੇ ਹੈ ਜਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਨਨਕਾਣਾ ਸਾਹਿਬ ਦਾ ਆਗਮਨ ਹੋਇਆ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਨਹੀਂ ਮਿਲਣਾ ਆਪਾਂ ਨੂੰ, ਇਹ ਸਿੱਖ ਇਤਿਹਾਸ ਚੋਂ ਮਿਲੇਗਾ। ਸੋ ਇਸ ਕਰਕੇ ਇਤਿਹਾਸ ਜਿਹੜਾ ਗੁਰਬਾਣੀ ਦੇ ਨਾਲ ਨਾਲ ਚੱਲਦਾ ਹੈ। ਜੇ ਅਸੀਂ ਇਹ ਗੱਲ ਕਵਾਂਗੇ ਕਿ ਜੀ ਇਤਿਹਾਸ ਨੂੰ ਵੱਖਰਾ ਕਰ ਦਈਏ ਤੇ ਕੇਵਲ ਗੁਰਬਾਣੀ ਦੀ ਰੋਸ਼ਨੀ 'ਚ ਅਸੀਂ ਗੱਲ ਕਰਨੀ ਹੈ ਤੇ ਅਸੀਂ ਇਤਿਹਾਸ ਨੂੰ ਰੱਦ ਕਰ ਦੇਣਾ, ਉਹ ਚੀਜ਼ ਬਲਜਿੰਦਰ ਸਿੰਘ ਜੀ ਵਾਕਫ ਨਹੀਂ। ਤੇ ਭਾਈ ਰਣਜੀਤ ਸਿੰਘ ਜੀ ਨੇ ਤੁਹਾਡੀ ਇੰਟਰਵਿਊ 'ਚ ਲਫ਼ਜ਼ ਵਰਤੇ ਸੀ ਕਿ ਜਦੋਂ ਮੈਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਤਿਹਾਸ ਨੂੰ ਦੇਖਿਆ ਤੇ ਸਾਰੇ ਦਾ ਸਾਰਾ ਇਤਿਹਾਸ ਹੀ ਮੈਨੂੰ ਰਲੇਵਾਂ ਲੱਗਾ ਤੇ ਮੈਂ ਇਹਨੂੰ ਰੱਦ ਕਰਦਾ। ਤੇ ਇੱਥੋਂ ਤੱਕ ਵੀ ਉਹਨਾਂ ਨੇ ਆਪਣੇ ਦੀਵਾਨਾਂ ਦੇ ਵਿੱਚ ਸਟੇਟਮੈਂਟਾਂ ਦਿੱਤੀਆਂ ਸੀ ਕਿ ਜੀ ਇਹ ਬੰਦੇ ਦਾ ਲਿਖਿਆ ਇਤਿਹਾਸ ਮੈਂ ਨਹੀਂ ਮੰਨਦਾ, ਇਹਨੂੰ ਪਰੇ ਕਰ ਲਓ, ਮੈਂ ਗੁਰੂ ਸਾਹਿਬ ਦੀ ਲਿਖੀ ਗੁਰਬਾਣੀ ਮੰਨਦਾ। ਤੇ ਇਹ ਮੈਂ ਬੇਨਤੀ ਕੀਤੀ ਸੀ ਤੁਹਾਡੀ ਟੀਮ ਨੂੰ ਕਿ ਮੇਰੇ ਕੋਲ ਵੀਡੀਓਜ਼ ਹੈਗੀਆਂ ਨੇ ਉਹਨਾਂ ਦੀਆਂ, ਕਿਉਂਕਿ ਉਹ ਬਾਰ-ਬਾਰ ਇਹ ਗੱਲ ਕਹਿੰਦੇ ਨੇ ਜੀ ਇਹ ਦੱਸੋ ਮੈਂ ਗੱਲ ਕਿੱਥੇ ਗਈ, ਮੈਂ ਸਟੇਟਮੈਂਟ ਕਿੱਥੇ ਦਿੱਤੀ ਜਾਂ ਕਿਹੜੇ ਦੀਵਾਨ 'ਚ ਮੈਂ ਬੋਲਿਆ। ਪਰ ਉਹ ਤੁਹਾਡੇ ਨੌਜਵਾਨ ਵੀਰ ਨੇ ਮੈਨੂੰ ਦੱਸਿਆ ਸੀ, ਕਹਿੰਦੇ ਜੀ ਫਿਰ ਮੀਡੀਆ ਦੀਆਂ ਪਾਬੰਦੀਆਂ ਹੁੰਦੀਆਂ ਨੇ ਵੀ ਜੇ ਅਸੀਂ ਵੀਡੀਓ ਚਲਾਉਂਦੇ ਆ ਤੇ ਫਿਰ ਸ਼ਾਇਦ ਹੋ ਸਕਦਾ ਉਹ ਕਲੇਮ ਕਰਕੇ ਤੇ ਬੰਦ ਕਰਵਾ ਦਿੰਦੇ ਨੇ। ਤੇ ਪਰ ਆਪਣੇ ਕੋਲ ਸਬੂਤ ਭਾਈ ਬਲਜਿੰਦਰ ਸਿੰਘ ਜੀ ਹੈਗੇ ਨੇ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਹੋਈ ਹੈ। ਠੀਕ ਹੈ ਜੀ, ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਤੇ ਆਪਾਂ ਥੋੜਾ ਜਿਹਾ ਇਹ ਤੋਂ ਹੁਣ ਅੱਗੇ ਥੋੜਾ ਵਧੀਏ। ਆਪਾਂ ਇੱਕ ਗੱਲ ਆਉਂਦੀ ਜੀ ਬਾਰ-ਬਾਰ ਹਮੇਸ਼ਾ ਮਰਿਆਦਾ ਦੀ, ਸਾਡੀ ਮਰਿਆਦਾ ਦੇ ਉੱਤੇ ਬੜੇ ਸਵਾਲ ਉੱਠਦੇ ਨੇ। ਇੱਕ ਪਾਸੇ ਸਾਡੀਆਂ ਸਤਿਕਾਰਯੋਗ ਸੰਪਰਦਾਵਾਂ, ਸਾਡੀਆਂ ਜਿਨ੍ਹਾਂ ਦੀਆਂ ਸੰਪਰਦਾਵਾਂ ਦੀ ਜਿਹੜੀ ਆ ਕਿ ਮਰਿਆਦਾ ਆ, ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆ, ਇਹਦੇ ਉੱਤੇ ਹਮੇਸ਼ਾ ਹੀ ਕਿਤੇ ਨਾ ਕਿਤੇ ਕਨਫਲਿਕਟ ਰਿਹਾ ਆ। ਇਹਦੇ ਉੱਤੇ ਤੁਸੀਂ ਕਹਿੰਦੇ ਸੀ ਆਪਾਂ ਖੁੱਲ ਕੇ ਥੋੜੀ ਗੱਲ ਕਰਾਂਗੇ ਸੰਗਤਾਂ ਨਾਲ, ਉਹ ਉਸ ਨੂੰ ਤੁਸੀਂ ਜ਼ਰੂਰ ਰੱਖੋ ਜੀ। ਹਾਂਜੀ ਭਾਈ ਬਲਜਿੰਦਰ ਜੀ, ਇੱਕ ਨੋਟ ਮੈਂ ਹੋਰ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਇਤਿਹਾਸ ਦੇ ਪ੍ਰਥਾਈ, ਕਿਉਂਕਿ ਪਿੱਛੇ ਜਿਹੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਇੱਥੇ ਪਹੁੰਚੇ ਸੀ ਇੰਗਲੈਂਡ, ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ, ਚਲੋ ਮੈਂ ਹੁਣ ਨਾਂ ਨਹੀਂ ਲਵਾਂਗਾ, ਵੈਸੇ ਮੈਨੂੰ ਪਤਾ ਸਾਰੀ ਗੱਲ ਦਾ, ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਪੰਥ ਦੇ ਵਿਦਵਾਨ ਜਦੋਂ ਇਤਿਹਾਸ ਸੁਣਾਉਂਦੇ ਨੇ ਤੇ ਕੁਝ ਇੱਕ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਸਕਿਪ ਕਰ ਜਾਂਦੇ ਨੇ। ਤੇ ਇਸ ਮੁੱਦੇ ਨੂੰ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਚੱਕਿਆ ਸੀ ਵੀ ਜੇ ਮੈਂ ਇਹ ਗੱਲ ਕਹੀ ਸੀ ਤੇ ਮੇਰੇ ਤੇ ਰੋਸ ਕਰਦੇ ਨੇ, ਦੇਖੋ ਜਥੇਦਾਰ ਸਾਹਿਬ ਵੀ ਮੰਨਦੇ ਹਨ ਵੀ ਇਹਦੇ ਵਿੱਚ ਗਲਤ ਲਿਖਿਆ ਹੋਇਆ। ਤੇ ਉਹਦੇ ਵਿੱਚ ਭਾਈ ਬਲਜਿੰਦਰ ਸਿੰਘ ਜੀ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਭਾਈ ਰਣਜੀਤ ਸਿੰਘ ਜੀ ਜ਼ਰੂਰ ਸੰਗਤ ਦੇ ਨਾਲ ਸਾਂਝੇ ਕਰਦੇ ਨੇ ਵੀ ਦਮਦਮੀ ਟਕਸਾਲ ਦੇ ਪੜ੍ਹੇ ਹੋਏ ਵਿਦਿਆਰਥੀ ਜਾਂ ਕਿਸੇ ਵੀ ਜਥੇ ਦੇ, ਕਿਸੇ ਵੀ ਸੰਪਰਦਾ ਦੇ, ਭਾਵੇਂ ਅਖੰਡ ਕੀਰਤਨੀ ਜਥੇ ਦੀ ਗੱਲ ਕਹਿ ਲਓ, ਭਾਵੇਂ ਨਾਨਕਸਰ ਦੀ ਗੱਲ ਕਰ ਲਓ, ਭਾਵੇਂ ਰਾੜਾ ਸਾਹਿਬ ਦੀ ਗੱਲ ਕਰ ਲਓ, ਜਿੱਥੋਂ ਦੇ ਉਹ ਆਪ ਵੀ ਪੜ੍ਹੇ ਹੋਏ ਦੱਸਦੇ ਨੇ, ਅੱਜ ਤੱਕ ਕਿਸੇ ਵੀ ਪ੍ਰਚਾਰਕ ਨੇ ਸਟੇਜ ਤੇ ਬੈਠ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੀਮ ਖਾਧੀ ਹੈ ਜਾਂ ਛਕਾਈ ਸਿੰਘਾਂ ਨੂੰ, ਜਿਹੜੀ ਗੱਲ ਦਾ ਉਹਨਾਂ ਨੇ ਤੁਹਾਡੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ। ਤੇ ਗੁਰੂ ਸਾਹਿਬ ਜੀ ਫੀਮ ਛਕਦੇ ਸੀ ਜਾਂ ਛਕਾਉਂਦੇ ਸੀ, ਮਾਤਾ ਭਾਗ ਕੌਰ ਜੀ ਦੇ ਜੀਵਨ ਦੇ ਬਾਰੇ ਗੱਲ ਸੀ, ਤੇ ਹੋਰ ਵੀ ਉਹਨਾਂ ਨੇ 2-3 ਗੱਲਾਂ ਕੀਤੀਆਂ ਸੀ। ਉਹਦਾ ਮੈਂ ਮੁੱਖ ਕਾਰਨ ਤੁਹਾਨੂੰ ਇਹ ਦੱਸਦਾ ਕਿ ਜਦੋਂ ਟਕਸਾਲਾਂ ਦੇ ਵਿੱਚ ਵਿਦਿਆਲਿਆਂ ਦੇ ਵਿੱਚ ਪੜ੍ਹਾਇਆ ਜਾਂਦਾ, ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰਾਈ ਜਾਂਦੀ ਹੈ ਤੇ ਉਹਦੇ ਉੱਪਰ ਵਿਦਿਆਰਥੀਆਂ ਨੂੰ ਖਾਸ ਤੌਰ ਦੇ ਉੱਪਰ ਉਹ ਜਿਹੜੇ ਨੋਟ ਦਿੱਤੇ ਹੋਏ ਨੇ ਉਹ ਸੁਚੇਤ ਕੀਤਾ ਜਾਂਦਾ ਹੈ ਵੀ ਇਹ ਗੱਲ ਪੰਥ ਦੇ ਅਨੁਕੂਲ ਨਹੀਂ, ਇਸ ਕਰਕੇ ਤੁਸੀਂ ਇਸ ਨੂੰ ਪ੍ਰਚਾਰ ਨਹੀਂ ਸਕਦੇ। ਕਿ ਜੇਕਰ ਇਹ ਗੱਲ ਕਿਤੇ ਲਿਖੀ ਵੀ ਆ ਗਈ ਪਰ ਇਹ ਗੁਰੂ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਗੱਲ ਜਾਪਦੀ ਹੈ, ਇਸ ਕਰਕੇ ਤੁਸੀਂ ਇਸ ਨੂੰ ਸੰਗਤ ਦੇ ਵਿੱਚ ਕਥਾ ਪ੍ਰਚਾਰ ਨਹੀਂ ਕਰਨਾ। ਸੋ ਸਿਆਣੇ ਪ੍ਰਚਾਰਕ ਉਸ ਗੱਲ ਨੂੰ ਮੁੱਦਾ ਬਣਾ ਕੇ ਪੰਥ ਦੇ ਵਿੱਚ ਜ਼ਹਿਰ ਬੀਜਣ ਦੀ ਜਗ੍ਹਾ ਤੇ ਉਸ ਗੱਲ ਨੂੰ ਸਕਿਪ ਕਰ ਜਾਂਦੇ ਨੇ ਵੀ ਭਾਈ ਸਾਨੂੰ ਇਹ ਹਦਾਇਤ ਹੈ, ਅਸੀਂ ਪੰਥ ਦੇ ਵਿੱਚ ਵਿਗਾੜ ਨਹੀਂ ਪਾਉਣਾ। ਤੇ ਕਿਸੇ ਵੀ ਵਿਦਵਾਨ ਦੀ ਕਥਾ ਦੇ ਵਿੱਚੋਂ ਜੇਕਰ ਤੁਸੀਂ ਇਹ ਪ੍ਰਮਾਣਿਤ ਕਰਦੇ ਹੋ ਵੀ ਉਹਨਾਂ ਨੇ ਕਥਾ ਕੀਤੀ ਵੀ ਮਹਾਰਾਜ ਛਕਦੇ ਸੀ ਤੇ ਤੁਸੀਂ ਵੀ ਛਕੋ, ਜਾਂ ਗੁਰੂ ਸਾਹਿਬ ਜੀ ਦੇ ਨਾਲ ਇਹ ਗੱਲ ਇਦਾਂ ਸੀ ਤੇ ਸੰਗਤ ਵੀ ਇਦਾਂ ਕਰੇ, ਤੇ ਦਾਸ ਉਹਦਾ ਦੇਣਦਾਰ ਹੋਵੇਗਾ, ਜਾਂ ਭਾਈ ਰਣਜੀਤ ਸਿੰਘ ਜੀ ਇਹਦਾ ਸਬੂਤ ਦੇ ਦੇਣ ਵੀ ਕਿੱਥੇ ਕੀਤੀ ਹੈ। ਕੇਵਲ ਤੇ ਕੇਵਲ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਉਹ ਪੁਆਇੰਟ ਚੁੱਕ ਕੇ ਜਾਣਬੁੱਝ ਕੇ ਸੰਗਤ 'ਚ ਖਿਲਾਰੇ ਨੇ। ਤੇ ਉਹਦਾ ਇੱਕ ਕਾਰਨ ਹੋਰ ਹੈ ਭਾਈ ਬਲਜਿੰਦਰ ਸਿੰਘ ਜੀ, ਜੇਕਰ ਤੁਸੀਂ ਖੁਦ ਵੀ ਪੜ੍ਹੇ ਲਿਖੇ ਨੌਜਵਾਨ ਹੋ, ਜਿਹੜੀ ਗੁਰਮਤਿ ਦੀ ਵਿਦਿਆ ਹੁੰਦੀ ਹੈ ਤੇ ਜਿਹੜਾ ਆਪਣਾ ਪੰਜਾਬੀ ਦੀ ਵਿਦਿਆ ਵੀ ਹੈ, ਉਹਦੇ ਵਿੱਚ ਇੱਕ ਦਾਇਰਾ ਹੁੰਦਾ ਕਿ ਜੇਕਰ ਕੋਈ ਵਿਦਵਾਨ ਆਪਣੀ ਥੀਸਿਸ ਲੈ ਕੇ ਆਉਂਦਾ ਤੇ ਉਸ ਵਿਦਵਾਨ ਦਾ ਉਹਦੇ ਉੱਪਰ ਪੂਰਾ ਹੱਕ ਹੁੰਦਾ ਵੀ ਉਹਨੇ ਜੋ ਵੀ ਲਿਖਿਆ, ਜੋ ਵੀ ਵਿਚਾਰਿਆ,
ਤੇ ਸਾਹਮਣੇ ਵਾਲੇ ਵਿਦਵਾਨ ਉਹਦੀ ਚਰਚਾ ਕਰਕੇ, ਉਹਦੀ ਪੜਚੋਲ ਕਰਕੇ, ਉਹਦੀ ਥੀਸਿਸ ਨੂੰ ਜਿਉਂ ਦਾ ਤਿਉਂ ਰਹਿਣ ਦਿੰਦੇ ਨੇ, ਪਰ ਥੱਲੇ ਨੋਟ ਦੇ ਦਿੰਦੇ ਨੇ ਵੀ ਆਹ ਗੱਲ ਤੁਸੀਂ ਲਿਖੀ ਹੈ ਪਰ ਇਹਦੇ ਨਾਲ ਸਾਡੀ ਸਹਿਮਤੀ ਨਹੀਂ। ਉਸ ਗੱਲ ਨੂੰ ਕੱਟਿਆ ਨਹੀਂ ਜਾਂਦਾ ਜਾਂ ਉਹਨੂੰ ਵਿੱਚੋਂ ਮਿਟਾਇਆ ਨਹੀਂ ਜਾਂਦਾ ਵੀ ਅਸੀਂ ਆਹ ਤੇਰੀਆਂ ਲਾਈਨਾਂ ਢਾਹ ਦੇਣੀਆਂ ਨੇ, ਤੂੰ ਇਹ ਲਿਖ ਨਹੀਂ ਸਕਦਾ। ਉਹਦਾ ਕਾਰਨ ਇਹ ਹੁੰਦਾ ਵੀ ਕੱਲ ਨੂੰ ਕੋਈ ਵੀ ਨੌਜਵਾਨ ਜਾਂ ਕੋਈ ਵੀ ਲੰਬਾ ਸਮਾਂ ਪਾ ਕਰਕੇ ਜੇਕਰ ਪੜ੍ਹੇਗਾ ਤੇ ਉਹਨੂੰ ਪਤਾ ਲੱਗ ਜਾਏਗਾ ਵੀ ਉਹ ਜਿਹੜੀ ਅਸਲੀ ਲਿਖਤ ਸੀ ਉਹ ਜਿਉਂ ਦੀ ਤਿਉਂ ਹੈ, ਪਰ ਜੇਕਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਸੀ ਤੇ ਉਹਨੂੰ ਉਸੇ ਵਕਤ ਹੱਲ ਕਰ ਲਿਆ ਗਿਆ ਸੀ, ਉਹਦੇ ਵਾਸਤੇ ਸਪੈਸ਼ਲ ਥੱਲੇ ਨੋਟ ਦੇ ਦਿੱਤਾ ਗਿਆ ਸੀ, ਉਸ ਨੂੰ ਕੱਟਿਆ ਨਹੀਂ ਸੀ ਗਿਆ। ਕਿਉਂਕਿ ਉਸ ਤੋਂ ਬਾਅਦ ਬਲਜਿੰਦਰ ਸਿੰਘ ਜੀ ਕੱਲ ਨੂੰ ਉਹ ਲੇਖਕ ਇਹ ਦਾਅਵਾ ਕਰ ਸਕਦਾ ਜੀ ਮੈਂ ਜੋ ਦਿੱਤਾ ਸੀ ਇਹਨਾਂ ਨੇ ਪੂਰਾ ਪ੍ਰਕਾਸ਼ਿਤ ਨਹੀਂ ਕੀਤਾ। ਇਸ ਕਰਕੇ ਉਸ ਚੀਜ਼ ਨੂੰ ਵਿੱਚੋਂ ਨਹੀਂ ਕੱਢਿਆ ਜਾਂਦਾ, ਪਰ ਉਹਦੇ ਉੱਪਰ ਨੋਟ ਦੇ ਦਿੱਤੇ ਜਾਂਦੇ ਨੇ। ਤੇ ਇਹ ਮਸਲੇ ਮੇਰਾ ਖਿਆਲ ਹੈ ਕਿ ਭਾਈ ਰਣਜੀਤ ਸਿੰਘ ਜੀ, ਮੈਂ ਵੀ ਕਹਾਂ ਤੇ ਮੇਰੇ ਪਿਤਾ ਜੀ ਦੇ ਵੀ ਜੰਮਣ ਤੋਂ ਪਹਿਲਾਂ ਪੰਥ ਦੇ ਵਿੱਚ ਪੇਸ਼ ਹੋ ਚੁੱਕੇ ਨੇ ਤੇ ਜਿਨ੍ਹਾਂ ਮਸਲਿਆਂ ਦਾ ਹੱਲ ਕੌਮ ਨੇ ਕੱਢ ਦਿੱਤਾ ਹੈ। ਤੇ ਅਕਾਲ ਤਖਤ ਸਾਹਿਬ ਜੀ ਤੋਂ ਇਹ ਗੱਲ ਜਾਰੀ ਕੀਤੀ ਜਾ ਚੁੱਕੀ ਹੈ ਕਿ ਭਾਈ ਜਿਹੜੀਆਂ ਇਹੋ ਜਿਹੀਆਂ ਵਿਵਾਦਿਤ ਗੱਲਾਂ ਲੱਗਦੀਆਂ ਨੇ ਇਤਿਹਾਸ ਦੇ ਵਿੱਚ, ਕਿਰਪਾ ਕਰਕੇ ਕੋਈ ਵੀ ਪ੍ਰਚਾਰਕ ਸੰਗਤ ਦੇ ਵਿੱਚ ਇਹਨਾਂ ਗੱਲਾਂ ਦਾ ਰੌਲਾ ਨਾ ਪਾਵੇ, ਇਹਨਾਂ ਗੱਲਾਂ ਨੂੰ ਲਾਂਭੇ ਛੱਡ ਕੇ ਬਾਕੀ ਦਾ ਸਾਰਾ ਇਤਿਹਾਸ ਤੁਸੀਂ ਸੁਣਾ ਦਿਓ। ਤੇ ਇਹੀ ਭਾਈ ਬਲਜਿੰਦਰ ਸਿੰਘ ਜੀ ਮੈਂ ਬੇਨਤੀ ਕਰਨੀ ਸੀ ਤੇ ਭਾਈ ਰਣਜੀਤ ਸਿੰਘ ਹੁਣਾਂ ਨੇ ਉਹੀ ਪੁਆਇੰਟ ਚੁੱਕ ਕੇ ਪੰਥਕ ਵਿਦਵਾਨਾਂ ਨਾਲ ਤੁਸੀਂ ਸਵਾਲ ਵੀ ਕੀਤਾ ਸੀ ਵੀ ਨਿੱਜੀ ਰੂਪ 'ਚ ਕੋਈ ਉਹਨਾਂ ਨੇ ਰਾਏ ਕੀਤੀ, ਉਹ ਵੀ ਉਸ ਗੱਲ ਨੂੰ ਗੋਲ ਕਰ ਗਏ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪ੍ਰਚਾਰਕ ਹੋਣ ਦੇ ਨਾਤੇ ਵੀ ਭਾਵੇਂ ਜਿਹੋ ਜੀ ਮਰਜ਼ੀ ਧਿਰ ਹੈ ਜਾਂ ਜਿਹੋ ਜਿਹੇ ਮਰਜ਼ੀ ਜਥੇਦਾਰ ਨੇ, ਤੁਸੀਂ ਕੋਈ ਲਿਖਤੀ ਪੱਤਰ ਲਿਖ ਦਿੰਦੇ, ਕੋਈ ਉਹਨਾਂ ਦੀ ਵਿਦਵਾਨਾਂ ਦੀ ਕਮੇਟੀ ਨੂੰ ਪੁੱਛ ਲੈਂਦੇ। ਭਾਈ ਬਗੇਲ ਸਿੰਘ ਜੀ, ਮੈਂ ਬੇਨਤੀ ਕਰਨਾ ਚਾਹੁੰਦਾ, ਦੇਖੋ ਜਿੰਨੀ ਕੁ ਸਾਨੂੰ ਪਰਮਾਤਮਾ ਨੇ ਸਮੱਤ ਬਖਸ਼ੀ, ਮੈਂ ਆਪਣੇ ਸਵਾਲ ਜਿਹੜੇ ਕਿ ਜਿੰਨੀਆਂ ਉਹਨਾਂ ਦੀਆਂ ਅਸੀਂ ਸੁਣਦੇ ਹਾਂ ਦੀਵਾਨ, ਅਸੀਂ ਸਿਰਫ ਦੇਖੋ ਜੋ ਕੁਝ ਚੱਲਦਾ ਪਿਆ, ਬਹੁਤ ਲੋਕਾਂ ਨੇ ਇੰਟਰਵਿਊ ਕੀਤੀ, ਮੁੜ ਕੇ ਉਹੀ ਗੱਲਾਂ, ਜਿਹੜੀ ਗੱਲ ਕਰਨ ਵਾਲੀ ਬਣਦੀ ਹੈ ਇੱਕ ਸਿੱਖ ਦੀ, ਅਸੀਂ ਇੱਕ ਸਿੰਪਲ ਤੌਰ ਤੇ ਤੁਹਾਡੇ ਸਾਹਮਣੇ ਤੁਸੀਂ ਇੰਟਰਵਿਊ ਸੁਣੀ ਹੈ, ਇਹੀ ਪੁੱਛਿਆ ਨਾ ਕਿ ਵੀ ਤੁਸੀਂ ਆਪਣੇ ਸਰੋਤ ਦੱਸੋ, ਤੁਸੀਂ ਕਿੱਥੋਂ ਜਿਹੜੀ ਧਾਰਨਾ ਦਿੰਦੇ ਹੋ, ਸਰੋਤ ਦੱਸ ਦਿਓ, ਲੋਕੀ ਉਹ ਪੜ੍ਹਨ ਤੇ ਦੇਖ ਲੈਣ। ਜੀ ਬਿਲਕੁਲ, ਉਹ ਇਸ ਗੱਲ ਤੋਂ ਮੁਨਕਰ ਹੋਏ ਜੀ। ਤੇ ਮੈਂ ਗੱਲ ਨੂੰ ਲਾਗੇ ਕਰਾਂ ਬਲਜਿੰਦਰ ਸਿੰਘ ਜੀ, ਤੇ ਫਿਰ ਇਹਨਾਂ ਨੇ ਆਪਣੇ ਵੱਲੋਂ ਨਿੱਜੀ ਰੂਪ ਦੇ ਵਿੱਚ ਕੋਈ ਵੀ ਕਿਸੇ ਸੰਸਥਾ ਦੇ ਨਾਲ, ਕਿਸੇ ਵਿਦਵਾਨ ਦੇ ਨਾਲ ਜਾਂ ਜਥੇਦਾਰ ਸਾਹਿਬ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਇਹਨਾਂ ਨੇ ਗੱਲ ਨਹੀਂ ਕੀਤੀ। ਜੇਕਰ ਕੀਤੀ ਹੈ ਤੇ ਕੋਈ ਲਿਖਤੀ ਚਿੱਠੀ, ਕੋਈ ਈਮੇਲ ਜਾਂ ਕੋਈ ਸੁਨੇਹਾ ਦੇ ਦੇਣ ਸੰਗਤ ਨੂੰ ਵੀ ਮੈਂ ਇਹਨਾਂ ਨੂੰ ਪੁੱਛਿਆ ਸੀ ਤੇ ਇਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ। ਇਹਨਾਂ ਨੇ ਕੇਵਲ ਤੇ ਕੇਵਲ ਉਹ ਪੰਕਤੀਆਂ ਚੁੱਕੀਆਂ ਤੇ ਸੰਗਤ ਦੇ ਵਿੱਚ ਬਹਿ ਕੇ ਆਪਣੇ ਦੀਵਾਨਾਂ ਦੇ ਵਿੱਚ ਉਹਦਾ ਰੌਲਾ ਪਾ ਦਿੱਤਾ, ਦੇਖੋ ਜੀ ਮੈਂ ਇਹ ਲੱਭ ਲਈਆਂ, ਤੇ ਬਾਕੀ ਸਾਰੇ ਚੁੱਪ ਕਰਕੇ ਸਕਿਪ ਕਰ ਜਾਂਦੇ, ਉਹ ਸੁਣਾਉਂਦੇ ਨਹੀਂ, ਪਰ ਮੈਂ ਸੁਣਾ ਦਿੱਤੀਆਂ। ਤੇ ਫਿਰ ਇੱਥੋਂ ਭਾਈ ਬਲਜਿੰਦਰ ਸਿੰਘ ਜੀ ਇਹ ਗੱਲ ਸਾਬਤ ਹੋ ਜਾਂਦੀ ਨਾ ਵੀ ਬਾਕੀ ਪੰਥ ਦੇ ਵਿੱਚ ਵਿਵਾਦ ਨਹੀਂ ਸੀ ਪਾਉਣਾ ਚਾਹੁੰਦੇ, ਇਸੇ ਕਰਕੇ ਜੇ ਉਹਨਾਂ ਨੂੰ ਸਾਹਮਣੇ ਨਜ਼ਰ ਵੀ ਆਈ ਤੇ ਉਹਨਾਂ ਨੇ ਪੜ੍ਹੀ ਨਹੀਂ ਜਾਂ ਸੰਗਤ ਦੇ ਵਿੱਚ ਉਹ ਗੱਲ ਵਿਚਾਰੀ ਨਹੀਂ ਵੀ ਭਾਈ ਇਹ ਗੱਲ ਵਿਵਾਦ ਵਾਲੀ ਹੈ, ਪੰਥ 'ਚ ਰੌਲਾ ਪੈਣਾ। ਬਿਲਕੁਲ ਜੀ, ਇਹਨਾਂ ਨੇ ਉਹ ਗੱਲ ਅੱਗੇ ਰੱਖ ਕੇ ਜਾਣ ਬੁੱਝ ਕੇ ਉਹਦਾ ਰੌਲਾ ਕ੍ਰੀਏਟ ਕੀਤਾ। ਠੀਕ ਹੈ ਜੀ। ਜੀ ਅੱਗੇ ਆਪਾਂ ਅੱਗੇ ਚੱਲਦੇ ਹਾਂ ਜੀ। ਜਿਹੜੀ ਆਪਣਾ ਇਹ ਧਾਰਮਿਕ ਗ੍ਰੰਥਾਂ ਦੀ ਸਰੋਤ ਨੂੰ ਜਿਹੜਾ ਤੁਸੀਂ ਅੱਜ ਕਲੀਅਰ ਕੀਤਾ ਜੀ, ਮੈਨੂੰ ਲੱਗਦਾ ਕਿ ਜਿੰਨੇ ਸੁਣਨ ਵਾਲੇ ਸਰੋਤੇ ਨੇ ਇਸ ਗੱਲ ਤੇ ਐਗਰੀ ਹੋਣਗੇ ਕਿ ਜਦੋਂ ਅਸੀਂ ਵੈਸੇ ਵੀ ਯੂਨੀਵਰਸਿਟੀ ਕਾਲਜਾਂ ਵਿੱਚ ਜਾਂਦੇ ਹਾਂ, ਉੱਥੇ ਥੀਸਿਸ ਪੜ੍ਹਦੇ ਹਾਂ, ਇਹ ਆਮ ਚੀਜ਼ ਦੇਖਣ ਨੂੰ ਮਿਲਦੀ ਹੈ, ਥੱਲੇ ਰੈਫਰੈਂਸ ਲਿਖੇ ਹੁੰਦੇ ਨੇ, ਨਾਲ ਨੋਟ ਬਣਾਏ ਹੁੰਦੇ ਨੇ, ਇਹ ਚੀਜ਼ ਕਿੱਥੋਂ ਲਈ ਹੈ, ਕਿੱਥੋਂ ਆਈ ਹੈ, ਕਿੱਥੋਂ ਜਿਹੜੀ ਕਿਤੇ ਮਾਰਕ ਕੀਤੀ ਹੋਈ ਹੈ। ਆਮ ਜਿਹੜੇ ਲੋਕ, ਜਿਹੜੇ ਬੱਚਿਆਂ ਨੇ PhD ਕੀਤੀਆਂ ਨੇ, UGC ਕਲੀਅਰ ਕੀਤੇ ਹੋਏ ਨੇ, ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਲੱਗਦਾ ਸਮਝ ਗਏ ਹੋਣਗੇ ਕਿ ਕੋਈ ਵੀ ਜਿਹੜੇ ਸਰੋਤ ਹੈ, ਚਾਹੇ ਉਹ ਧਾਰਮਿਕ ਹੈ, ਚਾਹੇ ਰਾਜਨੀਤਿਕ ਹੈ, ਕੋਈ ਵੀ ਸਰੋਤ ਹੈ, ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਿ ਪੁਆਇੰਟ, ਨੋਟ, ਵਿਸ਼ਲੇਸ਼ਣ ਆਮ ਇਹ ਮਿਲ ਜਾਂਦੇ ਨੇ ਤੇ ਇਹ ਇੱਕ ਸਿਧਾਂਤਕ ਰੂਪ ਦੇ ਉੱਤੇ ਹੁੰਦੇ ਵੀ ਨੇ। ਸੋ ਆਪਾਂ ਅੱਗੇ ਵਧਦੇ ਹਾਂ। ਅਗਲੀ ਗੱਲ ਆਪਣੀ ਹੈ ਜੀ, ਜਿਹੜਾ ਆਪਾਂ ਗੱਲ ਕਰਦੇ ਸੀ ਮਰਿਆਦਾ ਦੀ। ਜੀ, ਤੇ ਭਾਈ ਬਲਜਿੰਦਰ ਸਿੰਘ ਜੀ, ਮੈਂ ਮਰਿਆਦਾ ਦੇ ਉੱਪਰ ਆਪ ਜੀ ਨਾਲ ਗੱਲ ਸਾਂਝੀ ਕਰਾਂ ਤੇ ਇੱਕ ਲਾਸਟ ਪੁਆਇੰਟ ਮੈਂ ਰੱਖਦੇ ਆ, ਬਹੁਤਾ ਲੰਬਾ ਸਮਾਂ ਨਹੀਂ ਲੈਣਾ, ਕਿ ਜੀ ਧਾਰਮਿਕ ਗ੍ਰੰਥਾਂ ਨੂੰ ਰੁਮਾਲਿਆਂ ਦੇ ਵਿੱਚ ਲਪੇਟ ਕਰਕੇ ਤੇ ਇਹ ਰੱਖਦੇ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ। ਬਿਲਕੁਲ, ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਨੇ ਤੇ ਇਹ ਤੇ ਜੀ ਇਹਨਾਂ ਗ੍ਰੰਥਾਂ 'ਚ ਇੰਨਾ ਗਲਤ ਲਿਖਿਆ ਹੋਇਆ ਤੇ ਉਹਦਾ ਸਤਿਕਾਰ ਕਰਦੇ ਨੇ। ਹੁਣ ਭਾਈ ਬਲਜਿੰਦਰ ਸਿੰਘ ਜੀ ਤੁਸੀਂ ਦੱਸੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਕਿਸੇ ਵੀ ਧਾਰਮਿਕ ਪੁਸਤਕ ਦਾ ਪ੍ਰਕਾਸ਼ ਕਰਕੇ ਕਥਾ ਨਹੀਂ ਕੀਤੀ ਜਾਂਦੀ। ਕਥਾ ਹਮੇਸ਼ਾ ਸਟੇਜ ਤੇ ਕੀਤੀ ਜਾਂਦੀ ਹੈ ਤੇ ਸਟੇਜ ਦੇ ਉੱਪਰ ਇੱਕ ਛੋਟੀ ਮੰਜੀ ਸਾਹਿਬ ਬਣਾਈ ਹੁੰਦੀ ਹੈ, ਜਿਹਦੇ ਉੱਪਰ ਉਹ ਕੋਈ ਵੀ ਧਾਰਮਿਕ ਪੁਸਤਕ ਜਾਂ ਗ੍ਰੰਥ ਰੱਖ ਲਿਆ ਜਾਂਦਾ। ਬਿਲਕੁਲ। ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਰੁਮਾਲੇ ਮਹਾਰਾਜ ਜੀ ਦੇ ਅੰਗ ਲੱਗੇ ਹੋਏ ਹੁੰਦੇ ਨੇ, ਜਿਹੜੇ ਲਾ ਕੇ ਆਪਾਂ ਉਤਾਰ ਕੇ ਰੱਖ ਲਈਦੇ ਨੇ, ਉਹੀ ਰੁਮਾਲਾ ਸਾਹਿਬ ਉੱਥੇ ਵਿਛਾ ਲਿਆ ਜਾਂਦਾ ਵੀ ਇਹ ਵੀ ਇੱਕ ਧਾਰਮਿਕ ਪੁਸਤਕ ਹੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਲਿਖਿਆ ਹੋਇਆ। ਨਾ ਤੇ ਉਹਦੇ ਉੱਪਰ ਚੌਰ ਕੀਤੀ ਜਾਂਦੀ ਹੈ, ਨਾ ਉਹਨਾਂ ਦੇ ਉੱਪਰ ਚੰਦੋਇਆ ਲਾਇਆ ਜਾਂਦਾ, ਤੇ ਨਾ ਹੀ ਕੋਈ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਉਹਦੇ ਅੱਗੇ ਮੱਥਾ ਟੇਕਦਾ।
ਤੇ ਕੇਵਲ ਇੱਕ ਸਧਾਰਨ ਪ੍ਰਕਿਰਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸਟੇਜ ਤੇ ਬਹਿ ਕੇ ਤੇ ਉਹੀ ਮਹਾਰਾਜ ਜੀ ਦੇ ਰਮਾਲੇ ਵਰਤ ਲਏ ਜਾਂਦੇ ਨੇ ਤੇ ਧਾਰਮਿਕ ਗ੍ਰੰਥ ਰੱਖ ਲਏ ਜਾਂਦੇ ਨੇ। ਹੁਣ ਤੁਸੀਂ ਦੱਸੋ ਵੀ ਬੜੀ ਹਾਸੋਹੀਣੀ ਗੱਲ ਹੈ, ਤੇ ਹੁਣ ਕੀ ਆਪਾਂ ਉਹਨਾਂ ਨੂੰ ਫਰਸ਼ ਤੇ ਫਲੋਰ ਤੇ ਰੱਖ ਕੇ ਕਥਾ ਕਰਾਂਗੇ ਜਾਂ ਅਸੀਂ ਕਿੱਥੇ ਲੈ ਜਾਾਂਗੇ ਉਹਨਾਂ ਨੂੰ? ਅਕਸਰ ਜਿਹਦੇ ਤੋਂ ਤੁਸੀਂ ਪੜ੍ਹ ਰਹੇ ਹੋ ਜਾਂ ਜਿਹੜਾ ਧਾਰਮਿਕ ਗ੍ਰੰਥ ਕੋਈ ਵੀ ਕਹਿ ਲਓ ਤੁਹਾਨੂੰ ਗਿਆਨ ਦੇ ਰਿਹਾ, ਤੇ ਤੁਸੀਂ ਥੋੜਾ ਤੇ ਉਹਦਾ ਆਦਰ ਸਤਿਕਾਰ ਕਰੋਗੇ ਨਾ। ਜਾਂ ਆਪਾਂ ਉਹਨੂੰ ਕਹੀਏ ਵੀ ਅਸੀਂ ਭਾਈ ਥੱਲੇ ਕੁਝ ਨਹੀਂ ਰੱਖਣਾ ਤੇ ਇਹਨੂੰ ਫਲੋਰ ਤੇ ਰੱਖ ਦਈਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਹੀ ਪ੍ਰਕਾਸ਼ ਥੋੜੋ ਕਰ ਦੇਣ ਲੱਗੇ ਉਹਨਾਂ ਗੱਲਾਂ ਦਾ। ਸੋ ਇਹ ਚੀਜ਼ਾਂ ਦਾ ਭਾਈ ਸਾਹਿਬ ਨੂੰ ਧਿਆਨ ਰੱਖਣਾ ਚਾਹੀਦਾ। ਇਹ ਮੁੱਦੇ ਹੈ ਨਹੀਂਗੇ, ਇਹਨਾਂ ਨੂੰ ਬਿਲਕੁਲ ਬਣਾਇਆ ਜਾਂਦਾ ਤੇ ਆਪਾਂ ਮਰਿਆਦਾ ਤੇ ਆਈਏ। ਬਿਲਕੁਲ ਜੀ। ਜਿਹੜੀ ਗੱਲ ਮਰਿਆਦਾ ਦੀ ਤੁਸੀਂ ਕੀਤੀ ਤੇ ਭਾਈ ਰਣਜੀਤ ਸਿੰਘ ਹੁਣਾਂ ਨੇ ਇਹ ਗੱਲ ਕੀਤੀ ਜੀ, ਮੈਂ ਪਿਛਲੇ 4-5 ਸਾਲ ਤੋਂ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੇ ਪਹਿਰਾ ਦੇ ਰਿਹਾ। ਤੇ ਜਦੋਂ ਤੋਂ ਮੈਂ ਪਹਿਰਾ ਦੇਣਾ ਸ਼ੁਰੂ ਕੀਤਾ ਤੇ ਇਹਨਾਂ ਬਾਬਿਆਂ ਨੇ, ਇਹਨਾਂ ਡੇਰੇਦਾਰਾਂ ਨੇ ਇਹ ਮੇਰੇ ਖਿਲਾਫ ਹੋ ਗਏ ਨੇ। ਤੇ ਭਾਈ ਰਣਜੀਤ ਸਿੰਘ ਜੀ ਨੂੰ ਤੁਸੀਂ ਇੱਕ ਸਵਾਲ ਹੋਰ ਵੀ ਪੁੱਛਿਆ ਸੀ ਵੀ ਜੇਕਰ ਤੁਸੀਂ ਪ੍ਰਚਾਰ ਬਦਲਿਆ, ਜਿਹੜੇ ਲਫ਼ਜ਼ ਤੁਸੀਂ ਵਰਤੇ ਸੀਗੇ ਵੀ ਤੁਸੀਂ ਆਪਣੇ ਪ੍ਰਚਾਰ ਦੇ ਵਿੱਚ ਨਵੇਕਲਾਪਣ ਲਿਆਂਦਾ ਤੇ ਉਹਦੇ ਨਾਲ ਸੰਗਤ ਨੇ ਐਕਸੈਪਟ ਕੀਤਾ ਜਾਂ ਨਹੀਂ ਕੀਤਾ, ਤੇ ਉਹਨਾਂ ਦਾ ਜਵਾਬ ਸੀਗਾ ਵੀ ਸੰਗਤ ਨੇ ਐਕਸੈਪਟ ਕਰ ਲਿਆ, ਸੰਗਤ ਕਦੇ ਵੀ ਮਨਾ ਨਹੀਂ ਕਰਦੀ, ਇਹ ਕੁਝ ਕੁ ਬੰਦੇ ਨੇ ਜਿਹੜੇ ਵਿਰੋਧ ਕਰਦੇ ਨੇ। ਤੇ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਪਹਿਲੀ ਵਾਰ ਇਹ ਗੱਲ ਸਾਂਝੀ ਕਰਨ ਲੱਗਾ ਭਾਈ ਬਲਜਿੰਦਰ ਸਿੰਘ ਜੀ। ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਨੂੰ ਮੈਂ ਵੀ ਸੁਣਦਾ ਰਿਹਾ, ਉਹਨਾਂ ਦਾ ਪ੍ਰਚਾਰ ਵੀ ਸੁਣਿਆ, ਤੇ ਖਾਸ ਤੌਰ ਦੇ ਉੱਪਰ ਜਦੋਂ ਮੈਂ ਅੰਮ੍ਰਿਤਧਾਰੀ ਹੋਇਆ ਸੀ ਤੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇ ਦੀਵਾਨ ਸਜੇ ਸਨ, ਅੰਮ੍ਰਿਤ ਸੰਚਾਰ ਹੋਇਆ ਸੀ ਤੇ ਮੈਂ ਵੀ ਉੱਥੇ ਸ਼ਾਮਲ ਸੀਗਾ, ਉਸੇ ਦੀਵਾਨ ਦੇ ਵਿੱਚੋਂ ਅੰਮ੍ਰਿਤ ਸੰਚਾਰ ਚੋਂ ਅੰਮ੍ਰਿਤ ਛਕ ਕੇ ਸਿੰਘ ਸਜਿਆ ਸੀ। ਸੋ ਕਹਿਣ ਤੋਂ ਭਾਵ ਕਿ ਮੈਂ ਉਦੋਂ ਪ੍ਰਚਾਰਕ ਨਹੀਂ ਸੀਗਾ, ਕੇਵਲ ਤੇ ਕੇਵਲ ਇੱਕ ਸਿੱਖ ਦੀ ਤਰ੍ਹਾਂ ਵਿਚਰ ਰਿਹਾ ਸੀਗਾ, ਸਟੇਜਾਂ ਦੇ ਪ੍ਰਚਾਰ ਨਹੀਂ ਸੀ ਕਰਦਾ। ਬਹੁਤ ਲੰਬਾ ਸਮਾਂ ਅਸੀਂ ਸੁਣਦੇ ਰਹੇ ਹਾਂ, ਪਰ ਜਦੋਂ ਭਾਈ ਰਣਜੀਤ ਸਿੰਘ ਹੁਣਾਂ ਨੇ ਲਾਈਨ ਬਦਲੀ ਹੈ, ਗੁਰਮਤ ਦੇ ਉਲਟ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਤੇ ਫਿਰ ਉਸ ਵਕਤ ਮੈਂ ਮਹਿਸੂਸ ਕੀਤਾ ਸੀ ਕਿ ਭਾਈ ਰਣਜੀਤ ਸਿੰਘ ਜੀ ਇਹ ਗੱਲ ਸਹੀ ਨਹੀਂ ਕਰ ਰਹੇ, ਇਹ ਗੱਲਾਂ ਸੰਗਤ ਦੇ ਵਿੱਚ ਪ੍ਰਚਾਰੀਆਂ ਨਹੀਂ ਜਾਣੀਆਂ ਚਾਹੀਦੀਆਂ। ਧਾਰਮਿਕ ਗ੍ਰੰਥਾਂ ਦੇ ਹਵਾਲੇ ਉਹਨਾਂ ਦੀ ਜਿਹੜਾ ਪਿਛੋਕੜ ਹੈ ਉਹ ਭਾਈ ਰਣਜੀਤ ਸਿੰਘ ਨੇ ਨਹੀਂ ਪੜ੍ਹਿਆ, ਜਾਂ ਜਿਹੜੇ ਮੁੱਦੇ ਅੱਜ ਉਹਨਾਂ ਦੇ ਸਾਹਮਣੇ ਪੇਸ਼ ਹੋ ਰਹੇ ਨੇ ਜਾਂ ਉਹਨਾਂ ਨੂੰ ਲੱਗਦਾ ਵੀ ਆਹ ਗੱਲ ਗਲਤ ਹੈ, ਇਸ ਚੀਜ਼ ਦਾ ਹੱਲ ਉਹਨਾਂ ਨੇ ਪੜਤਾਲ ਨਹੀਂ ਕੀਤੀ ਵੀ ਕਦੇ ਪਹਿਲਾਂ ਵੀ ਕੌਮ 'ਚ ਇਹ ਗੱਲ ਆਈ ਸੀ ਜਾਂ ਇਹਦਾ ਕੋਈ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ। ਉਹ ਚੀਜ਼ਾਂ ਨੂੰ ਬਗੈਰ ਉਹਨਾਂ ਨੇ ਬੋਲਿਆ, ਤੇ ਫਿਰ ਮੈਂ ਇਸ ਪਾਸੇ ਵੱਲ ਚੱਲਿਆ ਸੀ ਕਿ ਭਾਈ ਨਹੀਂ, ਅਸੀਂ ਥੋੜਾ ਬਹੁਤਾ ਆਪਣੇ ਵੱਲੋਂ ਯਤਨ ਕਰਕੇ ਜਿੰਨਾ ਕੁ ਮਹਾਰਾਜ ਮੱਤ ਬਖਸ਼ਣਗੇ ਸੰਗਤ ਦੇ ਨਾਲ ਸਾਂਝ ਕਰੀਏ। ਤੇ ਫਿਰ ਸਭ ਤੋਂ ਵੱਡੀ ਐਗਜ਼ਾਮਪਲ ਤੇ ਭਾਈ ਬਲਜਿੰਦਰ ਸਿੰਘ ਜੀ ਮੈਂ ਆ ਕਿ ਮੈਂ ਸੰਗਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਸੁਣਦਾ ਸੀ, ਪਰ ਅੱਜ ਮੈਂ ਉਹਨਾਂ ਦਾ ਵਿਰੋਧ ਕਰਦਾ। ਤੇ ਉਹ ਕਿਵੇਂ ਕਹਿ ਸਕਦੇ ਵੀ ਨਹੀਂ ਸੰਗਤ ਵਿਰੋਧ ਨਹੀਂ ਕਰਦੀ? ਇਹ ਕੁਝ ਇੱਕ ਬੰਦੇ ਨੇ, ਬਹੁਤ ਸਾਰੇ ਹੋਰ ਵੀ ਗੁਰਸਿੱਖ ਨੇ ਜਿਹੜੇ ਇਸ ਗੱਲ ਦੇ ਉਲਟ ਨੇ। ਤੇ ਦੂਸਰੀ ਗੱਲ ਤੋਂ ਆ ਜਾਈਏ ਮਰਿਆਦਾ ਦੀ। ਮਰਿਆਦਾ ਭਾਈ ਬਲਜਿੰਦਰ ਸਿੰਘ ਜੀ ਦੇਖੋ, ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਲਸਾ ਪੰਥ ਸਿਰਜਣਾ ਕੀਤਾ, ਉਸ ਤੋਂ ਬਾਅਦ ਸਮਾਂ ਅੱਗੇ ਦੀ ਅੱਗੇ ਚੱਲਦਾ ਆਇਆ, ਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਅਕਾਲ ਤਖਤ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਤਕਰੀਬਨ 1925 ਦੇ ਵਿੱਚ ਆ ਕਰਕੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੁੰਦੀ ਹੈ। ਉਸ ਤੋਂ ਪਹਿਲਾਂ ਨਾ ਤੇ ਕੋਈ ਸ਼੍ਰੋਮਣੀ ਕਮੇਟੀ ਸੀਗੀ ਤੇ ਨਾ ਹੀ ਕੋਈ ਐਸੀ ਸੰਸਥਾ ਸੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ। ਤੇ ਹੁਣ ਇੱਥੇ ਮੇਰਾ ਇਹ ਸਵਾਲ ਬਣਦਾ ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਕਿ 1925 ਤੋਂ ਪਹਿਲਾਂ ਕੀ ਖਾਲਸਾ ਪੰਥ ਮਰਿਆਦਾ ਤੋਂ ਬਗੈਰ ਹੀ ਚੱਲੀ ਜਾ ਰਿਹਾ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਲੈ ਕਰਕੇ 1925 ਤੱਕ ਪੰਥ ਦੇ ਕੋਲ ਕੋਈ ਮਰਿਆਦਾ ਹੈ ਹੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਪਣੇ ਰਹਿਤਨਾਮਿਆਂ ਦੇ ਵਿੱਚ ਗੁਰਸਿੱਖ ਜਿਹੜੇ ਸਤਿਗੁਰੂ ਮਹਾਰਾਜ ਦੇ ਨਾਲ ਰਹੇ ਨੇ ਉਹਨਾਂ ਦੇ ਰਹਿਤਨਾਮਿਆਂ ਦੇ ਵਿੱਚ ਇਹ ਗੱਲ ਦ੍ਰਿੜ ਕਰਾਈ, ਅੰਮ੍ਰਿਤ ਸੰਚਾਰ ਕਿਵੇਂ ਕਰਨਾ, ਪੰਜ ਪਿਆਰੇ ਕਿਵੇਂ ਤਿਆਰ ਹੋਣਗੇ, ਪੰਜ ਪਿਆਰਿਆਂ ਦੇ ਵਿੱਚ ਲੱਗਣ ਵਾਲੇ ਸਿੰਘ ਕਿਹੋ ਜਿਹੇ ਹੋਣੇ ਚਾਹੀਦੇ, ਸਰੀਰ ਪੱਖੋਂ, ਵਿਦਿਆ ਪੱਖੋਂ ਤੇ ਆਪਣੇ ਜੀਵਨ ਪੱਖੋਂ, ਬਾਟਾ ਕਿਵੇਂ ਤਿਆਰ ਹੋਣਾ, ਕਿਵੇਂ ਛਕਾਇਆ ਜਾਣਾ, ਰਹਿਤਾਂ ਕਿਹੜੀਆਂ ਨੇ, ਕੁਰਹਿਤਾਂ ਕਿਹੜੀਆਂ ਨੇ, ਕਿਹੜੀ ਚੀਜ਼ ਵਰਤਣੀ ਹੈ, ਕਿਹੜੀ ਚੀਜ਼ ਨਹੀਂ ਵਰਤਣੀ, ਕੀ ਖਾਣਾ, ਕੀ ਪਾਉਣਾ, ਕਿਵੇਂ ਬਹਿਣਾ, ਕਿਵੇਂ ਉੱਠਣਾ, ਕਿਹੜੀ ਬਾਣੀ ਪੜ੍ਹਨੀ, ਕਦੋਂ ਪੜ੍ਹਨੀ, ਇਹ ਸਾਰੀ ਦੀ ਸਾਰੀ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਦੇ ਕੇ ਗਏ ਨੇ। ਸਤਿਗੁਰੂ ਮਹਾਰਾਜ ਜੀ ਦੇ ਹਵਾਲੇ ਸਾਡੇ ਕੋਲ ਪਏ ਨੇ, ਜਿਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਭਾਈ ਬੱਚੀ ਦਾ ਨਾਮ ਕਿੱਦਾਂ ਰੱਖਣਾ, ਸੰਸਕਾਰ ਕਿੱਦਾਂ ਕਰਨਾ, ਵਿਆਹ ਕਿੱਦਾਂ ਕਰਨਾ, ਜੇਕਰ ਘਰ ਵਾਲੀ ਚੜ੍ਹਾਈ ਕਰਦੇ ਆ ਤੇ ਦੂਜਾ ਵਿਆਹ ਕਿਵੇਂ ਹੋ ਸਕਦਾ, ਕੀ ਗੁਰਮਤ ਦੀ ਕਸਵੱਟੀ ਹੈ। ਜੀਵਨ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਪੱਖ ਬਲਜਿੰਦਰ ਸਿੰਘ ਜੀ ਮਹਾਰਾਜ ਨੇ ਸਾਨੂੰ ਸੰਪੂਰਨ ਦਿੱਤਾ ਵੀ ਖਾਲਸਾ ਕਿਤੇ ਠੋਕਰ ਨਾ ਖਾ ਜਾਏ। ਉਸੇ ਹੀ ਮਰਿਆਦਾ ਦੇ ਅਨੁਕੂਲ ਪੰਥ 1925 ਤੱਕ ਚੱਲਦਾ ਰਿਹਾ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ ਜਿਹੜੀ ਗੋਰਿਆਂ ਦੇ ਅੰਡਰ ਆਈ ਹੈ, ਜਿਨ੍ਹਾਂ ਨੇ ਬਣਾਇਆ ਗੁਰਦੁਆਰਿਆਂ ਦਾ ਪ੍ਰਬੰਧ, ਗੁਰਸਿੱਖਾਂ ਨੇ ਆ ਕਰਕੇ ਸੇਵਾ ਸੰਭਾਲੀ, ਤੇ ਫਿਰ ਉਹਨਾਂ ਨੇ ਇਹ ਵਿਚਾਰ ਕੀਤੀ ਹੈ ਵੀ ਹੁਣ ਅਸੀਂ ਅੱਗੇ ਜਾ ਕੇ ਕੀ ਕਰਨਾ। ਸਮਾਂ ਚੱਲਿਆ, 2 ਸਾਲ ਤੱਕ ਕਮੇਟੀ ਚੱਲੀ ਹੈ, ਤੇ 14 ਤਰੀਕ ਤੀਜੇ ਮਹੀਨੇ 1927 ਦੇ ਵਿੱਚ
ਪਹਿਲਾ ਜਰਨਲ ਇਜਲਾਸ ਹੁੰਦਾ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ 'ਚ ਮਤਾ ਪਾਇਆ ਜਾਂਦਾ ਵੀ ਪੰਥ ਦੀ ਮਰਿਆਦਾ ਇੱਕ ਕੀਤੀ ਜਾਵੇ, ਵੀ ਪੰਥ ਦੇ ਵਿੱਚ ਮਰਿਆਦਾ ਜਿਹੜੀ ਹੈ ਉਹ ਇੱਕ ਨਹੀਂ, ਜਿਵੇਂ ਭਾਈ ਰਣਜੀਤ ਸਿੰਘ ਜੀ ਕਹਿੰਦੇ ਨੇ। ਹੁਣ ਇੱਥੇ ਸਵਾਲ ਬਲਜਿੰਦਰ ਸਿੰਘ ਜੀ ਇਹ ਪੈਦਾ ਹੁੰਦਾ ਵੀ ਜੇਕਰ ਗੁਰੂ ਕਲਗੀਧਰ ਮਹਾਰਾਜ ਨੇ ਮਰਿਆਦਾ ਦਿੱਤੀ ਸੀ ਤੇ ਮਰਿਆਦਾ ਇੱਕ ਕਿਉਂ ਨਹੀਂ। ਹੁਣ ਇੱਥੇ ਗੱਲ ਇਹ ਹੈ ਕਿ ਦੇਖੋ, ਮੈਂ ਥੋੜਾ ਜਿਹਾ ਜ਼ਿਕਰ ਕਰ ਦੇਵਾਂ ਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਸੀ ਜੀ ਪੰਜ ਪਿਆਰੇ ਵੱਖੋ ਵੱਖਰੀ ਮਰਿਆਦਾ ਦੱਸਦੇ ਨੇ ਤੇ ਜਥੇਬੰਦੀਆਂ ਨੇ ਵੱਖੋ ਵੱਖਰਾ ਅੰਮ੍ਰਿਤ ਤਿਆਰ ਕਰ ਲਿਆ। ਕੋਈ ਵੀ ਜਥੇਬੰਦੀ, ਅਖੰਡ ਕੀਰਤਨੀ ਜਥਾ ਹੋ ਗਿਆ, ਨਾਨਕਸਰ ਵਾਲੇ ਹੋ ਗਏ ਸਿੰਘ, ਟਕਸਾਲ ਵਾਲੇ ਸਿੰਘ ਹੋ ਗਏ, ਕੋਈ ਵੀ ਸੰਪਰਦਾ ਤੁਸੀਂ ਲਾ ਲਓ, ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਮੇਰੀ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਇੱਕ ਵੀ ਸਬੂਤ ਸੰਗਤ ਦੇ ਸਾਹਮਣੇ ਪੇਸ਼ ਕਰ ਦੇਣ ਵੀ ਇਹਨਾਂ ਦੇ ਵਿੱਚ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਵੱਖੋ ਵੱਖਰੀ ਕਿੱਦਾਂ, ਕਿਵੇਂ ਅੰਮ੍ਰਿਤ ਤਿਆਰ ਕਰਦੇ ਨੇ ਸਾਰੇ। ਪੰਜ ਪਿਆਰੇ ਲੱਗਦੇ ਨੇ ਜਾਂ ਨਹੀਂ ਲੱਗਦੇ, ਖੰਡਾ ਵਰਤਿਆ ਜਾਂਦਾ ਜਾਂ ਨਹੀਂ ਵਰਤਿਆ ਜਾਂਦਾ, ਬਾਟਾ ਕਿਵੇਂ ਬਣਦਾ, ਸਿੰਘਾਂ ਦੇ ਵਸਤਰ ਕਿਵੇਂ ਹੁੰਦੇ, ਬਾਣੀਆਂ ਕਿਹੜੀਆਂ ਪੜੀਆਂ ਜਾਂਦੀਆਂ, ਪਹਿਰੇ ਤੇ ਸਿੰਘ ਲੱਗਦਾ ਜਾਂ ਨਹੀਂ ਲੱਗਦਾ, ਸੁਧਾਈ ਕਿਵੇਂ ਹੁੰਦੀ ਹੈ, ਸਾਰੀ ਪ੍ਰਕਿਰਿਆ ਮੈਂ ਲੰਮਾ ਤੁਹਾਡੇ ਨਾਲ ਨਹੀਂ ਜ਼ਿਕਰ ਕਰਾਂਗਾ, ਜਿਹੜੇ ਸਿੰਘ ਅੰਮ੍ਰਿਤਧਾਰੀ ਉਹ ਜਾਣਦੇ ਨੇ। ਭਾਈ ਰਣਜੀਤ ਸਿੰਘ ਜੀ ਉਹਦਾ ਵੇਰਵਾ ਦੇ ਦੇਣ ਵੀ ਨਹੀਂ ਇਸ ਜਗ੍ਹਾ ਦੇ ਉੱਪਰ ਇਸ ਤਰੀਕੇ ਨਾਲ ਹੁੰਦਾ ਤੇ ਇਸ ਜਗ੍ਹਾ ਦੇ ਉੱਪਰ ਇਸ ਤਰੀਕੇ ਨਾਲ ਹੁੰਦਾ, ਤੇ ਮੈਂ ਉਹਦਾ ਜਵਾਬ ਦੇ ਹੋਵਾਂਗਾ। ਸਾਰੇ ਪੰਥ ਦੇ ਵਿੱਚ ਬਿਲਕੁਲ ਇਨ ਬਿਨ ਸੇਮ ਦੀ ਸੇਮ ਪ੍ਰਕਿਰਿਆ ਹੈ। ਜਿਹੜੀ ਮਰਿਆਦਾ ਦਰਸਾਈ ਜਾਂਦੀ ਰਹਿਤਾਂ ਕੁਰਹਿਤਾਂ ਦੀ, ਤੇ ਕੁੜੀ ਮਾਰ ਨੜੀ ਮਾਰਨਾ ਨਹੀਂ ਵਰਤਣਾ, ਧੀਰ ਮੱਲੀਏ ਰਾਮ ਰਾਈਆਂ ਦੀ, ਉਹ ਸਾਰੀ ਦੀ ਸਾਰੀ ਮਰਿਆਦਾ ਕਿਸੇ ਵੀ ਜਥੇ ਤੇ ਚਲੇ ਜਾਓ, ਕਿਸੇ ਟਕਸਾਲ 'ਚ ਚਲੇ ਜਾਓ, ਕਿਸੇ ਧੜੇ 'ਚ ਚਲੇ ਜਾਓ, ਕਿਸੇ ਨਿਰਮਲ ਪੰਥੀ ਸੰਸਥਾ 'ਚ ਚਲੇ ਜਾਓ, ਬਿਲਕੁਲ ਤੁਹਾਨੂੰ 100% ਸੇਮ ਮਿਲੇਗੀ। ਹੁਣ ਗੱਲ ਆਉਂਦੀ ਹੈ ਜੀ ਵਖਰੇਵੇਂ ਦੀ। ਇੱਥੇ ਵਖਰੇਵਾ ਭਾਈ ਬਲਜਿੰਦਰ ਸਿੰਘ ਜੀ ਮਰਿਆਦਾ ਦਾ ਨਹੀਂ ਹੈ, ਵਖਰੇਵਾ ਹੈ ਸੰਪਰਦਾਵਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਸਤਿਕਾਰ ਪ੍ਰਤੀ। ਮੋਟੀਆਂ ਮੈਂ ਤੁਹਾਨੂੰ ਗੱਲਾਂ ਦੋ ਚਾਰ ਦੱਸ ਦੇਣਾ। ਦਮਦਮੀ ਟਕਸਾਲ ਦੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੇਵਾ ਲੈ ਰਹੇ ਨੇ, ਅਸੀਂ ਵੀ ਅਦਨੇ ਜੇ ਸੇਵਾਦਾਰ ਹਾਂ। ਸਿਖਾਇਆ ਜਾਂਦਾ ਹੈ ਕਿ ਭਾਈ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਬਹਿਣਾ ਤੇ ਸੁੱਚੇ ਵਸਤਰ ਪਾ ਕੇ ਬੈਠੋ, ਇਸ਼ਨਾਨ ਕਰਕੇ ਬੈਠੋ। ਹੋ ਸਕਦਾ ਹੈ ਬਹੁਤ ਵਧੀਆ ਹੋਵੇ ਕਿ ਅਸੀਂ ਇਸ਼ਨਾਨ ਕਰਕੇ ਮਹਾਰਾਜ ਦੀ ਹਜ਼ੂਰੀ ਜਾਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬਹਿਣ ਲੱਗਿਆਂ ਇੱਕ ਕੱਪੜਾ ਆਪਣੀਆਂ ਲੱਤਾਂ ਦੇ ਉੱਪਰ, ਗੋਡਿਆਂ ਦੇ ਉੱਪਰ ਪਾਇਆ ਜਾਂਦਾ ਵੀ ਸਾਡੇ ਚਰਨ ਜਾਂ ਸਾਡੇ ਗੋਡੇ ਮਹਾਰਾਜ ਦੀ ਪਾਲਕੀ ਨੂੰ ਨਾ ਲੱਗਣ। ਕਥਾ ਕਰਨ ਵੇਲੇ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ। ਚੌਰ ਸਾਹਿਬ ਕਰਨ ਵੇਲੇ ਅਨੇਕ ਤਰ੍ਹਾਂ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ, ਇਹ ਟਕਸਾਲ ਵੱਲੋਂ ਸਿਖਾਇਆ ਜਾਂਦਾ। ਨਾਨਕਸਰ ਸੰਪਰਦਾ ਦੀ ਗੱਲ ਕਰੀਏ, ਤੁਸੀਂ ਸਿੰਘ ਵੇਖੇ ਹੋਣਗੇ ਕਿ ਉਹ ਪਾਠ ਕਰਨ ਲੱਗਿਆ ਇਸ ਤਰ੍ਹਾਂ ਹਜ਼ੂਰੀਆ ਚਿਹਰੇ ਦੇ ਅੱਗੇ ਰੱਖ ਕੇ ਪਾਠ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਦਿਆਂ ਕਿਤੇ ਕੋਈ ਥੁੱਕ ਆਦਿਕ ਸਾਡੀ ਡਿੱਗ ਸਕਦੀ ਹੈ, ਇਸ ਕਰਕੇ ਤੁਸੀਂ ਮੂੰਹ ਤੇ ਕੱਪੜਾ ਲੈ ਕੇ ਪਾਠ ਕਰਨਾ। ਹੁਣ ਇਸ ਗੱਲ ਨੂੰ ਤੁਸੀਂ ਸਮਝੋ ਕਿ ਜੇ ਮੈਂ ਕਹਾਂ ਵੀ ਦਮਦਮੀ ਟਕਸਾਲ ਦੇ ਸਿੰਘ ਮੂੰਹ ਤੇ ਕੱਪੜਾ ਨਹੀਂ ਲੈਂਦੇ ਤੇ ਨਾਨਕਸਰ ਸੰਪਰਦਾ ਦੇ ਸਿੰਘ ਮੂੰਹ ਤੇ ਕੱਪੜਾ ਲੈਂਦੇ ਨੇ, ਜੀ ਇਹਨਾਂ ਦੀ ਮਰਿਆਦਾ ਵੱਖੋ ਵੱਖ ਹੈ। ਇਹ ਮਰਿਆਦਾ ਵੱਖੋ ਵੱਖ ਨਹੀਂ ਬਲਜਿੰਦਰ ਸਿੰਘ ਜੀ। ਕੋਈ ਕਿਸੇ ਤਰੀਕੇ ਨਾਲ ਸਤਿਕਾਰ ਕਰ ਰਿਹਾ, ਕੋਈ ਮਹਾਰਾਜ ਦਾ ਸਤਿਕਾਰ ਕਿਸੇ ਢੰਗ ਨਾਲ ਕਰ ਰਿਹਾ। ਇਸੇ ਪ੍ਰਕਾਰ ਜਿਹੜੀਆਂ ਅਨੇਕਾਂ ਤਰ੍ਹਾਂ ਦੀਆਂ ਐਸੀਆਂ ਗੱਲਾਂ ਨੇ ਕਿ ਜੀ ਮੱਥਾ ਟੇਕਣ ਵੇਲੇ ਜਾਂ ਸੰਗਤ ਆਉਂਦੀ ਹੈ ਜਾਂ ਪ੍ਰਸ਼ਾਦ ਲੈਣ ਵੇਲੇ, ਸੋ ਉਹ ਕੋਈ ਮਰਿਆਦਾ ਦਾ ਵਖਰੇਵਾ ਨਹੀਂ ਹੈ ਕਿਸੇ ਵੀ ਧੜੇ ਦੇ ਵਿੱਚ। ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿੰਨਾ ਵੱਡਾ ਮੰਨ ਕੇ ਕਿੰਨਾ ਸਤਿਕਾਰ ਕਰਦਾ ਹੈ ਉਹਦੀ ਭਾਵਨਾ ਹੈ, ਕੋਈ ਕਿਸ ਪ੍ਰਕਾਰ ਸਤਿਕਾਰ ਕਰਦਾ ਉਹਦੀ ਭਾਵਨਾ ਹੈ। ਹੁਣ ਕਈ ਸਿੰਘ ਐਸੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਨਹੀਂ ਠੀਕ ਹੈ, ਅਸੀਂ ਇਸ਼ਨਾਨ ਨਹੀਂ ਕੀਤਾ, ਮੂੰਹ ਹੱਥ ਧੋਤਾ, ਤੇ ਅਸੀਂ ਤਾਂ ਵੀ ਜਾ ਕੇ ਮਹਾਰਾਜ ਦੀ ਤਾਬਿਆ ਬਹਿ ਜਾਂਦੇ ਹਾਂ। ਤੇ ਹੁਣ ਆਪਾਂ ਕਿਸੇ ਨੂੰ ਰੋਕ ਤੇ ਨਹੀਂ ਨਾ ਸਕਦੇ, ਪਰ ਜੇਕਰ ਕੋਈ ਸਿੰਘ ਕਹਿੰਦਾ ਵੀ ਨਹੀਂ ਮੈਂ ਮਹਾਰਾਜ ਦੀ ਹਜ਼ੂਰੀ ਕੇ ਅਸੀਂ ਇਸ਼ਨਾਨ ਕਰਕੇ ਹੀ ਬਹਿਣਾ, ਤੇ ਫਿਰ ਆਪਾਂ ਕੀ ਕਵਾਂਗੇ ਵੀ ਜਿਹੜਾ ਇਸ਼ਨਾਨ ਨਹੀਂ ਕਰਦਾ ਉਹ ਗਲਤ ਹੈ ਜਾਂ ਜਿਹੜਾ ਇਸ਼ਨਾਨ ਕਰਕੇ ਬਹਿੰਦਾ ਉਹ ਗਲਤ ਹੈ? ਠੀਕ ਤੇ ਦੋਵੇਂ ਹੀ ਨੇ ਨਾ, ਕਿ ਕੋਈ ਕਿਸੇ ਤਰੀਕੇ ਨਾਲ ਮਹਾਰਾਜ ਦਾ ਸਤਿਕਾਰ ਕਰ ਰਿਹਾ ਤੇ ਕੋਈ ਕਿਸੇ ਨਾਲ ਤਰ੍ਹਾਂ ਸਤਿਕਾਰ ਕਰ ਰਿਹਾ। ਸੋ ਭਾਈ ਰਣਜੀਤ ਸਿੰਘ ਜੀ ਇਹਨਾਂ ਗੱਲਾਂ ਨੂੰ ਮਰਿਆਦਾ ਦਾ ਰੂਪ ਦੇ ਰਹੇ ਨੇ ਜੀ। ਪੰਥ ਦੀ ਮਰਿਆਦਾ ਵੱਖਰੀ ਹੈ। ਤੇ ਨੰਬਰ 2 ਤੇ ਗੱਲ ਆ ਜਾਂਦੀ ਸਭ ਤੋਂ ਵੱਡੀ ਗੱਲ ਵੀ ਬਾਬਿਆਂ ਨੂੰ ਮੱਥਾ ਟਿਕਾਉਣਾ ਪੰਥ ਦੀ ਮਰਿਆਦਾ ਦੇ ਗਲਤ ਹੈ, ਉਲਟ ਹੈ ਕੰਮ। ਹੁਣ ਪੰਜਾਬ ਦੀ ਧਰਤੀ ਤੋਂ ਬਲਜਿੰਦਰ ਸਿੰਘ ਜੀ ਆਪਾਂ ਆਏ ਆ, ਆਮ ਮੈਂ ਖੁਦ ਇੱਥੇ ਇੰਗਲੈਂਡ 'ਚ ਆ ਕੇ ਵੀ ਸਾਡਾ ਸੁਭਾਅ ਬਣਿਆ ਸੀ ਵੀ ਜਿਹੜਾ ਕੋਈ ਚਿੱਟੀ ਦਾੜੀ ਵਾਲਾ ਬਜ਼ੁਰਗ ਮਿਲਿਆ ਜਾਂ ਬੀਬੀ ਮਿਲੀ ਤੇ ਅਸੀਂ ਫਟਾਫਟ ਉਹਦੇ ਪੈਰੀਂ ਹੱਥ ਲਾ ਦੇਈਦਾ ਸੀ। ਡੈਫੀਨਿਟਲੀ ਗੋਡੇ ਅੱਛਾ, ਪੰਜਾਬ ਦੇ ਪਿੰਡਾਂ ਵਿੱਚ ਵੀ ਹੁਣ ਤੱਕ ਪ੍ਰਚਲਿਤ ਹੈ ਜੀ। ਕੋਈ ਪਿੰਡ ਦਾ ਸਿਆਣਾ ਬਜ਼ੁਰਗ ਬੰਦਾ ਮਿਲਦਾ ਤੇ ਹਰ ਕੋਈ ਨਿਆਣਾ ਬੱਚਾ ਉਹਦੇ ਕਹਿੰਦੇ ਜੀ ਪੈਰੀ ਹੱਥ ਲਾਓ, ਸਤਿਕਾਰ ਕਰੋ। ਠੀਕ ਹੈ ਜੀ, ਆਪਾਂ ਆਸ਼ੀਰਵਾਦ ਲੈਣ ਲਈ। ਅੱਛਾ, ਤੇ ਹੁਣ ਜੇ ਤੁਸੀਂ ਗੱਲ ਕਹੋ ਕਿ ਮੇਰੀ ਦਾਦਾ ਜੀ ਹੈ, ਮੇਰੀ ਦਾਦੀ ਜੀ ਹੈ, ਜਾਂ ਮੇਰੇ ਚਾਚੇ ਤਾਏ ਮੇਰੇ ਬਾਪੂ ਜੀ ਤੋਂ ਵੱਡੇ ਨੇ ਜਿਹੜੇ, ਤੇ ਜੇ ਕੱਲ ਨੂੰ ਕੋਈ ਸਿੰਘ ਮੈਨੂੰ ਦੇਖੇ ਵੀ ਬਘੇਲ ਸਿੰਘ ਨੇ ਚੋਲਾ ਪਾਇਆ ਹੋਇਆ, ਇਹ ਕਥਾ ਵੀ ਕਰਦਾ ਤੇ ਇਹ ਤੇ ਫਲਾਣੇ ਬੰਦੇ ਦੇ ਪੈਰੀਂ ਹੱਥ ਲਾ ਰਿਹਾ ਸੀ, ਪਰ ਉੱਥੇ ਤੁਹਾਨੂੰ ਫੋਟੋ ਤੇ ਬੋਲ ਕੇ ਨਹੀਂ ਨਾ ਦੱਸੇਗੀ
ਵੀ ਸਮਾਂ ਕਿਹੜਾ ਸੀ ਤੇ ਸਾਹਮਣੇ ਵਾਲੀ ਸ਼ਖਸੀਅਤ ਕੌਣ ਸੀ। ਤੇ ਉੱਥੇ ਮੇਰਾ ਪੈਰੀਂ ਹੱਥ ਲਾ ਦੇਣਾ ਜਾਂ ਮੇਰਾ ਸੀਸ ਝੁਕਾ ਦੇਣਾ, ਇਹਦਾ ਮਤਲਬ ਇਹ ਤਾਂ ਨਹੀਂ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਹਿ ਦਿੱਤਾ ਵੀ ਸਤਿਗੁਰੂ ਮੈਂ ਤੈਨੂੰ ਨਹੀਂ ਮੰਨਦਾ ਤੇ ਹੁਣ ਮੈਂ ਇਸ ਬੰਦੇ ਨੂੰ ਮੱਥਾ ਟੇਕ ਰਿਹਾ। ਹੈਗਾ ਤੇ ਮੈਂ ਗੁਰਸਿੱਖੀ ਸੀ, ਪਰ ਮੈਂ ਉਸ ਬੰਦੇ ਦੇ ਸਤਿਕਾਰ ਵਜੋਂ ਉਹਨੂੰ ਝੁੱਕ ਕੇ ਫਤਿਹ ਬੁਲਾ ਦਿੱਤੀ ਜਾਂ ਉਹਦੇ ਅੱਗੇ ਨਮਸਕਾਰ ਕਰ ਦਿੱਤੀ। ਇਹ ਮੇਰੇ ਮਨ ਦੀ ਭਾਵਨਾ ਸੀ। ਬਿਲਕੁਲ ਜੀ, ਡਿਪੈਂਡ ਕਰਦਾ ਜੀ ਤੁਸੀਂ ਕਿਹੜੀ ਸਥਿਤੀ ਵਿੱਚ ਹੋ, ਤੁਸੀਂ ਕਿੱਥੇ ਖੜੇ ਹੋ, ਸਾਰਾ ਕੁਝ ਇਹ ਚੀਜ਼ਾਂ ਦੇ ਉੱਤੇ ਬੰਦਾ ਗੌਰ ਕਰਦਾ। ਬਿਲਕੁਲ ਕਰਦਾ ਜੀ। ਜੀ ਸੋ ਜਿਹੜੇ ਕੋਈ ਵੀ ਧਾਰਮਿਕ ਸ਼ਖਸੀਅਤਾਂ ਨੇ, ਭਾਈ ਬਲਜਿੰਦਰ ਸਿੰਘ ਜੀ ਇੱਥੋਂ ਤੱਕ ਕਿ ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਵੀ ਪੁੱਛ ਲਓ ਵੀ ਸੰਗਤਾਂ ਨਹੀਂ ਹਟਦੀਆਂ। ਇਹਨਾਂ ਦੀਆਂ ਕਈ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਵੀ ਜਿੱਥੇ ਬੈਠੇ ਨੇ ਤੇ ਸੰਗਤਾਂ ਆ ਕੇ ਇਹਨਾਂ ਨੂੰ ਮੱਥੇ ਟੇਕ ਰਹੀਆਂ ਤੇ ਆਪਣੇ ਤੋਂ ਵੀ ਵੱਡੀ ਉਮਰ ਦੀਆਂ ਬੀਬੀਆਂ ਨੂੰ ਆਸ਼ੀਰਵਾਦ ਦੇ ਰਹੇ ਨੇ। ਸੋ ਉੱਥੇ ਕੇਵਲ ਸਤਿਕਾਰ ਵਜੋਂ, ਧਾਰਮਿਕ ਸ਼ਖਸੀਅਤ ਵਜੋਂ ਲੋਕ ਇਹ ਚੀਜ਼ਾਂ ਕਰ ਦਿੰਦੇ ਨੇ, ਕੋਈ ਕਰਾਉਂਦਾ ਨਹੀਂ ਜਾਣ ਬੁੱਝ ਕੇ। ਲੋਕ ਇਹ ਚੀਜ਼ਾਂ ਕਰ ਦਿੰਦੇ ਨੇ। ਮੈਂ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਨਹੀਂ ਕਰਾਂਗਾ ਕਿ ਜੀ ਇਹ ਠੀਕ ਹੈ, ਮੱਥੇ ਟਿਕਾਉਣੇ ਚਾਹੀਦੇ ਨੇ, ਬਿਲਕੁਲ ਗਲਤ ਗੱਲ ਹੈ। ਮੱਥਾ ਨਹੀਂ ਟੇਕਣਾ ਚਾਹੀਦਾ, ਫਤਿਹ ਬੁਲਾਓ, ਤੁਹਾਡੀ ਗੱਲ ਹੋ ਜਾਏ। ਪਰ ਕਈ ਵਾਰ ਜਾਣ ਬੁੱਝ ਕੇ ਕੋਈ ਨਾ ਕੋਈ ਲੋਕ ਆਪਣੇ ਵੱਲੋਂ ਆਦਰ ਦੇਣ ਦੇ ਮਾਰੇ ਇਹੋ ਜਿਹਾ ਕੰਮ ਕਰ ਦਿੰਦੇ ਨੇ ਤੇ ਭਾਈ ਰਣਜੀਤ ਸਿੰਘ ਜੀ ਉਸ ਗੱਲ ਦਾ ਮੁੱਦਾ ਬਣਾ ਬੈਠੇ ਨੇ ਜੀ, ਇਹ ਤੇ ਮੱਥੇ ਟਿਕਾਉਂਦੇ ਨੇ। ਤੇ ਹੁਣ ਤੁਹਾਨੂੰ 50 ਵੀਡੀਓ ਇਹਨਾਂ ਦੀਆਂ ਮਿਲ ਜਾਣਗੀਆਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਵੀ ਤੇ 에ਅਰਪੋਰਟ ਤੇ ਵੀ ਜਦੋਂ ਇਹ ਸਫ਼ਰ ਕਰਦੇ ਨੇ, ਕੋਈ ਮਿਲਦਾ ਤੇ ਇਹਨਾਂ ਦੇ ਪ੍ਰੇਮੀ ਆ ਕੇ ਸਿੱਧੇ ਇਹਨਾਂ ਦੇ ਪੈਰੀਂ ਪੈ ਜਾਂਦੇ ਨੇ। ਭਾਈ ਬਘੇਲ ਸਿੰਘ ਜੀ, ਤੁਸੀਂ ਬਹੁਤ ਅੱਛੇ ਜਿਹੜੇ ਵਿਚਾਰ ਆਪਣੇ ਇੱਥੇ ਰੱਖੇ। ਮੈਨੂੰ ਲੱਗਦਾ ਕਿ ਐਜ਼ ਏ ਪ੍ਰਚਾਰਕ ਹੋਣ ਦੇ ਨਾਤੇ ਇਦਾਂ ਦੀਆਂ ਗੱਲਾਂ ਓਪਨਲੀ, ਮੈਨੂੰ ਲੱਗਦਾ ਕਿ ਅੱਜ ਜ਼ਮਾਨਾ ਸ਼ਾਇਦ ਇਸ ਤਰੀਕੇ ਦਾ ਆ ਗਿਆ ਕਿ ਹਰ ਕੋਈ ਅੱਗੇ ਹੁੰਦਾ ਸੁਣਨ ਦਾ ਜ਼ਮਾਨਾ। ਅੱਜ ਕੱਲ੍ਹ ਸੋਸ਼ਲ ਮੀਡੀਆ, ਹਰ ਇੱਕ ਦੇ ਕੋਲ ਮੀਡੀਆ ਹੈ। ਅੱਜ ਮਿੰਟਾਂ ਸਕਿੰਟਾਂ ਦੇ ਵਿੱਚ ਗੱਲਾਂ ਬਾਹਰ ਇਹ ਨਸ਼ਰ ਹੋ ਜਾਂਦੀਆਂ ਨੇ ਤੇ ਕਈ ਲੋਕ ਸ਼ਰਾਰਤਾਂ ਵੀ ਕਰਦੇ ਨੇ। ਤੇ ਪਰ ਮੈਂ ਇਹ ਗੱਲ ਕਰਦਾ ਕਿ ਜਿਹੜੀਆਂ ਤੁਸੀਂ ਅੱਜ ਗੱਲਾਂ ਕੀਤੀਆਂ, ਮੈਨੂੰ ਉਮੀਦ ਹੈ ਕਿ ਜਦੋਂ ਇਹ ਬਾਹਰ ਸੰਸਾਰ 'ਚ ਜਾਣਗੀਆਂ, ਭੈਣਾਂ ਭਰਾਵਾਂ ਤੱਕ ਪਹੁੰਚਣਗੀਆਂ, ਜ਼ਰੂਰ ਸੋਚਣ ਤੇ ਮਜਬੂਰ ਹੋਣਗੇ ਕਿ ਧਾਰਮਿਕ ਗ੍ਰੰਥਾਂ ਨੂੰ ਸਾਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ। ਖਾਸ ਤੌਰ ਤੇ ਧਾਰਮਿਕ ਗ੍ਰੰਥਾਂ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਲਿਆਂਦਾ ਜਾਂਦਾ ਹੈ, ਆਹ ਗਲਤ ਹੈ। ਤੁਸੀਂ ਅੱਜ ਇੱਕ ਵੱਖਰਾ ਨਜ਼ਰੀਆ ਦਿੱਤਾ ਹੈ ਉਸ ਚੀਜ਼ ਨੂੰ ਦੇਖਣ ਦੇ ਲਈ, ਉਸ ਚੀਜ਼ ਨੂੰ ਸਮਝਣ ਦੇ ਲਈ। ਇਸੇ ਤਰੀਕੇ ਨਾਲ ਤੁਸੀਂ ਅੱਜ ਮਰਿਆਦਾ ਨੂੰ ਜਿਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਤਿਕਾਰ ਤੇ ਮਰਿਆਦਾ ਦੇ ਵਿੱਚ ਕਿਸ ਤਰੀਕੇ ਨਾਲ ਉਹਨੂੰ ਅੱਜ ਮਿਲਗੋਭਾ ਕੀਤਾ ਜਾ ਰਿਹਾ। ਪਰ ਉੱਥੇ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ, ਤਾਂ ਤੁਸੀਂ ਪ੍ਰਚਾਰ ਕਰਦੇ ਹੋ, ਇੱਕ ਸਵਾਲ ਮੇਰੇ ਮਨ 'ਚ ਹੈ ਤੁਹਾਡੇ ਲਈ ਕਿ ਜੋ ਇਸ ਵੇਲੇ ਅਸੀਂ ਹਮੇਸ਼ਾ ਹੀ ਇਹ ਸਾਰਾ, ਮੈਂ ਵੀ, ਤੁਸੀਂ ਵੀ, ਜਿੰਨਾ ਵੀ ਸਾਡਾ ਸਿੱਖ ਧਰਮ ਹੈ, ਅਸੀਂ ਕਹਿੰਦੇ ਇੱਕ ਗ੍ਰੰਥ, ਇੱਕ ਪੰਥ ਹੋ ਜਾਈਏ, ਪਰ ਫਿਰ ਸਾਡੇ 'ਚ ਵਖਰੇਵੇਂ ਕਿਉਂ ਵਧੀ ਜਾਂਦੇ ਨੇ? ਤੇ ਭਾਈ ਬਲਜਿੰਦਰ ਸਿੰਘ ਜੀ, ਅਸੀਂ ਕੇਵਲ ਇਸ ਦੌੜ ਦੇ ਵਿੱਚ ਲੱਗੇ ਹੋਏ ਆ ਵੀ ਮੈਨੂੰ ਸੁਣਨ ਵਾਲੇ ਮੇਰੇ ਫੋਲੋਵਰ ਵੱਧ ਹੋਣ। ਤੇ ਹੁਣ ਜੇਕਰ ਤੁਸੀਂ ਕਥਾ ਕਰ ਰਹੇ ਹੋ, ਇਤਿਹਾਸ ਸੁਣਾ ਰਹੇ ਹੋ, ਤੇ ਸੰਗਤ ਦੀ ਵੀ ਇਹ ਮੈਂ ਕਹਾਂਗਾ ਕਿ ਇੱਕ ਸੁਭਾਅ ਬਣ ਗਿਆ ਵੀ ਸੰਗਤ ਵੀ ਜਿਹੜੀ ਨਿਰੋਲ ਗੁਰਬਾਣੀ ਕਥਾ ਪ੍ਰਚਾਰ ਨਹੀਂ ਸੁਣਦੀ, ਸੰਗਤ ਨੂੰ ਵੀ ਉਹਦੇ ਵਿੱਚ ਮਸਾਲਾ ਚਾਹੀਦਾ। ਤੇ ਪ੍ਰਚਾਰਕ ਫਿਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੇ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਵੀ ਮੈਂ ਕੋਈ ਇਹੋ ਜਿਹੀ ਗੱਲ ਕੱਢ ਕੇ ਲਿਆਵਾਂ ਜਿਹੜੀ ਕਦੇ ਕਿਸੇ ਨੇ ਕੀਤੀ ਨਾ ਹੋਵੇ, ਜਾਂ ਅੱਜ ਤਾਈਂ ਸੰਗਤ ਦੇ ਵਿੱਚ ਪ੍ਰਚਾਰੀ ਨਾ ਗਈ ਹੋਵੇ। ਤੇ ਦਿਨਾਂ ਦੇ ਵਿੱਚ ਹੀ ਮੇਰਾ ਇੱਕ ਦਿਹਾੜੀ ਦੇ ਵਿੱਚ ਹੀ YouTube ਦੇ ਵਿਊ ਵੱਧ ਜਾਣ ਵੀ ਇਹਨਾਂ ਨੇ ਤੇ ਬਹੁਤ ਵੱਡੀ ਗੱਲ ਕੱਢ ਕੇ ਲਿਆਂਦੀ, ਅੱਜ ਤੱਕ ਕਦੇ ਇਹ ਗੱਲ ਸਾਹਮਣੇ ਨਹੀਂ ਸੀ ਆਈ। ਸੋ ਆਪਣੀ ਸੋਭਾ ਦੇ ਵਾਸਤੇ ਇਹ ਕਾਰਨ ਹੋ ਰਿਹਾ। ਤੇ ਦੂਸਰੀ ਗੱਲ, ਆਪਣੀ ਮਰਿਆਦਾ ਦਾ ਇੱਕ ਪੱਖ ਹੋਰ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਸੀ। ਜ਼ਰੂਰ ਜੀ। ਕਿ ਜਿੱਥੇ 14/3/1927 ਦੇ ਵਿੱਚ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਹਾਂਜੀ, ਜਿਹਦੇ ਵਿੱਚ ਤਕਰੀਬਨ 29-30 ਦੇ ਮੇਰਾ ਖਿਆਲ ਕਰੀਬ ਸਿੰਘ ਸਨ। ਉਹਨਾਂ ਦੇ ਨਾਮ ਮੈਂ ਤੁਹਾਨੂੰ ਭੇਜੇ ਹੋਏ ਨੇ, ਤੁਸੀਂ ਸੰਗਤ ਨਾਲ ਸਾਂਝੇ ਕਰ ਦਿਓ। ਤੇ ਉਹਦੇ ਉੱਪਰ ਉਸ ਮਤੇ ਦੀ ਮੈਂ ਕਾਪੀ ਵੀ ਤੁਹਾਨੂੰ ਭੇਜੀ ਹੋਈ, ਜਿਹੜੀ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਵਿੱਚੋਂ ਹੈ। ਠੀਕ ਹੈ ਜੀ। ਤੇ ਉੱਥੇ ਬਕਾਇਦਾ ਗੱਲ ਕੀਤੀ ਗਈ ਸੀ ਕਿ ਇਹਨਾਂ ਸਿੰਘਾਂ ਦੀ ਡਿਊਟੀ ਲਾਈ ਜਾਂਦੀ ਹੈ ਤੇ ਇਹ ਇਸ ਗੱਲ ਦੇ ਉੱਪਰ ਵਿਚਾਰ ਕਰਨ ਤੇ ਮਰਿਆਦਾ ਦੇ ਪੱਖ ਤੋਂ ਜੇਕਰ ਕਿਤੇ ਕੋਈ ਊਣਤਾਈ ਲੱਗਦੀ ਹੈ ਜਾਂ ਕੋਈ ਨਿੱਜੀ ਰੂਪ ਦੇ ਵਿੱਚ ਆਪਣੀ ਮਨਮਰਜ਼ੀ ਕਰਦਾ, ਉਹਨੂੰ ਰੋਕਣ ਵਾਸਤੇ ਆਪਾਂ ਕੋਈ ਇੱਕ ਸਾਂਝਾ ਢਾਂਚਾ ਬਣਾ ਦਈਏ ਕਿ ਜਿਹੜਾ ਕੋਈ ਵੀ ਕਿਸ ਗੱਲ ਤੋਂ ਬਾਹਰ ਨਾ ਜਾਵੇ। ਜੇਕਰ ਕੋਈ ਆਪਾਂ ਕਹੀਏ ਕਿ ਦਾਇਰਾ ਨਹੀਂ ਹੋਏਗਾ ਤੇ ਸਾਰੇ ਆਪਣੀਆਂ ਮਰਜ਼ੀਆਂ ਕਰਨਗੇ, ਕੋਈ ਦਾਇਰਾ ਹੋਏਗਾ ਤੇ ਫਿਰ ਆਪਾਂ ਕਹਿ ਸਕਦੇ ਭਾਈ ਇੱਕ ਇਹ ਦਾਇਰਾ ਬਣਿਆ ਹੋਇਆ, ਤੂੰ ਇਹਦੇ ਚੋਂ ਬਾਹਰ ਨਹੀਂ ਜਾ ਸਕਦਾ। ਉਸ ਤੋਂ ਬਾਅਦ ਭਾਈ ਬਲਜਿੰਦਰ ਸਿੰਘ ਜੀ, ਇਹ ਮੀਟਿੰਗ ਹੋਣ ਤੋਂ ਬਾਅਦ ਸਿੰਘਾਂ ਦੀ ਡਿਊਟੀ ਲਾਈ ਗਈ ਤੇ ਦੁਬਾਰਾ ਦੂਜਾ ਇਜਲਾਸ ਜਿਹੜਾ 10 ਤਰੀਕ ਨੂੰ, ਜਿਹੜਾ 1933 ਦੇ ਵਿੱਚ, ਵਾਹਿਗੁਰੂ 29 ਤਰੀਕ 10ਵੇਂ ਮਹੀਨੇ 1933 ਦੇ ਵਿੱਚ ਦੁਬਾਰਾ ਇਜਲਾਸ ਹੋਇਆ। ਜਿਹੜਾ ਸਿੰਘਾਂ ਦੀ ਡਿਊਟੀ ਲਾਈ ਗਈ ਸੀ, ਉਹਨਾਂ ਨੇ ਲਿਆ ਕਰਕੇ ਇੱਕ ਖਰੜਾ ਪੇਸ਼ ਕੀਤਾ ਮਰਿਆਦਾ ਦੇ ਪ੍ਰਥਾਏ, ਜਿਹਦੇ ਸੰਬੰਧ ਦੇ ਵਿੱਚ 2 ਦਿਨ ਤੱਕ ਲਗਾਤਾਰ ਬਹਿਸ ਹੁੰਦੀ ਰਹੀ ਹੈ। ਪਰ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ, ਕਿਉਂਕਿ ਮਰਿਆਦਾ ਦੇ ਪੱਖ ਤੋਂ ਬਹੁਤ ਸਾਰੇ ਧੜੇ ਨੇ, ਕੁਝ ਕਰਦੇ ਨੇ, ਕੋਈ ਕੁਝ ਕਰਦੇ ਨੇ, ਤੇ ਉਹਨਾਂ ਦੀ ਆਪਸੀ ਸਹਿਮਤੀ ਨਾ ਹੋਣ ਦੇ ਕਾਰਨ ਉਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਅਨਿਸ਼ਚਿਤ ਸਮੇਂ ਦੇ ਲਈ।
ਤੇ ਉਹਦੇ ਵਿੱਚ ਬਕਾਇਦਾ ਮੈਂ ਤੁਹਾਨੂੰ ਰਿਕਾਰਡ ਦੀ ਕਾਪੀ ਭੇਜੀ ਹੋਈ ਹੈ, ਜਿੱਥੇ ਇਹ ਲਿਖਿਆ ਹੋਇਆ ਹੈ ਕਿ ਅੱਜ ਦੀ ਇਕੱਤਰਤਾ ਦੇ ਵਿੱਚ ਫਲਾਣੇ ਸਿੰਘ ਨੇ ਅਰਦਾਸਾ ਸੋਧ ਕੇ ਇਹ ਮਤਾ ਰੱਖਿਆ ਸੀ, ਪਰ 2 ਦਿਨ ਦੀ ਬਹਿਸ ਤੋਂ ਬਾਅਦ ਇਹ ਗੱਲ ਸਿਰੇ ਨਹੀਂ ਚੜੀ ਤੇ ਜਿਹੜਾ ਖਰੜਾ ਲਿਆਂਦਾ ਗਿਆ ਸੀ ਉਸ ਨੂੰ ਰੱਖ ਕਰਕੇ ਅਨਿਸ਼ਚਿਤ ਸਮੇਂ ਵਾਸਤੇ ਇਹ ਮੁਲਤਵੀ ਕਰ ਦਿੱਤਾ ਗਿਆ। ਉਸ ਦਿਨ ਤੋਂ ਲੈ ਕਰਕੇ ਬਲਜਿੰਦਰ ਸਿੰਘ ਜੀ ਅੱਜ ਦੇ ਦਿਨ ਤੱਕ ਉਹ ਦੁਬਾਰਾ ਇਕੱਤਰਤਾ ਨਹੀਂ ਹੋਈ ਪੰਥ ਦੀ, 1933 ਤੋਂ ਬਾਅਦ ਜੀ। ਤੇ ਹੁਣ ਭਾਈ ਰਣਜੀਤ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਕਿ ਮੈਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ, ਤੇ ਮੇਰਾ ਇਹ ਸਵਾਲ ਹੈ ਵੀ ਉਹ ਮੈਨੂੰ ਦੱਸਣ ਵੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਕਦੋਂ ਬਣੀ ਸੀ, ਕਿਹਨਾਂ ਨੇ ਬਣਾਈ ਸੀ ਤੇ ਕਦੋਂ ਪਾਸ ਹੋਈ ਸੀ। ਪਰ ਉੱਥੇ ਦੇਖੋ ਇਹ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ, ਪਰ ਉੱਥੇ ਇੱਕ ਆਪਾਂ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਦੁਬਾਰਾ ਇੱਕ ਵਾਰ ਫਿਰ। ਇਸੇ ਕਰਕੇ ਹੀ ਇਹ ਸਵਾਲ ਮੈਂ ਰੱਖਿਆ ਸੀ ਭਾਈ ਸਾਹਿਬ ਦੇ ਅੱਗੇ ਕਿ ਭਾਈ ਸਾਹਿਬ ਤੁਸੀਂ ਕੋਈ ਵੀ ਚੀਜ਼ ਹੈ ਉਹਦੇ ਲਈ ਕਿਸ ਵਿਦਵਾਨ ਦੇ ਨਾਲ ਤੁਸੀਂ ਵਿਚਾਰ ਕੀਤੀ, ਕਿਸੇ ਨਾਲ ਕੋਈ ਕੰਸਲਟੇਸ਼ਨ ਕੀਤੀ, ਕੋਈ ਵੀ ਚੀਜ਼ ਹੈ ਜਿਵੇਂ ਤੁਸੀਂ ਅੱਜ ਇਹਨੂੰ ਬੜਾ ਡਿਟੇਲ 'ਚ ਦੱਸ ਰਹੇ ਹੋ ਸੰਗਤਾਂ ਨੂੰ, ਇਸੇ ਤਰੀਕੇ ਦੇ ਨਾਲ ਜਿਹੜੀ ਕਿਸੇ ਵੀ ਚੀਜ਼ ਦੀ ਡੂੰਘਾਈ ਉਹ ਸਾਹਮਣੇ ਆਉਂਦੀ ਹੈ। ਕੋਈ ਵੀ ਚੀਜ਼ ਸਰੋਤਾਂ 'ਚ ਪਏ ਨੇ, ਪਰ ਮੈਂ ਕਹਿੰਦਾ ਕਿ ਬਘੇਲ ਸਿੰਘ ਜੀ ਤੁਸੀਂ ਵੀ ਜਾਣਦੇ ਹੋ, ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਕੌਮ ਦੀ ਇੱਕ ਤਰਾਸਦੀ ਆ ਕਿ ਅਸੀਂ ਖੁਦ ਆਪ ਇਤਿਹਾਸ ਨਹੀਂ ਪੜ੍ਹਦੇ। ਸਾਡੇ ਸਾਰੇ ਸਰੋਤ ਹੈਗੇ ਨੇ, ਅਸੀਂ ਸਾਰੇ ਹੀ ਰੌਲਾ ਪਾਉਂਦੇ, ਉਹਨਾਂ ਵਿੱਚ ਅਸੀਂ ਵੀ ਆ ਰੌਲਾ ਪਾਉਣ ਵਾਲੇ ਕਿ ਮਿਲ ਗੋਬਾ ਹੋ ਗਿਆ, ਇਹ ਹੋ ਗਿਆ, ਪਰ ਕਦੀ ਕਿਸੇ ਨੇ ਬਹਿ ਕੇ ਮੈਨੂੰ ਲੱਗਦਾ ਕਿ ਅਸੀਂ ਇਹ ਚੀਜ਼ਾਂ ਛੱਡ ਦਿੱਤੀਆਂ। ਵਿਦਵਾਨਾਂ ਦੇ ਸਿਰ ਤੇ ਇੱਕ ਵਾਰ ਡਿਊਟੀ ਬਣਦੀ ਵੀ ਹੈ, ਵਿਦਵਾਨਾਂ ਦੀ, ਸੰਸਥਾਵਾਂ ਦੀ, ਸ਼ਖਸੀਅਤਾਂ ਦੀ ਬਣਦੀ ਹੈ, ਪਰ ਆਮ ਇਨਸਾਨ ਨੂੰ ਵੀ ਇਸ ਵਿੱਚ ਆਪਣਾ ਦੇਖਣਾ ਚਾਹੀਦਾ ਕਿ ਉਹਨਾਂ ਨੇ ਕਿੰਨਾ ਕੁ ਇਤਿਹਾਸ ਪੜ੍ਹਿਆ, ਉਸ ਤੋਂ ਕਿੰਨਾ ਕੁ ਜਾਣੂ ਨੇ, ਤਾਂ ਕਿ ਕੋਈ ਤੁਹਾਨੂੰ ਕੋਈ ਗਲਤ ਚੀਜ਼ ਨਾ ਸੁਣਾ ਕੇ ਜਾਵੇ। ਜੇ ਤੁਹਾਨੂੰ ਕੋਈ ਚੀਜ਼ ਸੁਣਾਉਂਦਾ ਤੁਹਾਡੇ ਕੋਲ ਐਟਲੀਸਟ ਇੰਨੀ ਸੈਂਸ ਹੋਵੇ, ਨਹੀਂ ਯਾਰ ਇਹ ਚੀਜ਼ ਮੈਨੂੰ ਹਜਮ ਨਹੀਂ ਹੋਈ, ਪਰ ਮੈਂ ਤਾਂ ਏਦਾਂ ਪੜ੍ਹੀ ਹੈ, ਮੈਨੂੰ ਲੱਗਦਾ ਕਿ ਏਦਾਂ ਹੋਣਾ ਚਾਹੀਦਾ ਹਨਾ। ਬਿਲਕੁਲ ਭਾਈ ਬਲਜਿੰਦਰ ਸਿੰਘ ਜੀ, ਉਹਦੇ 'ਚ ਮੈਂ ਇਹੀ ਗੱਲ ਸਪਸ਼ਟ ਕਰਨੀ ਚਾਹੁੰਦਾ ਸੀ ਕਿ ਜਦੋਂ ਦਾਸ ਵੱਲੋਂ ਵੀ ਇੱਕ ਵੀਡੀਓ ਪਾਈ ਗਈ ਸੀ ਤੇ ਉਹਦੇ ਵਿੱਚ ਮੈਂ ਗੱਲ ਕਹੀ ਸੀ ਕਿ ਜੀ ਮਰਿਆਦਾ ਨਹੀਂ ਹੈ, ਖਰੜਾ ਹੈ। ਤੇ ਦਾਸ ਦੇ ਉੱਪਰ ਵੀ ਬਹੁਤ ਸਵਾਲ ਕੀਤੇ ਗਏ ਜੀ, ਇਹ ਤੇ ਬਾਬੇ ਨੇ ਤੇ ਬੂਬਨੇ ਨੇ ਤੇ ਇਹ ਆ ਤੇ ਉਹ ਹੈ ਫਲਾਨਾ, ਬਹੁਤ ਕੁਝ ਇਹਨਾਂ ਵੱਲੋਂ ਬੋਲਿਆ ਗਿਆ। ਦੇਖੋ ਇੱਕ ਚੀਜ਼ ਮੈਂ ਕਹਿੰਦਾ ਜੀ, ਇੱਕ ਹੁੰਦਾ ਜੀ ਆਪਾਂ ਸੁਣਦੇ ਹੀ ਆਏ ਆ, ਦੇਖਦੇ ਵੀ ਆ, ਦੇਖ ਵੀ ਰਹੇ ਆ, ਜਿਹੜੀ ਸ਼ਬਦਾਂ ਵਾਲੀ ਜੰਗ ਹੈ ਨਾ, ਇਹ ਕਦੀ ਖਤਮ ਨਹੀਂ ਹੋ ਸਕਦੀ। ਬਿਲਕੁਲ ਦੇਖੋ ਅਸੀਂ ਆਪਾਂ ਪੇਂਡੂ ਪਰਿਵਾਰਾਂ ਤੋਂ ਆ, ਉਤੋਂ ਆਪਾਂ ਪਿੰਡਾਂ ਵਿੱਚੋਂ ਆਏ ਆ, ਉੱਥੇ ਵੀ ਇਹੀ ਆ ਕਿ ਕੋਈ ਵੀ ਚੀਜ਼ ਹੈ ਵਿਦਵਾਨ ਤੋਂ ਵਿਦਵਾਨ, ਸਿਆਣ ਤੋਂ ਸਿਆਣੇ, ਸ਼ਖਸੀਅਤਾਂ, ਕੋਰਟਾਂ ਕਚਹਿਰੀਆਂ, ਜਿੱਥੇ ਵੀ ਗੱਲ ਕਰ ਲਓ, ਕਿੱਥੇ ਆ ਕੇ ਨਿਪਟਦੀ, ਟੇਬਲ ਟਾਕ ਦੇ ਉੱਤੇ ਆ ਕੇ ਜੀ। ਉਹ ਗੱਲ ਇਹ ਹੈ ਕਿ ਜੀ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਹਮੇਸ਼ਾ ਹੀ ਉਸ ਚੀਜ਼ਾਂ ਨੂੰ ਸੰਗਤ ਦੇ ਅੱਗੇ ਰੱਖਣਾ ਚਾਹੀਦਾ ਤਾਂ ਕਿ ਸੰਗਤ ਨੂੰ ਵੀ ਇਸ ਚੀਜ਼ ਦਾ ਪਤਾ ਲੱਗੇ। ਦੇਖੋ ਬੋਲਣ ਵਾਲੇ ਨੇ ਤਾਂ ਬੋਲਣਾ ਹੈ, ਜਿਹੜੀ ਸ਼ਬਦਾਂ ਦੀ ਜੰਗ ਛਿੜੀ ਹੋਈ ਹੈ ਇਸ ਵੇਲੇ ਸਾਡੀ ਕੌਮ ਦੇ ਵਿੱਚ, ਉਹ ਸ਼ਬਦਾਂ ਦੀ ਜੰਗ ਦੇ ਨਾਲ ਕਿਤੇ ਆ ਕੇ ਫੈਸਲਾ ਨਹੀਂ ਹੋਣਾ ਸਾਡੇ ਕੋਲ, ਤੇ ਸਾਨੂੰ ਇਹ ਕਿਸੇ ਨਾ ਕਿਸੇ ਕੁਝ ਸੁਚੱਜੇ ਢੰਗ ਲੱਭਣੇ ਪੈਣੇ ਨੇ। ਸੋ ਬਘੇਲ ਸਿੰਘ ਜੀ ਅੱਗੇ ਵਧਦੇ ਆ। ਮੈਨੂੰ ਲੱਗਦਾ ਕਿ ਜੀ ਜੇ ਤੁਹਾਡੇ ਨਾਲ ਜਿਹੜੇ ਪੱਖ ਸੀਗੇ ਆਪਾਂ ਧਾਰਮਿਕ ਸਰੋਤਾਂ ਦੇ, ਤੁਸੀਂ ਉਹ ਵੀ ਕਲੀਅਰ ਕਰ ਦਿੱਤੇ ਨੇ, ਮਰਿਆਦਾ ਨੂੰ ਤੇ ਸਤਿਕਾਰ ਨੂੰ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ, ਅੰਮ੍ਰਿਤ ਸੰਚਾਰ ਦੀ ਵਿਧੀ ਦੇ ਉੱਤੇ ਵੀ ਤੁਸੀਂ ਬਹੁਤ ਸੁਚੱਜੇ ਢੰਗ ਨਾਲ ਬੋਲਿਆ। ਸੋ ਇੱਕ ਸਵਾਲ ਮੈਂ ਕਰਨਾ ਚਾਹੁੰਦਾ, ਦੇਖੋ ਇੱਕ ਵੀਡੀਓ ਜਿਹੜੀ ਆਪਾਂ ਇੰਟਰਵਿਊ ਮੈਂ ਕੀਤੀ ਸੀ ਭਾਈ ਸਾਹਿਬ ਹੋਰਾਂ ਦਾ, ਆਪਾਂ ਰਣਜੀਤ ਸਿੰਘ ਢੱਡਰਿਆਂ ਦੀ ਇੰਟਰਵਿਊ ਕੀਤੀ ਲਾਈ, ਮੇਰੇ ਸਤਿਕਾਰਯੋਗ ਨੇ ਸੰਸਥਾਵਾਂ ਨੇ, ਮੇਰੇ ਆਪਣੇ ਜਿਨ੍ਹਾਂ ਨੂੰ ਪਿਛਲੇ ਮੈਂ 8-9 ਸਾਲ ਤੋਂ ਵਿਚਰਦਾ ਆਇਆ, ਔਰ ਉਹਨਾਂ ਵੱਲੋਂ ਥੋੜਾ ਇਤਰਾਜ਼ ਸੀਗਾ ਕਿ ਤੁਹਾਨੂੰ ਇਹਦਾ ਇੰਟਰਵਿਊ ਤੁਸੀਂ UK ਚਲਾ ਨਹੀਂ ਸਕਦੇ। ਸੋ ਐਜ਼ ਏ ਪ੍ਰਚਾਰਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਉੱਤੇ ਕਿ ਮੀਡੀਆ ਨੂੰ ਕੀ ਹੱਕ ਹੋਣਾ ਚਾਹੀਦਾ, ਮੀਡੀਆ ਦਾ ਕੀ ਅਧਿਕਾਰ ਹੋਣਾ ਚਾਹੀਦਾ, ਮੀਡੀਆ ਦਾ ਮਕਸਦ ਕੀ ਹੈ? ਇਹ ਭਾਈ ਬਲਜਿੰਦਰ ਸਿੰਘ ਜੀ ਬੜਾ ਵਧੀਆ ਸਵਾਲ ਤੁਸੀਂ ਕੀਤਾ। ਦੇਖੋ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੀ ਉਹ ਹਰ ਪੱਖ ਨੂੰ ਬਿਲਕੁਲ ਨਿਰੋਲ ਢੰਗ ਦੇ ਨਾਲ ਪੇਸ਼ ਕਰ ਦੇਵੇ ਸੰਗਤ ਦੇ ਸਾਹਮਣੇ। ਮੀਡੀਆ ਜੱਜ ਬਣ ਕੇ ਫੈਸਲਾ ਨਹੀਂ ਕਰ ਸਕਦਾ। ਤੇ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸਪਸ਼ਟ ਕਰਦਿਆਂ, ਧਾਰਮਿਕ ਰੂਪ ਦੇ ਵਿੱਚ ਕੋਈ ਵੀ ਮਸਲਾ ਹੋਵੇ, ਭਾਵੇਂ ਉਹ ਗੁਰਦੁਆਰਾ ਸੰਬੰਧਿਤ ਨਾਲ ਹੈ, ਭਾਵੇਂ ਉਹ ਪੰਥ ਦੇ ਨਾਲ ਹੈ, ਭਾਵੇਂ ਉਹ ਕਿਸੇ ਵੀ ਗੱਲ ਦੇ ਨਾਲ ਹੈ, ਕਿਸੇ ਵੀ ਮੀਡੀਆ ਨੂੰ, ਕਿਸੇ ਵੀ ਚੈਨਲ ਨੂੰ ਇਹ ਅਧਿਕਾਰ ਨਹੀਂ ਵੀ ਉਹ ਉਸ ਮਸਲੇ ਦੇ ਵਿੱਚ ਆਪਣੀ ਪੈਰਵੀ ਕਰਦਿਆਂ ਹੋਇਆਂ ਉਸ ਮਸਲੇ ਦਾ ਹੱਲ ਕੱਢਣ ਦਾ ਯਤਨ ਕਰੇ ਜਾਂ ਉਸ ਮਸਲੇ ਦਾ ਸਹੀ ਗਲਤ ਹੋਣ ਦਾ ਨਿਰਣਾ ਕਰੇ। ਬਿਲਕੁਲ ਹੋ ਕੀ ਰਿਹਾ ਭਾਈ ਬਲਜਿੰਦਰ ਸਿੰਘ ਜੀ, ਮੈਂ ਇਕੱਲਾ ਤੁਹਾਨੂੰ ਨਹੀਂ ਕਹਿ ਰਿਹਾ, ਬਹੁਤ ਸਾਰੇ ਇੰਗਲੈਂਡ ਦੇ ਮੀਡੀਆ ਦਾਸ ਵੀ ਕੰਮ ਕਰਦਾ ਰਿਹਾ, ਪ੍ਰੋਗਰਾਮ ਕਰਦਾ ਰਿਹਾ। ਇੱਕ ਪੱਖ ਨੂੰ ਲੈ ਕਰਕੇ ਉਸ ਪੱਖ ਨੂੰ ਸਾਹਮਣੇ ਰੱਖਿਆ ਜਾਂਦਾ ਤੇ ਦੂਜੇ ਪੱਖ ਦੇ ਉੱਪਰ ਬਗੈਰ ਉਹਨਾਂ ਦੇ ਕਿਸੇ ਨੁਮਾਇੰਦੇ ਨੂੰ ਲਿਆ ਜਾਂ ਬਗੈਰ ਉਹਨਾਂ ਦੀ ਕੋਈ ਗੱਲ ਸਾਹਮਣੇ ਰੱਖਿਆ ਉਹਦੇ ਉੱਪਰ ਟਾਰਗੇਟ ਕਰਕੇ ਗੱਲ ਕਰ ਦਿੱਤੀ ਜਾਂਦੀ, ਤੇ ਜਦੋਂ ਦੂਜਾ ਪੱਖ ਆਉਂਦਾ ਉਹ ਪਹਿਲੇ ਪੱਖ ਨੂੰ ਟਾਰਗੇਟ ਕਰ ਜਾਂਦਾ। ਇਹ ਚੀਜ਼ ਆਮ ਮੀਡੀਆ 'ਚ ਹੁੰਦੀ ਹੈ।
ਪਰ ਮੀਡੀਆ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੋਵਾਂ ਪੱਖਾਂ ਨੂੰ ਰੱਖ ਦੇਵੇ, ਪਰ ਕਦੇ ਵੀ ਇਹ ਦਲੀਲ ਨਾ ਦੇਵੇ ਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਬਿਲਕੁਲ ਜੀ, ਬਿਲਕੁਲ ਇਹ ਠੀਕ ਹੈ ਜਾਂ ਇਹ ਗਲਤ ਹੈ, ਕਿਉਂਕਿ ਉਹਦੇ ਵਿੱਚ ਭਾਈ ਰਣਜੀਤ ਸਿੰਘ ਜੀ ਨੇ 2 ਵਾਰਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਇੱਕ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਨੂੰ ਲੈ ਕਰਕੇ, ਤੇ ਇੱਕ ਸਵਾਲ ਉਹਨਾਂ ਨੇ ਹੋਰ ਕੀਤਾ ਸੀ, ਤੇ ਉਹ ਕਹਿੰਦੇ ਬਲਜਿੰਦਰ ਸਿੰਘ ਜੀ ਮੈਂ ਤੁਹਾਨੂੰ ਪੁੱਛਦਾ ਤੇ ਤੁਸੀਂ ਹਾਮੀ ਭਰੀ ਸੀ ਨਾਲ ਇੰਟਰਵਿਊ ਦੇ ਵਿੱਚ। ਕਿਸ ਗੱਲ ਦੇ ਉੱਤੇ ਜੀ? ਜਿਸ ਤਰ੍ਹਾਂ ਉਹਨਾਂ ਨੇ ਗੱਲ ਕਹੀ ਸੀ ਕਿ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸ਼ਹੀਦ ਨਹੀਂ ਮੰਨਦੇ ਉਹ ਤੇ ਕੌਮ ਦੇ ਸਭ ਤੋਂ ਵੱਡੇ ਗਦਾਰ ਨੇ। ਉਹਨਾਂ ਨੇ ਬਿਲਕੁਲ ਜੀ ਇਸੇ ਤਰੀਕੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਬਿਲਕੁਲ ਤੁਹਾਡਾ ਇੱਥੇ ਮੈਂ ਨਾਲ ਜੋੜ ਦੇਣਾ, ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਸੰਤਾਂ ਨੂੰ ਸ਼ਹੀਦ ਨਹੀਂ ਮੰਨਦੇ ਕੀ ਫਿਰ ਉਹ ਭਗੌੜੇ ਨੇ? ਇਹ ਸ਼ਬਦ ਉਹਨਾਂ ਨੇ ਵਰਤੇ ਆਪਣੀ ਇੰਟਰਵਿਊ ਦੇ ਵਿੱਚ। ਉਹਦੇ ਵਿੱਚ ਭਾਈ ਬਲਜਿੰਦਰ ਸਿੰਘ ਜੀ ਮੈਂ ਸਾਫ਼ ਤੇ ਸਪਸ਼ਟ ਗੱਲ ਕਰ ਰਿਹਾ, ਕਿਉਂਕਿ ਦੇਖੋ ਆਪਾਂ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਵੀ ਆ, ਉੱਥੇ ਐਜ਼ ਏ ਮੀਡੀਆ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਭਾਈ ਰਣਜੀਤ ਸਿੰਘ ਜੀ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਇਹ ਤੁਸੀਂ ਗੱਲ ਕਹਿ ਸਕਦੇ ਹੋ ਵੀ ਮੈਂ ਮੀਡੀਆ ਤੇ ਬੈਠਾ ਨਹੀਂ ਕਹਿ ਸਕਦਾ ਵੀ ਕੌਣ ਭਗੌੜਾ ਹੈ ਤੇ ਕੌਣ ਨਹੀਂ, ਕਿਉਂਕਿ ਤੁਸੀਂ ਇੱਕ ਪੱਖ ਨਹੀਂ ਰੱਖ ਸਕਦੇ। ਇਹਦਾ ਜਵਾਬ ਉਹ ਦੇਣ ਜਿਨ੍ਹਾਂ ਨੂੰ ਉਹ ਭਗੌੜੇ ਸੱਦਦੇ ਨੇ, ਉਹਦਾ ਉੱਤਰ ਉਹ ਦੇ ਸਕਦੇ ਨੇ। ਦੇਖੋ ਸ਼ਾਇਦ ਤੁਸੀਂ ਸਾਰੀ ਇੰਟਰਵਿਊ ਸੁਣੀ ਹੈ, ਜਦੋਂ ਉਹਨਾਂ ਨੇ ਇਹ ਗੱਲ ਕਹੀ ਇਸੇ ਕਰਕੇ ਮੈਂ ਉਹਨਾਂ ਦਾ ਅਗਲਾ ਉਸੇ ਸਵਾਲ ਨੂੰ ਮੈਂ ਇਸੇ ਕਰਕੇ ਪੁੱਛਿਆ ਸੀ ਜੇ ਤੁਸੀਂ ਫਿਰ ਦੱਸ ਦਿਓ ਕਿ ਤੁਸੀਂ ਸੰਤਾਂ ਬਾਰੇ ਕੀ ਸੋਚਦੇ ਹੋ। ਬਿਲਕੁਲ ਸਵਾਲ ਸੀ ਉਹਨਾਂ ਨੂੰ ਜੀ। ਤੇ ਉਹਦੇ ਵਿੱਚ ਜਿਹੜੀ ਤੁਸੀਂ ਇੰਟਰਵਿਊ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਆਪਣੇ ਵੱਲੋਂ ਮੀਡੀਆ ਦਾ ਰੋਲ ਨਿਭਾਇਆ ਹੈ। ਭਾਈ ਬਲਜਿੰਦਰ ਸਿੰਘ ਜੀ ਦੇਖੋ ਉਹਨਾਂ ਨੇ ਆਪਣਾ ਪੱਖ ਰੱਖਣਾ ਚਾਹਿਆ, ਤੁਸੀਂ ਉਹਨਾਂ ਨੂੰ ਸਮਾਂ ਦਿੱਤਾ, ਤੇ ਮੈਂ ਤੁਹਾਨੂੰ ਟੈਲੀਫੋਨ ਕਰਕੇ ਗੱਲ ਕੀਤੀ ਵੀ ਬਲਜਿੰਦਰ ਸਿੰਘ ਜੀ ਅਸੀਂ ਦੂਜਾ ਪੱਖ ਰੱਖਣਾ ਚਾਹੁੰਦੇ ਹੋ, ਤੁਸੀਂ ਬੜਾ ਹਲੀਮੀ ਦੇ ਨਾਲ ਪਿਆਰ ਦੇ ਨਾਲ ਤੁਸੀਂ ਕਿਹਾ ਵੀ ਭਾਈ ਜਦੋਂ ਤੁਸੀਂ ਕਹੋਗੇ ਆਪਾਂ ਸਮਾਂ ਰੱਖ ਲੈਂਦੇ ਹਾਂ। ਬਿਲਕੁਲ ਜੀ, ਤੁਸੀਂ ਮੈਨੂੰ ਮੌਕਾ ਦਿੱਤਾ, ਤੇ ਇਸ ਗੱਲ ਦੇ ਉੱਪਰ ਮੇਰੀ ਪਰਸਨਲ ਨਿੱਜੀ ਰਾਏ ਤੁਸੀਂ ਪੁੱਛੋਗੇ ਤੇ ਮੈਂ ਤੁਹਾਡੇ ਦੇ ਉੱਪਰ ਕੋਈ ਗਿਲਾ ਸ਼ਿਕਵਾ ਇਤਰਾਜ਼ ਨਹੀਂ ਕਰਾਂਗਾ, ਕਿਉਂਕਿ ਤੁਸੀਂ ਉਹਨਾਂ ਨੂੰ ਵੀ ਮੌਕਾ ਦਿੱਤਾ ਤੇ ਤੁਸੀਂ ਮੈਨੂੰ ਵੀ ਗੱਲ ਕਰਨ ਦਾ ਮੌਕਾ ਦਿੱਤਾ। ਬਿਲਕੁਲ ਜੀ, ਠੀਕ ਹੈ ਜੀ। ਜੇਕਰ ਤੁਸੀਂ ਸਮਾਂ ਨਾ ਦਿੰਦੇ ਫਿਰ ਮੈਂ ਤੁਹਾਡੇ ਤੇ ਗਿਲਾ ਕਰ ਸਕਦਾ ਸੀ ਵੀ ਬਲਜਿੰਦਰ ਸਿੰਘ ਜੀ ਤੁਸੀਂ ਪੱਖ ਕਰ ਰਹੇ ਹੋ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਨਾਲ ਨਿਭਾਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਵਾਲ ਤੁਸੀਂ ਪੁੱਛੇ ਨੇ, ਉਹਨਾਂ ਦੇ ਜਵਾਬ ਉਹਨਾਂ ਨੇ ਨਹੀਂ ਦਿੱਤੇ ਜਾਂ ਗੋਲ ਤਰੀਕੇ ਨਾਲ ਦਿੱਤੇ ਨੇ, ਇਹ ਉਹਨਾਂ ਦਾ ਪੱਖ ਹੈ, ਤੁਹਾਡਾ ਨਹੀਂ ਹੈ। ਠੀਕ ਹੈ ਜੀ। ਤੇ ਇਸ ਤੋਂ ਅੱਗੇ ਆਪਾਂ ਚੱਲੀਏ, ਜਿਹੜੀ ਮਰਿਆਦਾ ਦੀ ਗੱਲ ਚੱਲ ਰਹੀ ਸੀਗੀ, ਆਪਾਂ ਵੀ ਮਰਿਆਦਾ ਦਾ ਕਿਸ ਤਰੀਕੇ ਦੇ ਨਾਲ ਅਜੇ ਤੱਕ ਇਹ ਖਰੜਾ ਸੋਧਿਆ ਨਹੀਂ ਗਿਆ। ਤੇ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ, ਭਾਈ ਮਨੀ ਸਿੰਘ ਜੀ ਨੂੰ ਸੇਵਾ ਦੇ ਵਿੱਚ ਲਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਸੰਥਿਆ ਕਰਵਾ ਕੇ ਅੱਗੇ ਵਿਦਿਆ ਪੜਾਉਣ ਦੀ ਜਿਹੜੀ ਹੈ ਡਿਊਟੀ ਲਾਈ, ਤੇ ਮਹਾਰਾਜ ਨੇ ਸਾਰੀ ਦੀ ਸਾਰਾ ਇਹ ਜਿਹੜਾ ਸਾਨੂੰ ਸਿਸਟਮ ਦਿੱਤਾ, ਜਿਹੜਾ ਮਹਾਰਾਜ ਜੀ ਦੇ ਹੱਥ ਲਿਖਤ ਗ੍ਰੰਥਾਂ ਦੇ ਸਰੂਪਾਂ ਦੇ ਸਰੋਤਾਂ ਦੇ ਵਿੱਚ ਮੌਜੂਦ ਹੈ। ਅੱਜ ਵੀ ਟਕਸਾਲ ਦੇ ਕੋਲ ਸਾਰੀ ਉਹ ਚੀਜ਼ ਸੰਭੀ ਪਈ ਹੈ। ਸੋ ਦਮਦਮੀ ਟਕਸਾਲ ਉਸੇ ਚੀਜ਼ ਨੂੰ ਲੈ ਕਰਕੇ ਅੱਜ ਤੱਕ ਉਹਦੇ ਤੇ ਪਹਿਰਾ ਦੇ ਰਹੀ ਹੈ ਵੀ ਗੁਰੂ ਸਾਹਿਬ ਸਾਨੂੰ ਇਹ ਗੱਲ ਕਹਿ ਗਏ ਤੇ ਅਸੀਂ ਇਹ ਗੱਲ ਮੰਨ ਰਹੇ ਹਾਂ। ਨਾ ਤੇ ਅਸੀਂ ਉਹਦੇ 'ਚ ਕੋਈ ਵਾਧਾ ਕਰਦੇ ਹਾਂ ਭਾਈ ਬਲਜਿੰਦਰ ਸਿੰਘ ਜੀ, ਤੇ ਨਾ ਹੀ ਅਸੀਂ ਉਸ ਗੱਲ ਨੂੰ ਘਟਾਉਂਦੇ ਹਾਂ। ਇਸੇ ਕਰਕੇ ਸਾਨੂੰ ਕਹਿ ਦਿੱਤਾ ਜਾਂਦਾ ਵੀ ਇਹ ਸੰਪਰਦਾਈ ਸੋਚ ਰੱਖਦੇ ਨੇ ਜੀ, ਹੁਣ ਜ਼ਮਾਨਾ ਬਦਲ ਗਿਆ ਤੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਨੇ। ਪਰ ਸਾਡਾ ਵਿਸ਼ਵਾਸ ਇਹ ਹੈ, ਮਹਾਂਪੁਰਖਾਂ ਨੇ ਇਹ ਸਿਖਾਇਆ ਵੀ ਜੋ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ, ਸਾਡਾ ਅਧਿਕਾਰ ਨਹੀਂ ਵੀ ਅਸੀਂ ਗੁਰੂ ਦੀ ਗੱਲ ਨੂੰ ਬਦਲੀਏ। ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਹੁਕਮ ਕੀਤਾ, ਤੇ ਉੱਥੇ ਸਵਾਲ ਫਿਰ ਬਲਜਿੰਦਰ ਸਿੰਘ ਜੀ ਇਹ ਆ ਜਾਂਦਾ, ਇੱਕ ਛੋਟੀ ਜਿਹੀ ਮੈਂ ਉਦਾਹਰਣ ਦੇ ਦਿਆਂ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ, ਇਸ਼ਨਾਨ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ। ਹੁਣ ਮੈਂ ਆਪਣੇ ਤੇ ਲਾ ਕੇ ਇਹ ਗੱਲ ਕਹਿ ਦਿਆਂ ਕਿ ਜੇਕਰ ਮੈਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਮੈਂ ਇਸ਼ਨਾਨ ਨਹੀਂ ਕਰਦਾ ਜਾਂ ਮੈਂ ਬਾਣੀ ਨਹੀਂ ਪੜ੍ਹ ਸਕਦਾ, ਤੇ ਮੇਰੀ ਕਮਜ਼ੋਰੀ ਹੈ। ਮੈਂ ਇਹ ਗੱਲ ਨਹੀਂ ਕਹਿ ਸਕਦਾ ਵੀ ਜਿਹੜੇ ਉੱਠਦੇ ਨੇ ਜਾਂ ਜਿਹੜੇ ਪੜ੍ਹਦੇ ਨੇ ਉਹ ਪਖੰਡ ਕਰਦੇ ਨੇ ਤੇ ਮੈਂ ਸਹੀ ਹਾਂ। ਉੱਥੇ ਮੇਰੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਗੁਰੂ ਸਾਹਿਬ ਨੇ ਮੈਨੂੰ ਆਹ ਸਿਧਾਂਤ ਦਿੱਤਾ, ਕੌਣ ਉਹਨੂੰ ਮੰਨਦਾ ਕੌਣ ਉਹਨੂੰ ਨਹੀਂ ਮੰਨਦਾ ਉਹ ਉਹਦੀ ਆਪਣੀ ਮਰਜ਼ੀ ਹੈ। ਪਰ ਜੇ ਮੈਂ ਇਹ ਗੱਲ ਕਹਾਂ ਵੀ ਜਿਹੜੇ ਨਹਾਉਣ ਦੀ ਗੱਲ ਕਰਦੇ ਨੇ, ਅੰਮ੍ਰਿਤ ਵੇਲੇ ਉੱਠਣ ਦੀ ਗੱਲ ਕਰਦੇ ਨੇ, ਉਹ ਝੂਠੇ ਨੇ ਤੇ ਮੈਂ ਸੱਚਾ, ਇਹ ਗੱਲ ਪੰਥ ਦੇ ਵਿੱਚ ਪਾੜਾ ਪਾਉਂਦੀ ਹੈ। ਇਸ ਗੱਲ ਤੇ ਮੈਂ ਜ਼ਰੂਰ ਟਿੱਪਣੀ ਕਰਨੀ ਚਾਹਾਂਗਾ ਕਿ ਇਹ ਆਮ ਤੁਸੀਂ ਆਮ ਜੀਵਨ ਦੇ ਵਰਤਾਰੇ ਵਿੱਚ ਵੀ ਲਾ ਕੇ ਦੇਖ ਲਓ ਕਿ ਜਦੋਂ ਇਨਸਾਨ ਨੇ ਕੋਈ ਕਿਸੇ ਚੀਜ਼ ਤੋਂ ਭੱਜਣਾ ਹੁੰਦਾ ਹੈ ਨਾ, ਤਾਂ ਜਿਹੜਾ ਕੋਈ ਬੰਦਾ ਸਹੀ ਕੰਮ ਕਰਦਾ ਉਹਦੇ ਉੱਤੇ ਕਹਿੰਦਾ ਯਾਰ ਤੂੰ ਕੀ ਕਰੀਏ ਨਾ, ਉਹ ਇਦਾਂ ਨਹੀਂ ਹੁੰਦਾ ਯਾਰ, ਇਦਾਂ ਹੁੰਦਾ ਯਾਰ, ਉਹ ਆਹ ਕੀ ਕੰਮ ਫੜੇ ਨੇ। ਇਹ ਆਮ ਸੁਭਾਵਿਕ ਗੱਲ ਹੈ ਕਿ ਜਦੋਂ ਤੁਸੀਂ ਆਪ ਨਹੀਂ ਕਰਨਾ ਤਾਂ ਦੂਜੇ ਦੇ ਉੱਤੇ ਤੁਸੀਂ ਆਪ ਉਂਗਲ ਚੱਕਦੇ ਹੋ ਜੀ। ਤੇ ਭਾਈ ਬਲਜਿੰਦਰ ਸਿੰਘ ਜੀ ਇਹ ਮੈਂ ਗੱਲ ਇਸ ਕਰਕੇ ਕੀਤੀ, ਤੇ ਭਾਈ ਰਣਜੀਤ ਸਿੰਘ ਜੀ ਹੁਣਾਂ ਦੀ ਸਟੇਜ ਤੇ ਆਪ ਇਹ ਸਟੇਟਮੈਂਟ ਹੈ, ਕਹਿੰਦੇ ਜੀ ਪਹਿਲਾਂ ਮੈਂ ਵੀ 2 ਵਜੇ ਉੱਠ ਕੇ ਨਹਾਉਂਦਾ ਰਿਹਾ, ਇੱਥੋਂ ਤੱਕ ਕਿ ਜਹਾਜ਼ ਦੇ ਵਿੱਚ ਵੀ ਮੈਂ ਪਾਣੀ ਦੀਆਂ 2 ਬੋਤਲਾਂ ਨਾਲ ਰੱਖਦਾ ਸੀ, ਜੇ ਕਿਤੇ ਅੰਮ੍ਰਿਤ ਵੇਲਾ ਹੋ ਜਾਂਦਾ ਤਾਂ ਮੈਂ ਖੁੰਝਣ ਨਹੀਂ ਦਿੰਦਾ ਸੀ। ਪਰ ਅੰਮ੍ਰਿਤ ਵੇਲਾ ਉਹ ਨਹੀਂ ਹੈ, ਅੰਮ੍ਰਿਤ ਵੇਲਾ ਉਹੀ ਹੁੰਦਾ ਜਦੋਂ ਤੁਸੀਂ ਉੱਠ ਖੜੋ। ਠੀਕ ਹੈ ਜੀ, ਉਹਨਾਂ ਦੀ ਆਪਣੀ ਜ਼ੁਬਾਨੀ ਗੱਲ ਹੈ।
ਤੇ ਬਾਣੀ ਪੜਨ ਦਾ ਸਮਾਂ ਉਹੀ ਅੰਮ੍ਰਿਤ ਵੇਲਾ, ਜਦੋਂ ਬਾਣੀ ਪੜ੍ਹੀ ਜਾਵੇ, ਭਾਵੇਂ ਸਵੇਰੇ ਪੜ੍ਹ ਲਓ, ਭਾਵੇਂ ਦੁਪਹਿਰੇ ਪੜ੍ਹ ਲਓ, ਤੇ ਭਾਵੇਂ ਸ਼ਾਮੀ ਪੜ੍ਹ ਲਓ। ਤੇ ਹੁਣ ਤੁਸੀਂ ਦੱਸੋ ਕਿ ਜਿਹੜਾ ਲਫ਼ਜ਼ ਪਹਿਲਾਂ ਆਪਾਂ ਸਾਂਝਾ ਕੀਤਾ ਸੀ ਵੀ ਸਿੱਖ ਪ੍ਰਚਾਰਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਸੰਗਤ ਨੂੰ ਇਹ ਗੱਲ ਕਵੇ। ਜੀ ਬਘੇਲ ਸਿੰਘ ਜੀ, ਬਿਲਕੁਲ। ਦੇਖੋ ਕੁਝ ਕੁ ਜਿਹੜੀਆਂ ਅਸੀਂ ਆਪ ਖੁਦ ਚੀਜ਼ਾਂ ਨੂੰ ਦੇਖਦੇ ਆਏ ਹਾਂ ਹੁਣ ਤੱਕ, ਨਾਲ ਆਪਣੇ ਨਾਲ ਸਾਡੇ ਖੁਦ ਪੇਰੈਂਟਸ ਅੰਮ੍ਰਿਤਧਾਰੀ ਨੇ, ਅਸੀਂ ਇਹ ਚੀਜ਼ਾਂ ਨੂੰ ਦੇਖਦੇ ਆਏ ਹਾਂ। ਖੁਦ ਮੇਰੇ ਫਾਦਰ ਸਾਹਿਬ ਹੁਣ ਵੀ ਜਿਹੜੀ ਇੱਕ ਗੁਰੂ ਸਾਹਿਬ ਦੇ ਵੱਲੋਂ ਇੱਕ ਸਿੱਖ ਨੂੰ ਦੱਸੀ ਹੋਈ ਮਰਿਆਦਾ ਉਹਨੂੰ ਫੋਲੋ ਕਰਦੇ ਨੇ। ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਮੈਨੂੰ ਲੱਗਦਾ ਕਿ ਇਹ ਜਿਹੜਾ ਆਮ ਵਰਤਾਰਾ ਹੈ ਤਾਂ ਹਰ ਇੱਕ ਸਿੱਖ ਕਰਦਾ ਹੈ, ਇਹਦੇ ਉੱਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜੀ, ਤੇ ਭਾਈ ਬਲਜਿੰਦਰ ਸਿੰਘ ਜੀ, ਮੈਂ ਗੱਲ ਨੂੰ ਲਾਗੇ ਕਰਾਂ, ਤੁਹਾਡਾ ਸਮਾਂ ਬਹੁਤ ਲੈ ਰਿਹਾ, ਕਿ ਇਸ ਤਰੀਕੇ ਦੇ ਨਾਲ ਮਰਿਆਦਾ ਜੋ ਗੁਰੂ ਕਲਗੀਧਰ ਮਹਾਰਾਜ ਨੇ ਦਿੱਤੀ ਹੈ, ਦਮਦਮੀ ਟਕਸਾਲ ਉਹਦੇ ਤੇ ਪਹਿਰਾ ਦੇ ਰਹੀ ਹੈ ਤੇ ਸੰਗਤ ਨੂੰ ਪ੍ਰੇਰਨਾ ਕਰਦੀ ਪਈ ਇਹ ਕੰਮ ਕਰੋ। ਤੇ ਭਾਈ ਰਣਜੀਤ ਸਿੰਘ ਜੀ ਕਹਿੰਦੇ ਨੇ ਜੀ ਇਹ ਆਪਣੀ ਸੰਪਰਦਾਇ ਮਰਿਆਦਾ ਚਲਾ ਲਈ ਹੈ, ਜਾਂ ਟਕਸਾਲ ਆਪਣੀ ਵੱਖਰੀ ਮਰਿਆਦਾ ਲਈ ਫਿਰਦੀ ਹੈ। ਮੈਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੰਨਦਾ, ਤੇ ਮੇਰਾ ਸਵਾਲ ਫਿਰ ਉੱਥੇ ਖੜਾ ਵੀ ਅਕਾਲ ਤਖਤ ਸਾਹਿਬ ਨੇ ਕਦੋਂ ਮਰਿਆਦਾ ਬਣਾਈ, ਜਾਂ ਕਿਹੜੀ ਮਰਿਆਦਾ ਬਣਾਈ, ਕਿਹੜੇ ਜਥੇਦਾਰ ਸਾਹਿਬ ਨੇ ਪਾਸ ਕੀਤੀ, ਉਹ ਸੰਗਤ ਦੇ ਸਾਹਮਣੇ ਤੇ ਰੱਖੋ। ਜਦੋਂ ਉਹ ਖਰੜਾ ਪਾਸ ਹੀ ਨਹੀਂ ਹੋਇਆ, ਜੇ ਵਿਚਾਰ ਅਧੀਨ ਹੈ, ਤੇ ਆਪਾਂ ਉਹਨੂੰ ਮਰਿਆਦਾ ਕਿਵੇਂ ਕਵਾਂਗੇ? ਸੋ ਆਪਣਾ ਬਘੇਲ ਭਾਜੀ, ਮੈਂ ਜ਼ਰੂਰ ਇੱਥੇ ਇੱਕ ਤੁਹਾਡੇ ਨਾਲ ਸ਼ਬਦ ਸਾਂਝੇ ਕਰਾਂਗਾ। ਇੱਕ ਤਾਂ ਮੈਂ ਮਾਫੀ ਚਾਹੁੰਦਾ ਕਿ ਮੈਂ ਐਜ਼ ਅ ਜਰਨਲ ਤੁਹਾਨੂੰ ਬਘੇਲ ਭਾਜੀ ਕਹਿਤਾ, ਮੇਰਾ ਫਰਜ਼ ਹੈ ਕਿ ਨਹੀਂ, ਤੁਸੀਂ ਤਰੀਕੇ ਨਾਲ ਗੱਲ ਕਰੋ ਜੀ, ਜਿਵੇਂ ਠੀਕ ਲੱਗਦਾ, ਕੋਈ ਗੱਲ ਨਹੀਂ। ਉਹ ਥੋੜਾ ਕਈ ਵਾਰ ਹੁੰਦਾ ਨਾ ਕਿ ਆਪਾਂ ਆਮ ਜੀਵਨ ਚ ਵੀ ਮਿਲਦੇ ਵਰਤਦੇ ਹਾਂ, ਸ਼ਬਦ ਇਦਾਂ ਦੇ ਮੂੰਹ ਤੇ ਆ ਜਾਂਦੇ ਨੇ। ਸੋ ਭਾਈ ਬਘੇਲ ਸਿੰਘ ਜੀ, ਮੈਂ ਇੱਥੇ ਇੱਕ ਸ਼ਬਦ, ਫਿਰ ਇੱਕ ਸਵਾਲ ਆਉਂਦਾ ਕਿ ਜੇ 1933 ਦੇ ਵਿੱਚ ਉਹ ਖਰੜਾ ਜਿਹੜਾ ਕਿ ਪਾਸ ਨਹੀਂ ਹੋਇਆ, ਸਹਿਮਤੀ ਨਹੀਂ ਹੋਈ, ਜਿਹੜੀ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸਹਿਮਤੀ ਦੇ ਉੱਤੇ ਮਰਿਆਦਾ ਚੱਲੀ ਸੀ, ਫਿਰ ਉਹਨੂੰ ਵੀ ਨਹੀਂ ਫੋਲੋ ਕੀਤਾ ਗਿਆ। ਭਾਈ ਬਲਜਿੰਦਰ ਸਿੰਘ ਜੀ, ਇਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜਾ ਚੁਣਦੀ ਹੈ, ਸੋ ਜੇ ਆਪਾਂ ਕਹਿ ਲਈਏ ਵੀ ਸ਼੍ਰੋਮਣੀ ਕਮੇਟੀ ਹੀ ਸਾਰੇ ਫੈਸਲੇ ਕਰਦੀ ਹੈ, ਜਾਂ ਸ਼੍ਰੋਮਣੀ ਕਮੇਟੀ ਦੇ ਹੀ ਸੰਵਿਧਾਨ ਦੇ ਅਨੁਸਾਰ ਜਿਹੜੀ ਅੱਗੇ ਕਾਰਵਾਈ ਚੱਲਦੀ ਹੈ, ਤੇ ਸ਼੍ਰੋਮਣੀ ਕਮੇਟੀ 'ਚ ਜਦੋਂ ਮਤਾ ਲਿਆਂਦਾ ਗਿਆ 1927 ਦੇ ਵਿੱਚ ਮਤਾ ਆਇਆ, ਉਹਦੇ ਉੱਪਰ ਕਮੇਟੀ ਬਣਾਈ ਗਈ। 1933 ਦੇ ਵਿੱਚ ਉਸ ਮਤੇ ਤੇ ਵਿਚਾਰ ਨਹੀਂ ਹੋ ਸਕੀ ਤੇ ਉਹ ਮਤਾ ਮੁਲਤਵੀ ਕਰ ਦਿੱਤਾ ਗਿਆ। ਤੇ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਤੇ ਕੋਈ ਮਰਿਆਦਾ ਬਣੀ ਨਹੀਂ। ਵੱਖੋ ਵੱਖਰੀਆਂ ਧਿਰਾਂ ਨੇ ਆਪਣਾ ਪੱਖ ਰੱਖਿਆ, ਪਰ ਸਹਿਮਤੀ ਨਹੀਂ ਬਣੀ। ਤਾਂ ਫਿਰ ਜਿਹੜੀ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ, ਜੋ ਗੁਰੂ ਕਲਗੀਧਰ ਮਹਾਰਾਜ ਨੇ ਮਰਿਆਦਾ ਦਿੱਤੀ ਹੋਈ ਪੰਥ ਨੂੰ, ਉਹਦੇ ਉੱਪਰ ਦਮਦਮੀ ਟਕਸਾਲ ਪਹਿਰਾ ਦਿੰਦੀ ਆ ਰਹੀ ਹੈ, ਤੇ ਅੱਜ ਵੀ ਦਿੰਦੀ ਦੇ ਰਹੀ ਹੈ ਜੀ। ਭਾਈ ਬਘੇਲ ਸਿੰਘ ਜੀ, ਜਿਹੜੀ ਆਮ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਹੁਤ ਛੋਟੀ ਜਿਹੀ ਕੁਝ ਪੰਨਿਆਂ ਦੀ ਇੱਕ ਪੁਸਤਕ ਹੁੰਦੀ ਹੈ, ਜਿਹਦੇ ਉੱਤੇ ਲਿਖਿਆ ਹੁੰਦਾ ਆ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ, ਉਹ ਫਿਰ ਖਰੜਾ ਹੀ ਹੈ ਜਾਂ? ਉਹ ਬਿਲਕੁਲ ਭਾਈ ਬਲਜਿੰਦਰ ਸਿੰਘ ਜੀ, ਉਹ ਇੱਕ ਖਰੜਾ ਹੈ ਜਿਹੜਾ ਪੇਸ਼ ਕੀਤਾ ਗਿਆ ਸੀ। ਓਕੇ। ਉਹਦੇ ਵਿੱਚ ਕੁਝ ਇੱਕ ਪੱਖ ਤੁਸੀਂ ਆਪ ਉਹ ਕਾਪੀ ਭਾਵੇਂ ਸੰਗਤ ਨਾਲ ਸਾਂਝੀ ਕਰਦੇ ਹੋ, ਉਹਦੇ ਵਿੱਚ ਅੰਡਰਲਾਈਨ ਕੀਤਾ ਗਿਆ ਹੈ ਜੀ ਗੁਰਬਾਣੀ ਨੂੰ ਪੜ੍ਹਨ ਦੇ ਮੁਤਲਕ, ਕਿ ਜੀ ਰਾਗਮਾਲਾ ਗੁਰਬਾਣੀ ਦਾ ਹਿੱਸਾ ਹੈ ਜਾਂ ਨਹੀਂ ਹੈ, ਭੋਗ ਬੰਦਾਵਣੀ ਤੇ ਪਾਇਆ ਜਾਣਾ ਜਾਂ ਰਾਗਮਾਲਾ ਪੜ੍ਹ ਕੇ ਪਾਇਆ ਜਾਣਾ। ਪਰ ਨਾਲ ਇਹ ਵੀ ਗੱਲ ਕੀਤੀ ਗਈ ਹੈ ਜੀ, ਜੇਕਰ ਕੋਈ ਪੜ੍ਹਨਾ ਚਾਹੁੰਦਾ ਤੇ ਉਹ ਪੜ੍ਹ ਲਏ, ਜਿਹੜਾ ਨਹੀਂ ਪੜ੍ਹਨਾ ਚਾਹੁੰਦਾ ਉਹ ਨਾ ਪੜ੍ਹੇ। ਤੇ ਤੁਸੀਂ ਦੱਸੋ ਵੀ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਫਿਰ ਕਿਸ ਨਜ਼ਰ ਨਾਲ ਦੇਖਿਆ ਜਾਵੇਗਾ, ਵੀ ਜੇ ਕੋਈ ਪੜ੍ਹਨਾ ਚਾਹੁੰਦਾ ਤੇ ਪੜ੍ਹ ਲਓ, ਤੇ ਜੇ ਕੋਈ ਨਹੀਂ ਪੜ੍ਹਨਾ ਚਾਹੁੰਦਾ ਤੇ ਨਾ ਪੜ੍ਹੇ। ਮਤਲਬ ਕਿ ਵਿਚਾਰਧੀਨ ਉਸ ਚੀਜ਼ ਨੂੰ ਛੱਡ ਦਿੱਤਾ ਗਿਆ ਵੀ ਠੀਕ ਹੈ ਜੀ। ਤੇ ਨਾਲ ਇਹ ਵੀ ਗੱਲ ਕਹਿ ਦਿੱਤੀ ਗਈ ਕਿ ਜੀ ਇਹਦੇ ਉੱਪਰ ਕਿਸੇ ਨੂੰ ਅਧਿਕਾਰ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਰਾਗਮਾਲਾ ਨੂੰ ਹਟਾਇਆ ਜਾਵੇ। ਜਿਹੜੀਆਂ ਪੁਰਾਤਨ ਹੱਥ ਲਿਖਤ ਬੀੜਾਂ ਨੇ ਬਾਬਾ ਦੀਪ ਸਿੰਘ ਜੀ ਹੋਣਾ ਵਾਲੀਆਂ, ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਪਹਿਲੀ ਬੀੜ ਆਦਿ ਗ੍ਰੰਥ ਸਾਹਿਬ ਲਿਖਵਾਈ ਸੀ, ਭਾਈ ਬੰਨੋ ਜੀ ਵਾਲੀ ਬੀੜ ਦਾ ਜ਼ਿਕਰ ਆਉਂਦਾ, ਉਹਨਾਂ ਦੇ ਵਿੱਚ ਰਾਗਮਾਲਾ ਸਮੇਤ ਮਹਾਰਾਜ ਨੇ ਸਰੂਪ ਲਿਖੇ ਨੇ। ਠੀਕ ਹੈ, ਦੇਖੋ ਆਪਾਂ ਜ਼ਰੂਰ ਬੜਾ ਇੰਟਰਸਟਿੰਗ ਵਿਸ਼ਾ ਹੈ, ਇਹਦੇ ਉੱਤੇ ਵੀ ਆਪਾਂ ਆਉਣ ਵਾਲੇ ਸਮੇਂ ਤੇ ਲੰਬੀ ਤੇ ਵਿਚਾਰ ਕਰਾਂਗੇ। ਮੈਂ ਧਿਆਨ ਤੁਹਾਡਾ ਬਲਜਿੰਦਰ ਸਿੰਘ ਜੀ ਇਸ ਕਰਕੇ ਦਵਾਇਆ ਕਿ ਇੱਕ ਗੱਲ ਹੈ, ਉਹਦੇ ਵਿੱਚ ਹੋਰ ਬਹੁਤ ਐਸੇ ਪੱਖ ਨੇ। ਕਿਸੇ ਮਰਿਆਦਾ ਤੇ ਤੁਸੀਂ ਇੱਕ ਦਿਨ ਪੂਰਾ ਪ੍ਰੋਗਰਾਮ ਕਰ ਲਿਓ, ਮੈਂ ਤੁਹਾਨੂੰ ਦੱਸ ਦਿਆਂਗਾ। ਉਹਦੇ ਵਿੱਚ ਕਈ ਐਸੀਆਂ ਗੱਲਾਂ ਨੇ ਜਿਹਦੇ ਵਿੱਚ ਸੰਗਤ ਨੂੰ ਸਪਸ਼ਟ ਹੀ ਨਹੀਂ ਹੁੰਦਾ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਮੈਂ ਜ਼ਰੂਰ ਜੀ, ਦੇਖੋ ਆਪਣਾ ਇਹ ਬੜਾ ਇੱਕ ਮਰਿਆਦਾ ਤਾਂ ਇੱਕ ਬਹੁਤ ਅੱਛਾ ਵਿਸ਼ਾ ਹੈ, ਜਿਹਦੇ ਉੱਤੇ ਮੈਨੂੰ ਲੱਗਦਾ ਕਿ ਚੰਗੇ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਤੇ ਅੱਜ ਭਾਵੇਂ ਆਪਾਂ ਤਕਨੀਕ ਦੇ ਜ਼ਰੀਏ ਗੱਲ ਕਰ ਰਹੇ ਹਾਂ, ਪਰਮਾਤਮਾ ਕਰੇ ਜਿਹੜੀ ਆਹ ਮਹਾਮਾਰੀ ਦਾ ਜਿਹੜਾ ਦੌਰ ਫੈਲਿਆ ਹੋਇਆ ਜਲਦ ਤੋਂ ਜਲਦ ਠੀਕ ਹੋਵੇ, ਤੇ ਅਸੀਂ ਜ਼ਰੂਰ ਆਪਾਂ ਇੱਕ ਟੇਬਲ ਤੇ ਰੂਬਰੂ ਹੋ ਕੇ, ਤੇ ਜਿਹੜਾ ਕਿ ਉਹਦਾ ਫਿਰ ਆਨੰਦ ਵੱਖਰਾ ਹੀ ਹੁੰਦਾ ਸਵਾਲ ਜਵਾਬ ਕਰਨ ਦਾ,
ਸੋ ਤਕਨੀਕ ਦੇ ਜ਼ਰੀਏ ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਹੈ ਤੇ ਕਈ ਜੀ। ਸਵਾਲ ਵੀ ਤਾਂ ਮਿਸ ਹੋ ਜਾਂਦੇ ਨੇ। ਸੋ ਆਖਿਰ ਦੇ ਵਿੱਚ ਕੋਈ ਹੋਰ ਤੁਸੀਂ ਉਸ ਇੰਟਰਵਿਊ ਦੇ ਬਾਬਤ ਕੋਈ ਤੁਹਾਡੇ ਮਨ ਦੇ ਵਿੱਚ ਰਹਿ ਗਿਆ ਹੋਵੇ ਵਿਚਾਰ ਤਾਂ ਤੁਸੀਂ ਸਾਂਝਾ ਕਰ ਸਕਦੇ ਹੋ। ਹਾਂਜੀ, ਮੈਂ ਅਖੀਰ ਦੇ ਵਿੱਚ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਭਾਈ ਰਣਜੀਤ ਸਿੰਘ ਨੇ ਗੱਲ ਕਹੀ ਜੀ, ਇਹ ਮੁੱਦਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਮੈਂ ਪ੍ਰਚਾਰ ਗੁਰਸਿੱਖੀ ਵਾਲਾ ਸ਼ੁਰੂ ਕੀਤਾ ਤੇ ਇਤਿਹਾਸ ਨੂੰ ਰੱਦ ਕੀਤਾ। ਉਹਦੇ ਤੋਂ ਪਹਿਲਾਂ ਸਾਰੇ ਮੇਰੇ ਨਾਲ ਸਹਿਮਤ ਸੀਗੇ। ਇੱਕ ਵੀਡੀਓ ਮੈਂ ਤੁਹਾਨੂੰ ਉਹ ਵੀ ਭੇਜੀ ਸੀ ਕਿ ਭਾਈ ਰਣਜੀਤ ਸਿੰਘ ਜੀ ਦੇ ਭੁਪਿੰਦਰ ਸਿੰਘ ਤੇ ਹਮਲਾ ਹੋਣ ਤੋਂ ਕਈ ਸਾਲ ਪਹਿਲਾਂ ਇੰਗਲੈਂਡ ਵਿਖੇ ਦੀਵਾਨ ਸੱਜੇ ਸੀਗੇ ਤੇ ਦੀਵਾਨਾਂ ਦੇ ਵਿੱਚ ਇਹਨਾਂ ਨੇ ਕੁਝ ਇੱਕ ਗੱਲਾਂ ਐਸੀਆਂ ਕੀਤੀਆਂ ਸੀ। ਇਹਨਾਂ ਨੂੰ ਦੀਵਾਨਾਂ ਤੋਂ ਬਾਅਦ ਮੀਟਿੰਗ ਲਈ ਸੱਦਿਆ ਗਿਆ ਸੀ ਤੇ ਇਹਨਾਂ ਨੇ ਉੱਥੇ ਮਾਫੀ ਵੀ ਮੰਗੀ ਸੀ ਵੀ ਮੇਰੇ ਤੋਂ ਇਹ ਗਲਤੀ ਹੋ ਗਈ, ਮੈਂ ਇਹ ਗੱਲ ਦੁਬਾਰਾ ਨਹੀਂ ਕਰਾਂਗਾ। ਪਰ ਉਸ ਵਕਤ ਤੋਂ ਨਾ ਤਾਂ ਵੀਡੀਓ ਬਣਾਈ ਗਈ ਕੋਈ, ਨਾ ਇਹਨਾਂ ਨੂੰ ਇਸ ਤਰੀਕੇ ਨਾਲ ਕੋਈ ਭੰਡਿਆ ਗਿਆ ਸੀ ਵੀ ਇਹਨਾਂ ਦੀ ਵੀਡੀਓ ਮਾਫੀ ਮੰਗਦਿਆਂ ਦੀ ਬਣਾ ਕੇ ਪਾ ਦਈਏ, ਕਿਉਂਕਿ ਪੰਥ ਦੇ ਪ੍ਰਚਾਰਕ ਨੇ। ਉਸ ਤੋਂ ਬਾਅਦ ਇਹ ਦੁਬਾਰਾ ਇੰਗਲੈਂਡ ਆਏ ਨੇ ਤੇ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਨੇ ਕੀਰਤਨ ਕਰਦਿਆਂ ਫਿਰ ਇਹ ਗੱਲ ਕਹੀ ਸੀ ਦਮਦਮੀ ਟਕਸਾਲ ਦੇ ਪਰਥਾਏ ਕਿ ਜੀ ਦਮਦਮੀ ਟਕਸਾਲ ਦੀ ਪੱਗ ਅੱਜ ਲੀਰਾਂ ਲੀਰਾਂ ਹੋ ਗਈ। ਸਿੰਘਾਂ ਨੇ ਫਿਰ ਵਿਰੋਧ ਕੀਤਾ ਤੇ ਫਿਰ ਹਮੇਸ਼ਾ ਦੀ ਤਰ੍ਹਾਂ ਮਾਫੀ ਮੰਗ ਕੇ ਤੇ ਜਾਨ ਛੁਡਾ ਗਏ। ਉਸ ਤੋਂ ਬਾਅਦ ਭਾਈ ਬਲਜਿੰਦਰ ਸਿੰਘ ਜੀ ਇਹਨਾਂ ਨੇ ਇੰਡੀਆ ਦੇ ਵਿੱਚ ਜਾ ਕਰਕੇ ਇਹਨਾਂ ਗੱਲਾਂ ਨੂੰ ਦੁਬਾਰਾ ਰਿਪੀਟ ਕੀਤਾ। ਦਮਦਮੀ ਟਕਸਾਲ ਦੇ ਮੁਖੀ ਦੇ ਸਵਾਲ ਚੁੱਕੇ। ਇਹਨਾਂ ਦੀਆਂ ਵੀਡੀਓ ਜੇਕਰ ਦੀਵਾਨ ਤੁਸੀਂ ਸੁਣੇ ਹੋਣਗੇ ਤੇ ਇਹਨਾਂ ਨੇ ਬਾਗੜ ਬਿੱਲਾ ਤੇ ਆਦਿਕ ਐਸੇ ਸ਼ਬਦ ਵਰਤੇ, ਵੇਟਰ ਆਦਿਕ ਸ਼ਬਦ ਵਰਤੇ ਜਿਹੜੇ ਪ੍ਰਚਾਰਕ ਨੂੰ ਸ਼ੋਭਾ ਨਹੀਂ ਦਿੰਦੇ। ਗੱਲਾਂ ਚੱਲੀਆਂ ਤੇ ਉਹਦੇ ਤੋਂ ਬਾਅਦ ਜਾ ਕਰਕੇ ਫਿਰ ਭੁਪਿੰਦਰ ਸਿੰਘ ਹੁਣਾਂ ਵਾਲੀ ਘਟਨਾ ਵਾਪਰਦੀ ਹੈ। ਜਿਹੜੀ ਗੱਲ ਨੂੰ ਇਹ ਕਹਿੰਦੇ ਨੇ ਜੀ ਉਹਨਾਂ ਨੇ ਤੇ ਮੇਰਾ ਬੰਦਾ ਮਾਰ ਦਿੱਤਾ ਤੇ ਨਾਲ ਇਹਨਾਂ ਨੇ ਨਾਂ ਲੈ ਕੇ ਗੱਲ ਕਹੀ, ਮੈਂ ਤੇ ਸਤਿਕਾਰ ਨਾਲ ਨਾਂ ਲਵਾਂਗਾ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ। ਇਹਨਾਂ ਨੇ ਨਾਂ ਲੈ ਕੇ ਗੱਲ ਕਹੀ ਜੀ, ਉਹਨੇ ਬੰਦੇ ਭੇਜੇ ਤੇ ਜਿਹੜੇ ਟੈਲੀਵਿਜ਼ਨਾਂ ਤੇ ਬਹਿ ਕੇ ਮੇਰਾ ਵਿਰੋਧ ਕਰਦੇ ਨੇ ਇਹਨਾਂ ਦੀਆਂ ਪੱਗਾਂ ਦੱਸਦੀਆਂ ਨੇ ਵੀ ਇਹ ਵੀ ਉਹਦੇ ਬੰਦੇ ਨੇ। ਤੇ ਤੁਹਾਡਾ ਹੀ ਇੱਕ ਸਵਾਲ ਸੀ ਉਹਨਾਂ ਨੂੰ ਵੀ ਭਾਈ ਰਣਜੀਤ ਸਿੰਘ ਜੀ ਤੁਹਾਡੇ ਨਾਲ ਇੱਕ ਸਿੰਘ ਦੀ ਫੋਟੋ ਆਈ ਸੀ ਤੇ ਉਹਦੇ ਤੇ ਬੜਾ ਵਿਵਾਦ ਸ਼ੁਰੂ ਹੋਇਆ ਸੀ ਵੀ ਉਹ ਸਿੰਘ ਤੁਹਾਡਾ ਸੀ, ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਫੋਟੋ ਖਿਚਾਉਣ ਦੇ ਨਾਲ ਤਾਂ ਨਹੀਂ ਸਿੰਘ ਸਾਡਾ ਹੋ ਜਾਂਦਾ, ਸਾਡੇ ਨਾਲ ਤੇ ਕਈ ਫੋਟੋ ਖਿਚਾਉਂਦੇ ਨੇ, ਜੇਕਰ ਕੋਈ ਮੇਰੇ ਨਾਲ ਫੋਟੋ ਖਿਚਾ ਲਏ ਤੇ ਉਹ ਫਿਰ ਸਾਡਾ ਸਿੰਘ ਤਾਂ ਨਹੀਂ ਬਣ ਜਾਂਦਾ। ਤੇ ਹੁਣ ਮੈਨੂੰ ਇਸ ਗੱਲ ਦਾ ਇਹ ਜਵਾਬ ਦੇਣ ਵੀ ਜੇਕਰ ਪ੍ਰਕਾਸ਼ ਸਿੰਘ ਬਾਦਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮੇਲਾ ਹੋ ਰਿਹਾ ਸੀ ਸ਼ਹੀਦਾਂ ਦਾ ਤੇ ਉਸ ਵਕਤ ਚੱਲ ਕੇ ਆਏ ਨੇ, ਬਾਬਾ ਹਰਨਾਮ ਸਿੰਘ ਜੀ ਸੰਗਤ ਦੇ ਦੀਵਾਨ ਦੇ ਵਿੱਚ ਬੈਠੇ ਸੀ ਤੇ ਉਹ ਬਹਿ ਨਹੀਂ ਸੀ ਸਕਦੇ, ਉਹਨੇ ਆਣ ਕੇ ਤੇ ਕੁਰਸੀ ਦੇ ਉੱਪਰ ਬਹਿਣਾ ਕੀਤਾ। ਉਸ ਫੋਟੋ ਨੂੰ ਮੁੱਦਾ ਬਣਾ ਕਰਕੇ ਇਹਨਾਂ ਨੇ ਟਕਸਾਲ ਦੇ ਪਰਤਾਏ ਕੀ ਕੁਝ ਨਹੀਂ ਬੋਲਿਆ। ਤੇ ਜੇਕਰ ਬਾਬਾ ਹਰਨਾਮ ਸਿੰਘ ਜੀ ਥਾਲ ਦੇ ਵਿੱਚ ਪ੍ਰਸ਼ਾਦਾ ਪਾਣੀ ਲੈ ਕਰਕੇ ਵਰਤਾ ਰਹੇ ਨੇ, ਭਾਵੇਂ ਉੱਥੇ ਬਾਦਲ ਬੈਠੇ ਨੇ ਤੇ ਭਾਵੇਂ ਆਮ ਸੰਗਤ ਬੈਠੀ ਹੈ, ਤੇ ਇਹਨਾਂ ਨੇ ਵੇਟਰ ਸ਼ਬਦ ਵਰਤਿਆ ਉਹਨਾਂ ਵਾਸਤੇ। ਤੇ ਕੀ ਇਸ ਗੱਲ ਦਾ ਸਬੂਤ ਦੇ ਸਕਦੇ ਨੇ ਵੀ ਭਾਈ ਰਣਜੀਤ ਸਿੰਘ ਨੇ ਅੱਜ ਤੱਕ ਕਦੇ ਥਾਲੇ ਦੇ ਲੈਕ ਵਿੱਚ ਲੈ ਕੇ ਪ੍ਰਸ਼ਾਦੇ ਵਰਤਾਏ ਸੰਗਤ ਨੂੰ, ਜਾਂ ਦਾਲ ਦੀ ਬਾਲਟੀ ਲੈ ਕੇ ਵਰਤਾਈ ਕਦੇ ਲੰਗਰ 'ਚ? ਜਿਹੜਾ ਲੰਗਰਾਂ ਦੇ ਵਿੱਚ ਭਾਈ ਬਲਜਿੰਦਰ ਸਿੰਘ ਜੀ ਸੇਵਾ ਕਰਦਾ ਉਹ ਵੇਟਰ ਹੁੰਦਾ ਜਾਂ ਉਹ ਸੇਵਾਦਾਰ ਹੁੰਦਾ? ਤੇ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦਿਆਂ, ਦਾਸ ਨੂੰ ਮੌਕਾ ਮਿਲਦਾ ਰਹਿੰਦਾ ਇਹ ਜਾਣ ਦਾ, ਚਲੋ ਦਰਸ਼ਨ ਕਰਨ ਦਾ, ਜਿੱਥੇ ਵੀ ਜਾਈਏ ਗੁਰਸਥਾਨਾਂ ਦੇ ਉੱਪਰ ਤੇ ਮਹਿਤਾ ਚੌਂਕ ਦਮਦਮੀ ਟਕਸਾਲ ਵੀ ਜਾਈਦਾ। ਤੇ ਬਾਬਾ ਜੀ ਦਾ ਇੱਕ ਉਹਨਾਂ ਦੀ ਨਿੱਜੀ ਕਹਿ ਲਓ ਕਿ ਉਹਨਾਂ ਦੀ ਨਿਮਰਤਾ ਹੈ, ਜੇਕਰ ਤੁਸੀਂ ਵੀ ਕਿਤੇ ਮੌਕਾ ਮਿਲਿਆ ਜਾ ਕੇ ਦੇਖਿਓ ਤੇ ਉਹ ਤੁਹਾਨੂੰ ਵੀ ਝੁੱਕ ਕੇ ਫਤਿਹ ਬੁਲਾਉਣਗੇ। ਤੇ ਕੀ ਆਪਾਂ ਕਵਾਂਗੇ ਕਿ ਉਹ ਤੁਹਾਡੇ ਪੈਰੀਂ ਪੈ ਗਏ? ਇਹ ਉਹਨਾਂ ਦਾ ਸਤਿਕਾਰ, ਉਹਨਾਂ ਦਾ ਆਦਰ ਹੈ ਕਿ ਕਿਸੇ ਨੂੰ ਨਿਮਰਤਾ ਦੇ ਨਾਲ ਝੁੱਕ ਕੇ ਫਤਿਹ ਬੁਲਾ ਦੇਣੀ। ਮੈਂ ਬਗੇਲ ਸਿੰਘ ਜੀ, ਮੈਂ ਬੜੀ ਵਾਰ ਇਹ ਗੱਲ ਆਪਣੇ ਪਿਛਲੀਆਂ ਕਈ ਤੁਸੀਂ ਇੰਟਰਵਿਊ ਵਿੱਚ, ਮਤਲਬ ਹੁਣ ਨਹੀਂ, ਜਦੋਂ ਤੋਂ ਮੈਂ ਮੀਡੀਆ 'ਚ ਵਿਚਰ ਰਿਹਾ, ਹਮੇਸ਼ਾ ਕਹਿਣਾ ਕਿ ਜਿਹੜਾ ਸੋਸ਼ਲ ਮੀਡੀਆ ਹੈ ਨੈਗੇਟਿਵ ਤੇ ਪੋਜ਼ਿਟਿਵ, ਪਰ ਸਾਡੀ ਕਮਿਊਨਿਟੀ ਨੇ ਇਸ ਨੂੰ ਇੰਨਾ ਨੈਗੇਟਿਵ ਵਰਤਿਆ ਨਾ। ਕੋਈ ਇੱਕ ਫੋਟੋ ਹੈ, ਜਿਵੇਂ ਆਪਾਂ ਹੁਣ ਫੋਟੋ ਦੀ ਗੱਲ ਕਰਦੇ ਪਏ ਹਾਂ, ਕੋਈ ਵੀ ਫੋਟੋ ਆ, ਕੱਲ ਨੂੰ ਮੈਂ ਕਿਸੇ ਨਾਲ ਮਿਲਾਂ ਜਾਂ ਤੁਸੀਂ ਕਿਸੇ ਨਾਲ ਮਿਲਦੇ ਹੋਵੋ, ਫੋਟੋ ਕਦੀ ਬੋਲਦੀ ਨਹੀਂ। ਤੁਸੀਂ ਉਸ ਫੋਟੋ ਥੱਲੇ ਜੋ ਮਰਜ਼ੀ ਲਿਖ ਕੇ ਪਾ ਦਿਓ ਤੇ ਸਾਡੇ ਜਿਹੜੇ ਲੋਕ ਨੇ ਬੜੀ ਛੇਤੀ ਯਕੀਨ ਕਰਦੇ ਨੇ ਮਾੜੀ ਚੀਜ਼ ਦੇ ਉੱਤੇ। ਚੰਗੀ ਚੀਜ਼ ਨੂੰ ਤਾਂ ਕੋਈ ਛੇਤੀ ਐਕਸੈਪਟ ਹੀ ਨਹੀਂ ਕਰਦਾ। ਤੁਸੀਂ ਚਾਹੇ ਜਿੰਨਾ ਮਰਜ਼ੀ ਕੱਲ ਨੂੰ ਸਪਸ਼ਟੀਕਰਨ ਦੇ ਦਈਏ ਜਾਂ ਜਿੰਨੀਆਂ ਮਰਜ਼ੀ ਅਸੀਂ ਧਾਰਨਾ ਦੇ ਦਈਏ, ਪਰ ਸਾਡੇ ਲੋਕ ਜਿਹੜੇ ਨੇ ਉਹ ਪੋਜ਼ਿਟਿਵ ਚੀਜ਼ ਨੂੰ ਛੇਤੀ ਗ੍ਰਹਿਣ ਹੀ ਨਹੀਂ ਕਰਦੇ। ਜੀ, ਤੇ ਮੈਂ ਇਸ ਗੱਲ ਨੂੰ ਲਾਗੇ ਕਰਾਂ ਤੇ ਭਾਈ ਰਣਜੀਤ ਸਿੰਘ ਨੇ ਇਹ ਗੱਲ ਕਹੀ ਸੀ ਜੀ, ਫੋਟੋ ਤਾਂ ਕਈ ਖਿਚਾ ਲੈਂਦੇ ਨੇ ਤੇ ਫਿਰ ਫੋਟੋ ਖਿਚਾਉਣ ਵਾਲਾ ਸਾਡਾ ਬੰਦਾ ਤਾਂ ਨਹੀਂ ਹੋ ਜਾਂਦਾ। ਤੇ ਫਿਰ ਇਹੀ ਗੱਲ ਤੇ ਭਾਈ ਬਲਜਿੰਦਰ ਸਿੰਘ ਜੀ ਦੂਜਿਆਂ ਤੇ ਵੀ ਲਾਗੂ ਹੁੰਦੀ ਹੈ ਵੀ ਜੇਕਰ ਕੋਈ ਸਿੰਘ ਕਿਤੇ ਫੋਟੋ 'ਚ ਖੜਾ ਜਾਂ ਕਿਸੇ ਸਿੰਘ ਨੇ ਗੋਲ ਦਸਤਾਰ ਬੰਨੀ ਹੈ ਤੇ ਇਹਦਾ ਮਤਲਬ ਹੈ ਵੀ ਉਹ ਬਾਬਾ ਹਰਨਾਮ ਸਿੰਘ ਜੀ ਦਾ ਬੰਦਾ ਹੋ ਗਿਆ। ਜਾਂ ਜੇਕਰ ਉਹ ਕੋਈ ਗਲਤੀ ਕਰਦਾ ਹੈ ਜਾਂ ਕੋਈ ਐਸਾ ਕੰਮ ਕਰ ਦਿੰਦਾ ਹੈ ਤੇ ਇਹਦਾ ਮਤਲਬ ਹੈ ਵੀ ਜੇ ਉਹਨੇ ਗੋਲ ਦਸਤਾਰ ਬੰਨੀ ਹੈ ਤੇ ਉਹ ਟਕਸਾਲ ਦਾ ਸਿੰਘ ਹੋ ਗਿਆ। ਤੇ ਭਾਈ ਰਣਜੀਤ ਸਿੰਘ ਜੀ ਦੇ ਨਾਲ ਮਿਲਵਰਤਨ ਵਾਲੇ ਸਿੰਘ ਤੁਸੀਂ ਦੇਖੋ, ਜਦੋਂ ਇਹਨਾਂ ਨੇ ਆਪਣੇ ਪੱਗ ਦੇ ਸਟਾਈਲ ਬਦਲੇ ਨੇ,
ਇਹਨਾਂ ਨੂੰ ਵੇਖ ਕੇ ਇਹਨਾਂ ਦੇ ਫਾਲੋਅਰ ਨੌਜਵਾਨਾਂ ਨੇ ਵੀ ਬਦਲੇ ਨੇ, ਤੇ ਉਹਨਾਂ ਦੇ ਵਿੱਚੋਂ ਕਈ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜਾਣਗੇ ਵੀ ਜਿਹੜੇ ਭਾਈ ਰਣਜੀਤ ਸਿੰਘ ਜੀ ਦੀ ਫਿਲਾਸਫੀ ਦੇ ਵੀ ਅਗੇਂਸਟ ਨੇ, ਜਿਹੜੇ ਦਸਤਾਰ ਇਹਨਾਂ ਵਾਂਗੂ ਹੀ ਬੰਨ੍ਹਦੇ ਨੇ ਤੇ ਥੱਲੇ ਫੋਟੋ ਤੇ ਲਿਖਿਆ ਹੁੰਦਾ ਵੀ ਸਪੋਰਟ ਢੰਡਰੀਆਂ ਵਾਲੇ, ਤੇ ਉਹਨਾਂ ਦੀਆਂ ਪੋਸਟਾਂ ਜਾ ਕੇ ਦੇਖਿਓ, ਉਹਨਾਂ ਦੇ ਕੰਮ ਦੇਖਿਓ ਜਾਂ ਉਹਨਾਂ ਦੇ ਪਾਏ ਹੋਏ ਇਸ਼ਤਿਹਾਰ ਦੇਖਿਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਭਾਈ ਉਹਨਾਂ ਦੀ ਵੀ ਨਹੀਂ ਗੱਲ ਮੰਨਣ ਵਾਲੇ। ਤੇ ਜੇ ਭਾਈ ਉਹ ਇਹ ਗੱਲ ਕਹਿ ਸਕਦੇ ਨੇ ਵੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਤੇ ਦੂਜਿਆਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਸੋ ਇੱਕ ਸਟੇਟਮੈਂਟ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ, ਇਹਨਾਂ ਨੇ ਇਹ ਗੱਲ ਦਾ ਕਿੰਤੂ ਕੀਤਾ ਸੀ ਜੀ, ਬਾਬਾ ਹਰਨਾਮ ਸਿੰਘ ਨੇ ਕਦੇ ਕਿਸੇ ਨੂੰ ਨਹੀਂ ਕਿਹਾ, ਇੱਕ ਵੀ ਸਟੇਟਮੈਂਟ ਹੈ ਤੇ ਮੈਨੂੰ ਵਿਖਾ ਦਿਓ ਵੀ ਸੋਸ਼ਲ ਮੀਡੀਆ ਤੇ ਗਲਤ ਬੋਲਣ ਵਾਲੇ ਦਮਦਮੀ ਟਕਸਾਲ ਦੇ ਸਿੰਘ ਨੇ, ਤੇ ਇਹ ਉਹਨਾਂ ਨੂੰ ਸਰੋਪੇ ਦਿੰਦੇ ਨੇ ਉੱਥੇ ਸੱਦ ਕੇ। ਬਾਬਾ ਹਰਨਾਮ ਸਿੰਘ ਜੀ ਦੁਆਰਾ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਦੁਆਰਾ ਜੂਨ 84 ਦੇ ਘੱਲੂ ਘਾਰੇ ਦੀ ਯਾਦ ਵਿੱਚ ਹਰ 6 ਜੂਨ ਨੂੰ ਸਮਾਗਮ ਹੁੰਦਾ। ਉਸ ਸਟੇਜ ਤੋਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੀ ਸਟੇਜ ਤੋਂ, ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ, ਹਰ ਸਟੇਜ ਤੋਂ ਭਾਈ ਬਲਜਿੰਦਰ ਸਿੰਘ ਜੀ ਇਹ ਗੱਲ ਬਾਰ-ਬਾਰ ਕਹੀ ਗਈ ਹੈ ਕਿ ਕੋਈ ਵੀ ਸਿੰਘ ਸਾਡੇ ਖਿਲਾਫ ਜਾਂ ਸਾਡੇ ਹੱਕ ਦੇ ਵਿੱਚ ਗੱਲ ਨਾ ਕਰੇ, ਜਿੱਥੇ ਅਸੀਂ ਜਵਾਬ ਦੇਣਾ ਹੋਊਗਾ ਅਸੀਂ ਆਪੇ ਦੇਵਾਂਗੇ। ਕਿਸੇ ਨੂੰ ਇਹ ਅਧਿਕਾਰ ਨਹੀਂ ਵੀ ਸਾਡਾ ਹੱਕ ਰੱਖਦਿਆਂ ਹੋਇਆਂ ਕਿਸੇ ਨਾਲ ਗਾਲੀ ਗਲੋਚ ਕਰੇ ਜਾਂ ਵਿਰੋਧ ਕਰੇ। ਜੇਕਰ ਟਕਸਾਲ ਦੇ ਖਿਲਾਫ ਕੋਈ ਬੋਲਦਾ ਤੇ ਉਹਦੀ ਜ਼ਿੰਮੇਵਾਰੀ ਬਾਬਾ ਜੀ ਦੀ ਹੈ, ਉਹ ਆਪੇ ਉਤਰ ਦੇਣਗੇ। ਤੇ ਜੇ ਫਿਰ ਵੀ ਬਲਜਿੰਦਰ ਸਿੰਘ ਜੀ ਕੋਈ ਆਪਣੀ ਮਨਮਰਜ਼ੀ ਕਰਦਾ ਜਾਂ ਆਪਣੀ ਮਨਮਰਜ਼ੀ ਨਾਲ ਕੋਈ ਲਿਖ ਕੇ ਕੋਈ ਵਿਰੋਧ 'ਚ ਪਾਈ ਜਾਂਦਾ ਤੇ ਕੋਈ ਹੱਕ 'ਚ ਪਾਈ ਜਾਂਦਾ, ਤੇ ਹੁਣ ਤੁਸੀਂ ਦੱਸੋ ਵੀ ਹੁਣ ਕਿਹਦੇ ਮੂੰਹ ਦੇ ਅੱਗੇ ਹੱਥ ਰੱਖ ਦੇਣ ਜਾ ਕੇ ਉਹ। ਦੇਖੋ ਜੀ, ਇਸੇ ਕਰਕੇ ਮੈਂ ਦੋਨੋਂ ਪੱਖਾਂ ਦੇ ਉੱਤੇ ਇੱਕ ਸਾਂਝਾ ਸਵਾਲ ਕੀਤਾ ਸੀ ਕਿ ਤੁਸੀਂ ਕਿਦਾਂ ਜਸਟੀਫਾਈ ਕਰ ਦੋਗੇ ਫੇਸਬੁੱਕ ਉੱਤੇ ਕਹਿੰਦੇ ਫੇਕ ਆਈਡੀ ਬਣਾਈ ਹੈ। ਉਹਨਾਂ ਦੀ ਬਲਜਿੰਦਰ ਸਿੰਘ ਜੀ ਇਹ ਗੱਲ ਸੀ ਵੀ ਮੈਨੂੰ ਇੱਕ ਵੀ ਸਟੇਟਮੈਂਟ ਦਿਖਾ ਦਿਓ, ਮੈਂ ਤੁਹਾਨੂੰ 20 ਸਟੇਟਮੈਂਟਾਂ ਵਿਖਾ ਦੇਣਾ ਜਿੱਥੇ ਇਹ ਗੱਲ ਕੀਤੀ ਗਈ ਹੈ। ਮੈਂ ਉਹੀ ਕਹਿਣਾ, ਉਹਨਾਂ ਨੇ ਤਾਂ ਆਪਣਾ ਪੱਖ ਰੱਖਤਾ, ਪਰ ਜਿਹੜਾ ਅਸੀਂ ਐਜ਼ ਏ ਮੀਡੀਆ ਸਵਾਲ ਕੀਤਾ ਸੀ ਕਿ ਭਾਈ ਜੇ ਕਿਸੇ ਨੇ ਅਸੀਂ ਐਗਜ਼ਾਮਪਲ ਤੌਰ ਤੇ ਗੱਲ ਕਰ ਲੈਂਦੇ ਆ ਕਿ ਨਾ ਕੋਈ ਟਕਸਾਲ ਦੇ ਸਿੰਘਾਂ ਵੱਲੋਂ ਹੋਵੇ, ਸ਼ਾਇਦ ਨਾ ਹੀ ਕੋਈ ਢੱਡਰੀਆਂ ਦੇ ਵੱਲੋਂ, ਢੱਡਰੀਆਂ ਦੇ ਜਿਹੜੇ ਸਪੋਰਟਰ ਮੁੰਡੇ ਉਹਨਾਂ ਵੱਲੋਂ ਕੋਈ ਹੋਵੇ, ਕੋਈ ਤੀਜੀ ਧਿਰ ਹੋਵੇ ਜਿਨ੍ਹਾਂ ਨੂੰ ਜ਼ਿਆਦਾ ਇਸ ਨੂੰ ਕੋਈ ਫਾਇਦਾ ਮਿਲਦਾ ਹੋਵੇ ਲੜਾ ਕੇ, ਤਾਂ ਬਹੁਤ ਸਾਰੇ ਅੱਜ ਕੱਲ ਤੁਸੀਂ ਫੇਕ ਆਈਡੀਆ ਬਣਾ ਕੇ ਲੋਕ ਗਾਲੀ ਗਲੋਚ ਕਰਦੇ ਨੇ। ਅੱਜ ਕੱਲ ਤਾਂ ਬਹੁਤ ਸੌਖਾ ਕਿ ਆਪਣਾ ਸੰਤ ਜਰਨੈਲ ਸਿੰਘ ਭਿੰਡਰਾਲ ਦੀ ਫੋਟੋ ਲਾ ਕੇ ਤੇ ਥੱਲੇ ਕੁਝ ਪਾਉਂਦੇ ਕੁਝ ਹੋਰ ਰਹਿੰਦੇ ਨੇ, ਫੋਟੋ ਕਿਸੇ ਸਾਡੇ ਹੋਰ ਧਾਰਮਿਕ ਸਥਾਨਾਂ ਦੀਆਂ ਪਾ ਕੇ। ਤੁਹਾਨੂੰ ਪਤਾ ਹੀ ਹੈ ਕਿੰਨੀ ਵਾਰ ਇਸ ਉੱਤੇ ਸ਼ੋਅ ਵੀ ਹੋ ਚੁੱਕੇ ਨੇ ਕਿ ਭਾਈ ਬਚੋ ਇਹਨਾਂ ਫੇਕ ਆਈਡੀਆਂ ਦੇ ਉੱਤੋਂ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਜੀ, ਤੇ ਭਾਈ ਬਲਜਿੰਦਰ ਸਿੰਘ ਜੀ ਮੈਂ 2 ਮਿੰਟ ਹੀ ਤੁਹਾਡੇ ਹੋਰ ਲੈਣੇ ਨੇ, ਸਮਾਂ ਪਹਿਲਾਂ ਹੀ ਬਹੁਤ ਹੋ ਗਿਆ। ਤੇ ਦੂਸਰੀ ਗੱਲ ਸੀਗੀ, ਇਹਨਾਂ ਨੇ ਗੱਲ ਕਹੀ ਸੀ ਵੀ ਬਾਬਾ ਹਰਨਾਮ ਸਿੰਘ ਦੇ ਬੰਦੇ ਨੇ ਜਿਨ੍ਹਾਂ ਨੇ ਭਾਈ ਭੁਪਿੰਦਰ ਸਿੰਘ ਨੂੰ ਮਾਰਿਆ। ਤੇ ਮੈਂ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਦਾ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ, ਉਹ ਕੇਸ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇ ਡਰਾਈਵਰ ਦੁਆਰਾ ਕੀਤਾ ਗਿਆ। ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਉਹ ਕੇਸ ਵੀ ਆਪਣੇ ਵੱਲੋਂ ਨਹੀਂ ਕੀਤਾ। ਜਿਹੜਾ ਇਹ ਸਟੇਜਾਂ ਤੇ ਬਾਰ-ਬਾਰ ਗੱਲ ਕਰਦੇ ਨੇ ਮੇਰਾ ਬੰਦਾ ਮਾਰਤਾ, ਮੇਰਾ ਬੰਦਾ ਮਾਰਤਾ, ਉਸ ਕੇਸ ਦੇ ਵਿੱਚ ਨਾਲ ਦੀ ਸੀਟ ਤੇ ਬੈਠੇ ਹੋਏ ਵੀ ਮੁੱਖ ਗਵਾਹ ਨਹੀਂ ਬਣੇ ਕਿ ਮੈਂ ਅੱਖੀਂ ਦੇਖਿਆ। ਭਾਈ ਰਣਜੀਤ ਸਿੰਘ ਜੀ ਇਸ ਗੱਲ ਦਾ ਜਵਾਬ ਸੰਗਤ ਨੂੰ ਦੇਣ ਵੀ ਜੇਕਰ ਇਹਨਾਂ ਦਾ ਬੰਦਾ ਸੀ ਤੇ ਇਹਨਾਂ ਨੇ ਉਹ ਆਪਣੀ ਜ਼ਿੰਮੇਵਾਰੀ ਤੇ ਕੇਸ ਕਿਉਂ ਨਹੀਂ ਕੀਤਾ ਜਾਂ ਉਸ ਕੇਸ ਦੇ ਵਿੱਚ ਆਪਣੀ ਗਵਾਹੀ ਤੱਕ ਵੀ ਕਿਉਂ ਨਹੀਂ ਦਿੱਤੀ। ਫਿਰ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਕਿ ਦਮਦਮੀ ਟਕਸਾਲ ਦੇ ਜਿਹੜੇ ਸਿੰਘ ਸਨ ਉਹਨਾਂ ਦੇ ਹਥਿਆਰ ਜ਼ਬਤ ਕਰ ਲਏ ਗਏ। ਜਿਹੜੇ ਤੁਹਾਡੇ ਹਥਿਆਰ ਨੇ ਉਹ ਜ਼ਬਤ ਕਰਾਓ, ਅਸੀਂ ਜਾਂਚ ਕਰਨੀ ਹੈ ਵੀ ਗੋਲੀ ਕਿੱਥੋਂ ਚੱਲੀ ਹੈ। ਭਾਈ ਰਣਜੀਤ ਸਿੰਘ ਉਹਨਾਂ ਨੇ ਆਪਣੇ ਜਥੇ ਦਾ ਇੱਕ ਵੀ ਹਥਿਆਰ ਪੁਲਿਸ ਨੂੰ ਨਹੀਂ ਦਿੱਤਾ। ਤੇ ਅੱਜ ਇਹ ਗੱਲ ਕਹਿ ਰਹੇ ਨੇ ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਹਨਾਂ ਗੱਲਾਂ ਦੇ ਜਵਾਬ ਫਿਰ ਭਾਈ ਬਲਜਿੰਦਰ ਸਿੰਘ ਜੀ ਕੌਣ ਦੇਵੇਗਾ? ਇਹ ਜਾਂਚ ਕਿਉਂ ਰੁਕੀ ਹੋਈ ਹੈ? ਕਿਉਂ ਨਹੀਂ ਕੇਸ ਅੱਗੇ ਵਧ ਰਿਹਾ? ਕਿਉਂ ਨਹੀਂ ਫੈਸਲਾ ਹੋ ਰਿਹਾ? ਕਿਉਂਕਿ ਭਾਈ ਰਣਜੀਤ ਸਿੰਘ ਜੀ ਨਾ ਤੇ ਹਥਿਆਰ ਜਮ੍ਹਾਂ ਕਰਾਉਂਦੇ ਨੇ ਨਾ ਗਵਾਹੀਆਂ ਦਿੰਦੇ ਨੇ, ਤੇ ਸੰਗਤਾਂ ਦੇ ਵਿੱਚ ਇਹ ਗੱਲ ਪ੍ਰਚਾਰਦੇ ਨੇ ਜੀ ਸਾਡੀ ਸੁਣਦਾ ਕੋਈ ਨਹੀਂ। ਤੇ ਹੁਣ ਇਹਦਾ ਫੈਸਲਾ ਫਿਰ ਸੰਗਤ ਆਪ ਕਰੇ। ਤੇ ਨੰਬਰ ਆਖਰੀ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ, ਭਾਈ ਰਣਜੀਤ ਸਿੰਘ ਨੇ ਵੀ ਇਹ ਗੱਲ ਕਹੀ ਜੀ ਮੈਨੂੰ ਇੱਕ ਵਾਰੀ ਕਹਿ ਦੇਣ ਵੀ ਤੂੰ ਕੋਈ ਮੰਦਾ ਚੰਗਾ ਨਹੀਂ ਬੋਲਣਾ ਤੇ ਮੈਂ ਇਤਿਹਾਸ ਦੇ ਉੱਪਰ ਮੈਂ ਨਹੀਂ ਬੋਲਦਾ ਨਾ ਚੰਗਾ ਨਾ ਮੰਦਾ। ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚੋਂ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਜੀ ਤੋਂ ਇੱਕ ਸਟੇਟਮੈਂਟ ਜਾਰੀ ਹੋਈ ਸੀ ਜਦੋਂ ਇਹ ਗੱਲ ਸ਼ੁਰੂ ਹੀ ਹੋਈ ਹੈ ਭਾਈ ਰਣਜੀਤ ਸਿੰਘ ਜੀ ਵਾਲੀ। ਤੇ ਦਾਸ ਉਸ ਵਕਤ ਉੱਥੇ ਮੌਜੂਦ ਸੀਗਾ ਤੇ ਉਹ ਚਿੱਠੀ ਜਦੋਂ ਪੜ੍ਹੀ ਗਈ ਸੀ ਤੇ ਸਾਰੀ ਕਮੇਟੀ ਚੋਂ ਮੇਰੀ ਜ਼ਿੰਮੇਵਾਰੀ ਲਾ ਦਿੱਤੀ ਗਈ ਜੀ ਤੁਸੀਂ ਪ੍ਰਚਾਰਕ ਹੋ, ਤੁਸੀਂ ਬੋਲਦੇ ਹੋ ਤੇ ਚਿੱਠੀ ਪੜ੍ਹ ਕੇ ਸੁਣਾ ਦਿਓ ਮੀਡੀਆ ਤੇ। ਤੇ ਉਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਸੀਂ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਸਵਾਲ ਤੁਸੀਂ ਅਕਾਲ ਤਖਤ ਸਾਹਿਬ ਤੇ ਰੱਖੋ, ਸੰਗਤ ਦੇ ਵਿੱਚ ਖਲਾਰਾ ਨਾ ਪਾਈਏ। ਤੇ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਸ ਮਸਲੇ ਦਾ ਹੱਲ ਕੱਢੋ ਤਾਂ ਜੋ ਅੱਗੇ ਆਪਣਾ ਆਪਸੀ ਵਿਵਾਦ ਨਾ ਵਧੇ
ਤੇ ਜੇਕਰ ਭਾਈ ਰਣਜੀਤ ਸਿੰਘ ਨੂੰ ਕੋਈ ਗੱਲ ਲੱਗਦੀ ਹੈ ਤੇ ਉਹ ਕਿਰਪਾ ਕਰਕੇ ਵਿਚਾਰ ਲੈਣ ਸੰਗਤਾਂ ਦੇ ਵਿੱਚ, ਇਸ ਗੱਲ ਦਾ ਆਪਾਂ ਰੌਲਾ ਨਾ ਪਾਈਏ। ਉਹ ਸਟੇਟਮੈਂਟ ਮੇਰੇ ਵੱਲੋਂ ਪੜ੍ਹੀ ਗਈ ਸੀ ਤੇ ਉਹਦੇ ਤੋਂ ਬਾਅਦ ਭਾਈ ਰਣਜੀਤ ਸਿੰਘ ਜੀ ਦਾ ਇਹ ਬਿਆਨ ਸੀ ਕਿ ਜੀ ਇੰਗਲੈਂਡ ਦੇ ਵਿੱਚ ਬੈਠੇ ਹੋਏ ਮੁੱਠੀ ਭਰ ਬੂਬਨੇ ਲੋਕ ਸਾਡੇ ਖਿਲਾਫ ਬੋਲ ਰਹੇ ਨੇ ਤੇ ਇਹ ਕੀ ਸੋਚਦੇ ਨੇ ਕਿ ਜੀ ਇਹ ਸਾਡੇ ਖਿਲਾਫ ਸ਼ਿਕਾਇਤਾਂ ਕਰ ਦੇਣਗੇ ਤੇ ਸੱਚ ਦੀ ਆਵਾਜ਼ ਬੰਦ ਹੋ ਜਾਏਗੀ। ਹੁਣ ਤੁਸੀਂ ਬਲਜਿੰਦਰ ਸਿੰਘ ਜੀ, ਸੰਗਤ ਇਸ ਗੱਲ ਦਾ ਫੈਸਲਾ ਕਰੇ ਵੀ ਹੁਣ ਕਿੱਦਾਂ ਇਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਤੇ ਪਹਿਲਾਂ ਹੀ ਬੇਨਤੀ ਕਰ ਦਿੱਤੀ ਸੀ ਵੀ ਭਾਈ ਸਾਹਿਬ ਕਿਰਪਾ ਕਰਕੇ ਇਹੋ ਜਿਹੀਆਂ ਗੱਲਾਂ ਨਾ ਕਰੋ, ਆਪਾਂ ਸੰਗਤ ਦੇ ਵਿੱਚ ਚੰਗਾ ਨਹੀਂ ਲੱਗਦੇ। ਤੇ ਉਦੋਂ ਤੁਸੀਂ ਸਾਨੂੰ ਲਕਬ ਇਹੋ ਜਿਹੇ ਦਿੱਤੇ ਜਿਹੜੇ ਨਹੀਂ ਸੰਗਤ ਦੇ ਵਿੱਚ ਦੇਣੇ ਚਾਹੀਦੇ ਸੀ। ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਜੇ ਮੈਨੂੰ ਇਹ ਕਹਿ ਦੇਣ, ਅੱਜ ਵੀ ਕਹਿ ਦੇਣ ਤੇ ਮੈਂ ਬੋਲਦਾ ਨਹੀਂ। ਤੇ ਜਥੇਦਾਰ ਸਾਹਿਬ ਤੇ ਹਰੇਕ ਵਾਰ ਕਹਿ ਹਟੇ ਨੇ ਵੀ ਭਾਈ ਰਣਜੀਤ ਸਿੰਘ ਅਸੀਂ ਤੈਨੂੰ ਤਾੜਨਾ ਕਰਦੇ ਆ, ਇਹਨਾਂ ਚੀਜ਼ਾਂ ਨੂੰ ਇੱਥੇ ਖਤਮ ਕਰਦੇ, ਅੱਗੇ ਨਾ ਵੱਧ। ਤੇ ਤੁਸੀਂ ਇਹ ਗੱਲ ਕਹੀ ਸੰਗਤ ਨੂੰ ਜੀ ਮੈਂ ਕਿਸੇ ਅੱਗੇ ਪੇਸ਼ ਨਹੀਂ ਹੋਣਾ, ਮੈਂ ਕਿਸੇ ਦਾ ਗੁਲਾਮ ਨਹੀਂ, ਇਹ ਲਿਫਾਫੇ ਦੇ ਜਥੇਦਾਰ ਨੇ ਤੇ ਇਹ ਫਲਾਨਾ ਨੇ ਤੇ ਢਿਮਕਾ ਨੇ। ਤੇ ਇੱਥੋਂ ਤੱਕ ਹੱਦ ਮੁਕਾ ਦਿੱਤੀ ਬਲਜਿੰਦਰ ਸਿੰਘ ਜੀ ਵੀ ਜਿਵੇਂ ਬੁੜੀਆਂ ਸਿੱਠਣੀਆਂ ਨਹੀਂ ਦਿੰਦੀਆਂ ਹੁੰਦੀਆਂ, ਸਟੇਜਾਂ ਤੇ ਬਹਿ ਕੇ ਆਪਣੇ ਬੰਦਿਆਂ ਕੋਲੋਂ ਕਵਿਤਾਵਾਂ ਲਿਖਾ ਕੇ ਜਥੇਦਾਰਾਂ ਖਿਲਾਫ ਬੋਲਿਆ ਗਿਆ ਕਿ ਨਹੀਂ ਬੋਲਿਆ ਗਿਆ, ਸੰਗਤ ਜਾਣਦੀ ਹੈ। ਤੇ ਇੱਕ ਪਾਸੇ ਕਹਿੰਦੇ ਨੇ ਜੀ ਜੇ ਮੈਨੂੰ ਕਹਿ ਦੇਣ ਤੇ ਮੈਂ ਚੁੱਪ ਕਰ ਜਾਵਾਂਗਾ, ਤੇ ਦੂਜੇ ਪਾਸੇ ਹਰ ਵਾਰ ਇਹੋ ਜਿਹੀਆਂ ਪੰਕਤੀਆਂ ਲਿਖ ਕਰਕੇ ਉਹਨਾਂ ਤੇ ਲਾਂਛਨ ਲਾਉਂਦੇ ਨੇ, ਉਹਨਾਂ ਨੂੰ ਕੁਝ ਕਹਿੰਦੇ ਨੇ, ਉਹਨਾਂ ਨੂੰ ਕੁਝ ਕਹਿੰਦੇ ਨੇ। ਇਹਦਾ ਜਵਾਬ ਸੰਗਤ ਦੇਊਗੀ ਕਿ ਕਿਹਾ ਹੈ ਕਿ ਨਹੀਂ ਕਿਹਾ, ਕਿਉਂਕਿ ਹੁਣ ਤੇ ਹੋ ਸਕਦਾ ਕਿ ਇਹ ਵੀ ਮੁੱਕਰ ਜਾਣ ਵੀ ਮੈਂ ਇਹ ਗੱਲ ਨਹੀਂ ਕਹੀ। ਇੱਕ ਪਾਸੇ ਤੇ ਸ਼ਬਦਾਂ ਦਾ ਜਾਲ ਫੈਲਾ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਤੇ ਦੂਜੇ ਪਾਸੇ ਫਿਰ ਨਿਮਾਣਾ ਜਿਹਾ ਬਣ ਕੇ ਇਹ ਕਹਿੰਦੇ ਨੇ ਜੀ ਮੇਰੇ ਨਾਲ ਧੱਕਾ ਹੋ ਰਿਹਾ, ਮੇਰੀ ਗੱਲ ਨਹੀਂ ਸੁਣਦੇ ਜਾਂ ਮੇਰੀ ਗੱਲ ਸੁਣਾਈ ਨਹੀਂ ਜਾਂਦੀ। ਦੋਵੇਂ ਪਾਸੇ ਸ਼ਬਦਾਂ ਦਾ ਫੇਰ ਬਦਲ ਕਰਕੇ ਭਾਈ ਬਲਜਿੰਦਰ ਸਿੰਘ ਜੀ ਇਹ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਤੇ ਆਪ ਨਿਮਾਣੀ ਧਿਰ ਬਣ ਕੇ ਬਹਿ ਜਾਂਦੇ ਨੇ ਜੀ ਸਾਡੇ ਨਾਲ ਧੱਕਾ ਹੁੰਦਾ। ਇਹ ਗੱਲ ਸਰਾਸਰ ਗਲਤ ਹੈ। ਤੇ ਜੇਕਰ ਉਹਨਾਂ ਦੀ ਇੱਛਾ ਹੋਵੇ, ਉਹਨਾਂ ਦੇ ਇੱਥੇ ਵੀ ਸੇਵਾਦਾਰ ਹੈਗੇ ਨੇ, ਉਹਨਾਂ ਦੀ ਇੰਟਰਵਿਊ ਤੁਸੀਂ ਕੀਤੀ ਸੀ, ਮੈਂ ਉਹਨਾਂ ਨੂੰ ਵੀ 2 ਵਾਰਾਂ ਬੇਨਤੀ ਕਰ ਚੁੱਕਾ, ਭਾਈ ਰਣਜੀਤ ਸਿੰਘ ਉਹਨਾਂ ਨੂੰ ਵੀ ਬੇਨਤੀ ਕਰ ਚੁੱਕਾ ਕਿ ਜਿਵੇਂ ਤੁਸੀਂ ਅੱਜ ਮੀਡੀਆ ਤੇ ਸਾਡੇ ਨਾਲ ਗੱਲ ਕੀਤੀ ਹੈ ਵੀ ਜੇ ਤੁਹਾਡੀ ਇੱਛਾ ਹੈ ਤੇ ਸਾਡੇ ਨਾਲ ਗੱਲ ਕਰ ਲਓ ਜਾਂ ਅਸੀਂ ਤੁਹਾਨੂੰ ਬੇਨਤੀ ਕਰ ਦਿੰਦੇ ਆ। ਪਰ ਉਦੋਂ ਉਹ ਗੱਲ ਕਹਿੰਦੇ ਨੇ ਜੀ ਮੈਂ ਕਿਸੇ ਦੁੱਕੀ ਤਿੱਕੀ ਨਾਲ ਗੱਲ ਕਰਨ ਨੂੰ ਤਿਆਰ ਨਹੀਂ, ਇੱਥੇ ਤੇ 50 ਤੁਰੇ ਫਿਰਦੇ ਨੇ। ਤੇ ਹੁਣ ਤੁਸੀਂ ਦੱਸੋ ਵੀ ਇਹਨਾਂ ਗੱਲਾਂ ਦਾ ਗੰਢਲ ਕੌਣ ਪਾ ਰਿਹਾ ਤੇ ਹੱਲ ਕਿਵੇਂ ਹੋਵੇ, ਇਹ ਮੇਰੀ ਬੇਨਤੀ ਹੈ। ਤੋ ਬਿਲਕੁਲ ਜੀ, ਜਿੱਦਾਂ ਪਹਿਲਾਂ ਵੀ ਜਿਹੜੀ ਇੰਟਰਵਿਊ ਕੀਤੀ ਹੈ ਭਾਈ ਰਣਜੀਤ ਸਿੰਘ ਦੇ ਨਾਲ, ਉਹਦੇ ਵਿੱਚ ਵੀ ਅਸੀਂ ਸਵਾਲ ਕੀਤੇ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ। ਤੁਸੀਂ ਅੱਜ ਆਪਣਾ ਪੱਖ ਬਹੁਤ 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 ਵਧੀਆ ਤਰੀਕੇ ਦੇ ਨਾਲ ਸੰਗਤ ਅੱਗੇ ਰੱਖਿਆ ਤੇ ਕੱਲੇ ਪੁਆਇੰਟ ਦੇ ਉੱਤੇ ਬੜੀ ਦਲੀਲ ਦੇ ਨਾਲ ਰੱਖਿਆ। ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਇਹ ਸਾਡੀ ਜਿੰਨੀ ਵੀ ਸੰਗਤ ਹੈ ਇਸ ਨੂੰ ਤੁਹਾਡੇ ਵਿਚਾਰਾਂ ਨੂੰ ਸੁਣੇਗੀ ਤੇ ਸੰਗਤ ਗੱਲ ਕਿੱਥੇ, ਦੇਖੋ ਅਸੀਂ ਹਮੇਸ਼ਾ ਕਹਿੰਦੇ ਕਿ ਜੀ ਆਖਰ ਦੇ ਵਿੱਚ ਆ ਕੇ ਜੋ ਮਰਜ਼ੀ ਹੋ ਜੇ ਫੈਸਲੇ ਸੰਗਤ ਦੇ ਵਿੱਚ ਹੀ ਹੋ ਕੇ ਆਉਂਦੇ ਨੇ। ਇੱਕ ਨਾ ਇੱਕ ਦਿਨ ਤਾਂ ਜੇ ਇਹ ਵਿਚਾਰ ਦੀ ਤਕਰਾਰ ਇਦਾਂ ਵੱਧਦੀ ਰਹੀ ਤਾਂ ਸਾਰਿਆਂ ਵਾਸਤੇ ਹੀ ਇਹ ਖਤਰਾ ਆ। ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣਾ, ਸਿਆਣੇ ਕਹਿੰਦੇ ਨੇ ਝੱਗਾ ਚੱਕਾਂਗੇ ਢਿੱਡ ਆਪਣਾ ਨੰਗਾ ਹੁੰਦਾ, ਤੇ ਪਰ ਆਖਿਰਕਾਰ ਭਾਈ ਬਘੇਲ ਸਿੰਘ ਜੀ ਇੱਕ ਨਾ ਇੱਕ ਦਿਨ ਤਾਂ ਆ ਕੇ ਗੱਲ ਟੇਬਲ ਟਾਕ ਤੇ ਨਿਬੜਨੀ ਹੈ ਜੀ। ਸੋ ਬਘੇਲ ਸਿੰਘ ਜੀ ਇੱਕ ਬੇਨਤੀ, ਜੇ ਤੁਹਾਡੇ ਕੋਲ ਸਮਾਂ ਹੋਵੇ ਕੁਝ ਇੱਕ ਸਕਿੰਟ ਹੀ ਲੈਣੇ ਨੇ ਤੇ ਇਹਨਾਂ ਦੀ ਆਖਰੀ ਜਿਹੜਾ ਸਵਾਲ ਸੀਗਾ ਵੀ ਜਿਹੜੀ 5 ਮੈਂਬਰੀ ਕਮੇਟੀ ਦਾ, ਤੇ ਮੈਂ ਭਾਈ ਰਣਜੀਤ ਸਿੰਘ ਹੁਣਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਉਸ ਕਮੇਟੀ ਦੇ ਸਾਹਮਣੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਉਸ ਕਮੇਟੀ ਨੂੰ ਨਕਾਰ ਦਿੱਤਾ ਤੇ ਅੱਗੋਂ ਸਵਾਲ ਕਰ ਦਿੱਤਾ ਜੀ ਪਹਿਲਾਂ ਦੂਜਿਆਂ ਕੰਮਾਂ ਤੇ ਵੀ ਕਮੇਟੀਆਂ ਬਣਾਓ ਤੇ ਫਿਰ ਮੈਂ ਪੇਸ਼ ਹੋਵਾਂਗਾ। ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਉਹ ਕਮੇਟੀ ਆਪਣੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਏ ਤੇ ਜਿੱਥੇ ਗਲਤੀ ਹੋਊਗੀ ਤੇ ਮੈਂ ਅਕਾਲ ਤਖਤ ਸਾਹਿਬ ਤੇ ਚਲਾ ਜਾਵਾਂਗਾ ਉਹਨਾਂ ਦੇ ਨਾਲ। ਇਹ ਦੋਨੇ ਗੱਲਾਂ ਮੇਲ ਨਹੀਂ ਖਾਂਦੀਆਂ। ਤੇ ਮੈਂ ਇਹਨਾਂ ਨੂੰ ਇੱਥੋਂ ਤੱਕ ਵੀ ਬੇਨਤੀ ਕੀਤੀ ਸੀ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਮੇਰੇ ਨਾਲ ਧੱਕਾ ਕਰਨਗੇ ਤੁਸੀਂ ਆਪਣੇ ਵੱਲੋਂ 5 ਮੈਂਬਰੀ ਕਮੇਟੀ ਬਣਾ ਦਿਓ ਵੀ ਇਹ ਮੇਰੀ 5 ਮੈਂਬਰੀ ਕਮੇਟੀ ਤੁਹਾਡੀ ਕਮੇਟੀ ਨਾਲ ਗੱਲ ਕਰ ਲਏਗੀ। ਇਹਨਾਂ ਨੇ ਤੇ ਉਹ ਵੀ ਕਾਰਜ ਨਹੀਂ ਕੀਤਾ ਬਲਜਿੰਦਰ ਸਿੰਘ ਜੀ। ਵੀ ਜੇ ਤੁਸੀਂ ਸਿੱਧਾ ਪੇਸ਼ ਨਹੀਂ ਸੀ ਹੋਣਾ, ਜਿਹੜੇ ਵਿਦਵਾਨਾਂ ਤੇ ਤੁਹਾਨੂੰ ਭਰੋਸਾ ਹੈ ਤੁਸੀਂ ਆਪਣੀ ਇੱਕ 5 ਮੈਂਬਰੀ ਕਮੇਟੀ ਬਣਾ ਕੇ ਉਸ ਕਮੇਟੀ ਦੇ ਅੱਗੇ ਪੇਸ਼ ਕਰ ਦਿਓ ਵੀ ਮੇਰੇ ਵਿਦਵਾਨ ਤੁਹਾਡੇ ਨਾਲ ਗੱਲ ਕਰ ਲੈਣਗੇ। ਉੱਥੋਂ ਇਹ ਮੁਨਕਰ ਹੋਏ ਨੇ, ਸੰਗਤ ਦੇ ਸਾਹਮਣੇ ਇਹਨਾਂ ਨੇ ਬਿਆਨ ਦਿੱਤੇ ਨੇ ਜੀ ਜੋ ਮਰਜ਼ੀ ਹੋ ਜਾਏ ਮੈਂ ਪੇਸ਼ ਨਹੀਂ ਹੋਣਾ, ਮੈਂ ਇਹਨਾਂ ਨੂੰ ਮਾਨਤਾ ਨਹੀਂ ਦਿੰਦਾ। ਤੇ ਅੱਜ ਇਹ ਕਹਿ ਰਹੇ ਨੇ ਜੀ ਉਹ ਕਮੇਟੀ ਰਿਪੋਰਟ ਲਿਆ ਕੇ ਮੇਰੇ ਮੂਹਰੇ ਰੱਖ ਦੇਵੇ। ਕਦੇ ਬਲਜਿੰਦਰ ਸਿੰਘ ਜੀ ਇਹੋ ਜੀ ਗੱਲ ਹੋਈ ਹੈ ਵੀ ਜੇ ਤੁਹਾਡੇ ਤੇ ਕੋਈ ਗੱਲਬਾਤ ਚੱਲ ਰਹੀ ਹੋਵੇ ਜਾਂ ਕੋਈ ਕਮੇਟੀ ਬਣੀ ਹੋਵੇ ਤੇ ਉਹ ਤੁਹਾਡੇ ਕੋਲ ਆ ਕੇ ਤੇ ਤੁਹਾਡੀ ਗੱਲ ਤੁਹਾਡੇ ਸਾਹਮਣੇ ਰੱਖੇ, ਕਦੇ ਇਦਾਂ ਪੋਸੀਬਲ ਹੁੰਦਾ? ਤੇ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ। ਤੁਹਾਨੂੰ ਆਪ ਜਾਣਾ ਚਾਹੀਦਾ ਸੀ। ਜੇ ਨਹੀਂ ਜਾਣਾ ਚਾਹੁੰਦੇ, ਤੁਸੀਂ ਨਹੀਂ ਜਾਣਾ ਚਾਹੁੰਦੇ, ਇਹਨਾਂ ਦੀ ਆਪਣੀ ਖੁਸ਼ੀ ਹੈ। ਮੈਂ ਨਹੀਂ ਕਹਿੰਦਾ ਜਾਣ ਜਾਂ ਨਹੀਂ ਜਾਣ, ਪਰ ਦੋਗਲੀਆਂ ਗੱਲਾਂ ਕਰਕੇ ਸੰਗਤਾਂ ਨੂੰ ਭੰਬਲ ਪੂਸੇ 'ਚ ਨਾ ਪਾਈਏ, ਇਹ ਮੇਰੀ ਬੇਨਤੀ ਹੈ। ਧੰਨਵਾਦ ਬਘੇਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਘੇਲ ਮੈਂ ਆਖਿਰ ਵਿੱਚ ਇੱਕ ਵਾਰ ਫਿਰ ਸੰਗਤ ਦੱਸਣਾ ਚਾਹੁੰਦਾ
ਤੇ ਇੱਕ ਸਵਾਲ ਮੈਂ ਕਰੂੰਗਾ ਜ਼ਰੂਰ ਆਪਣੇ ਸਤਿਕਾਰਯੋਗ ਵੀਰ ਬਘੇਲ ਸਿੰਘ ਜੀ ਨੂੰ। ਬਘੇਲ ਸਿੰਘ ਜੀ ਹੋਰੀ ਤਕਰੀਬਨ ਪਿਛਲੇ 2 ਸਾਲ ਤੋਂ ਆਫੀਸ਼ੀਅਲੀ ਜਿਹੜੇ ਕਿ ਧਰਮ ਪ੍ਰਚਾਰ ਦੀ ਸੇਵਾ ਪੂਰੇ ਯੂਕੇ ਤੇ ਯੂਰਪ ਦੇ ਵਿੱਚ ਪ੍ਰਚਾਰਕ ਜਥੇਦਾਰ ਦੇ ਵਜੋਂ ਨਿਭਾ ਰਹੇ ਨੇ। ਸੋ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ, ਜਿਹੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਆ ਕੇ ਜਿਹੜਾ ਅੱਜ ਬਹੁਤ ਕੀਮਤੀ ਜਿਹੜੇ ਵਿਚਾਰ ਨੇ ਸੰਗਤ ਨਾਲ ਸਾਂਝੇ ਕੀਤੇ ਨੇ। ਸੋ ਬਘੇਲ ਸਿੰਘ ਜੀ, ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ 10 ਸਕਿੰਟ ਦੇ ਲਈ? ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਬਲਜਿੰਦਰ ਸਿੰਘ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਤੇ ਬ੍ਰਿਟਿਸ਼ ਪੰਜਾਬੀ ਟੀਵੀ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ। ਸੋ ਕੇਵਲ ਤੇ ਕੇਵਲ ਜੋ ਭਾਈ ਰਣਜੀਤ ਸਿੰਘ ਦੇ ਇਤਰਾਜ਼ ਸਨ, ਉਹਨਾਂ ਦਾ ਮੈਂ ਯਤਨ ਕੀਤਾ ਵੀ ਇਸ ਪੱਖ ਤੋਂ ਜਵਾਬ ਦੇ ਸਕਾਂ। ਤੇ ਮੈਂ ਥੋੜਾ ਜਿਹਾ ਕਲੀਅਰ ਕਰ ਦਿਆਂ ਵੀ ਦਮਦਮੀ ਟਕਸਾਲ ਵੱਲੋਂ ਜਾਂ ਸੰਤ ਬਾਬਾ ਹਰਨਾਮ ਸਿੰਘ ਜੀ ਹੋਣਾ ਵੱਲੋਂ ਜਾਂ ਕਿਸੇ ਵੱਲੋਂ ਮੈਨੂੰ ਹੁਕਮ ਨਹੀਂ ਸੀ ਹੋਇਆ ਵੀ ਤੂੰ ਸਾਡਾ ਪੱਖ ਰੱਖ, ਪਰ ਇੱਕ ਧਰਮ ਪ੍ਰਚਾਰ ਦਾ ਸੇਵਾਦਾਰ ਹੋਣ ਦੇ ਨਾਂ ਦੇ ਉੱਪਰ ਮੈਂ ਇਹ ਗੱਲ ਰੱਖਣੀ ਜਾਇਜ਼ ਸਮਝੀ ਹੈ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਮੈਨੂੰ ਕੁਝ ਪਤਾ ਤਾਂ ਮੈਂ ਉਹਦੀ ਗੱਲ ਦੀ ਸਾਂਝ ਕਰਾਂ। ਸੋ ਜੋ ਕੁਝ ਬੋਲਿਆ ਗਿਆ, ਜੋ ਕੁਝ ਕਿਹਾ ਗਿਆ, ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲੈਣਾ ਜੀ। ਤੇ ਤੁਹਾਡਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਮਾਂ ਦੇ ਕੇ ਸੰਗਤ ਦੇ ਰੂਬਰੂ ਕਰਾਇਆ, ਤੇ ਇਹ ਚੈਨਲ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਉਹ ਸੇਵਾ ਕਰੇ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਇਹਨੇ ਸ਼ਬਦਾਂ ਨਾਲ ਇੱਥੇ ਫਤਿਹ ਬੁਲਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਬਘੇਲ ਸਿੰਘ ਜੀ, ਯੂਕੇ ਯੂਰਪ ਧਰਮ ਪ੍ਰਚਾਰ ਦੇ ਜਥੇਦਾਰ ਟਕਸਾਲ ਤੋਂ। ਸੋ ਹੁਣ ਇੱਥੇ ਇਹਨਾਂ ਸ਼ਬਦਾਂ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਪਰ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਜ਼ਰੂਰ ਬ੍ਰਿਟਿਸ਼ ਪੰਜਾਬੀ tv@gmail.com ਦੇ ਉੱਤੇ ਜਿਹੜੀ ਹੈ ਕਿ ਈਮੇਲ ਕਰਕੇ ਆਪਣੀ ਫੀਡਬੈਕ ਦਿਓ ਜੀ। ਸੋ ਵਿਚਾਰਾਂ ਦੀ ਸਾਂਝ ਕਰਦੇ ਹੋਇਆ ਆਏ ਹੋਏ ਮਹਿਮਾਨਾਂ ਕੋਲੋਂ ਜਾਂ ਕਿਸੇ ਕੋਲੋਂ ਵੀ ਅਪਸ਼ਬਦ ਬੋਲਿਆ ਗਿਆ ਹੋਵੇ ਤਾਂ ਖਿਮਾ ਤੇ ਜਾਚੇਗਾ। ਫਿਰ ਜਲਦੀ ਹੀ ਮਿਲਾਂਗੇ ਇਸੇ ਤਰੀਕੇ ਦੇ ਕੁਝ ਨਵੇਂ ਤੇ ਖਾਸ ਵਿਚਾਰ ਤੇ ਪ੍ਰੋਗਰਾਮ ਲੈ ਕੇ ਤੁਹਾਡੇ ਦੇ ਰੂਬਰੂ ਹੋਵਾਂਗੇ। ਉਦੋਂ ਤੱਕ ਦੇ ਲਈ ਦਿਓ ਇਜਾਜ਼ਤ। ਬੁਲਾਉਂਦੇ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।